रेडियो ਦੇ ਸਤਿਕਾਰਯੋਗ ਸਰੋਤੇ ਸਾਨੂੰ ਸਪੋਰਟ ਕੀਤਾ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਕੰਮ ਦੇ ਤਜਰਬੇ ਯਾਫਤਾ ਸੀਪੀਏ ਤਰਸੇਮ ਸਿੰਘ ਗਿੱਲ ਅਮਰੀਕਾ ਦੇ ਪੜ੍ਹੇ ਲਿਖੇ ਨੇ ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਪੈਨਸਿਲਵੇਨੀਆ ਦੇ ਵਿੱਚ ਵਸਦੇ ਨੇ ਜਿਨ੍ਹਾਂ ਕੋਲੋਂ ਤੁਸੀਂ ਆਪਣੀ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ ਰਿਟਰਨ ਸਰਵਿਸ ਦੇ ਨਾਲ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ ਇਮੀਗ੍ਰੇਸ਼ਨ ਦਾ ਕੋਈ ਕੇਸ ਅਪਲਾਈ ਕਰਨਾ ਮਸਲਨ ਗ੍ਰੀਨ ਕਾਰਡ ਵਰਕ ਪਰਮਿਟ ਸਪਾਊਸ ਕੇਸ ਦੇ ਪੇਪਰ ਫਾਈਲਿੰਗ ਦੇ ਵਾਸਤੇ ਕਾਲ ਕਰੋ ਤਰਸੇਮ ਸਿੰਘ ਗਿੱਲ ਦਾ ਨੰਬਰ ਹੈ 484-764-9861 484-764-9861 ਸਾਡਾ ਜ਼ਿਕਰ ਕਰਨ ਤੇ ਹੋਰ ਰਹਿਤ ਮਿਲੇਗੀ ਕਿਉਂਕਿ ਆਪਣੇ ਪੁਰਾਣੇ ਸਰੋਤੇ ਹਰਬੰਸ ਸਿੰਘ ਗਿੱਲ ਨੇ ਉਹਨਾਂ ਦੇ ਬੇਟੇ ਨੇ ਤਰਸੇਮ ਸਿੰਘ ਗਿੱਲ ਸੋ ਸਾਡਾ ਜ਼ਿਕਰ ਕਰੋ ਰਿਆਇਤ ਮਿਲੇਗੀ ਟਿਵਾਣਾ ਰੇਡੀਓ ਦੇ ਸਤਿਕਾਰਯੋਗ ਸਰੋਤੇ ਸਾਡੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਬਾਈ ਸੁਖੀ ਘੁੰਮਣ ਹੋਰਾਂ ਨੇ ਜਿਨ੍ਹਾਂ ਦਾ ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ ਹੈ 2201 ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ ਜ਼ਿਪ ਕੋਡ 93307 ਇਹ ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਇੰਡੀਅਨ ਰੈਸਟੋਰੈਂਟ ਦੇਸੀ ਘਿਓ ਦੇ ਪਰੌਂਠੇ ਦਹੀਂ ਦੇ ਨਾਲ ਬਹੁਤ ਲਜ਼ੀਜ਼ ਛਕਾਉਂਦੇ ਨੇ ਇਹਨਾਂ ਦੀ ਵਿਸ਼ੇਸ਼ਤਾ ਇਸ ਤੋਂ ਇਲਾਵਾ ਹੋਰ ਭਾਰਤੀ ਵਿਦੇਸ਼ੀ ਖਾਣਿਆਂ ਦਾ ਇੱਥੇ ਤੁਸੀਂ ਆਨੰਦ ਲੈ ਸਕਦੇ ਹੋ ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਤੁਸੀਂ ਟਰੱਕ ਵਾਸ਼ ਕਰਾ ਸਕਦੇ ਹੋ ਡੀਜ਼ਲ ਪਵਾ ਸਕਦੇ ਹੋ ਤੇ ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661-304-7560-3047 ਟਿਵਾਣਾ ਰੇਡੀਓ ਦੇ ਸਤਿਕਾਰਯੋਗ ਸਰੋਤੇ ਸਾਡੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਬਾਈ ਸੁਖੀ ਘੁੰਮਣ ਹੋਰਾਂ ਨੇ ਜਿਨ੍ਹਾਂ ਦਾ ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ ਹੈ 2201 ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ ਜ਼ਿਪ ਕੋਡ 93307 ਇਹ ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਇੰਡੀਅਨ ਰੈਸਟੋਰੈਂਟ ਦੇਸੀ ਘਿਓ ਦੇ ਪਰੌਂਠੇ ਦਹੀਂ ਦੇ ਨਾਲ ਬਹੁਤ ਲਜ਼ੀਜ਼ ਛਕਾਉਂਦੇ ਨੇ ਇਹਨਾਂ ਦੀ ਵਿਸ਼ੇਸ਼ਤਾ ਇਸ ਤੋਂ ਇਲਾਵਾ ਹੋਰ ਭਾਰਤੀ ਵਿਦੇਸ਼ੀ ਖਾਣਿਆਂ ਦਾ ਇੱਥੇ ਤੁਸੀਂ ਆਨੰਦ ਲੈ ਸਕਦੇ ਹੋ ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਤੁਸੀਂ ਟਰੱਕ ਵਾਸ਼ ਕਰਾ ਸਕਦੇ ਹੋ ਡੀਜ਼ਲ ਪਵਾ ਸਕਦੇ ਹੋ ਤੇ ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661-304-7560-304750 ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਆਦਾਬ ਸਭ ਸਤਿਕਾਰਯੋਗ ਸੱਜਣਾਂ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਵਾਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਿਓਂ ਕੱਟਿਆਂ ਵਾਲਿਓਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ ਭਾਰਤੀ ਸਮਾਂ 7:35 ਹੋ ਚੁੱਕੇ ਨੇ ਜੁਮੇ ਦੀ ਸ਼ਾਮ ਆਥਣ ਦਾ ਵਕਤ ਹੈ 18 ਮਾਰਚ ਸਨ 2022 5 ਚੇਤ ਨਾਨਕਸ਼ਾਹੀ ਸੰਮਤ 554 ਹੋਲੀ ਦਾ ਦਿਨ ਹੋਲਾ ਮਹੱਲਾ ਦਾ ਦਿਨ ਐਨ ਪੂਰਾ ਲਾਲ ਗੁਲਾਲ ਹੋਇਆ ਪਿਆ ਪੂਰਾ ਗੰਦ ਘੋਲਿਆ ਹੋਇਆ ਲੋਕਾਂ ਨੇ ਬਾਈਕ ਤੇ ਗੱਡੀਆਂ ਤੇ ਹੂਟ ਹੋਈ ਪਈ ਹੈ ਕਦੇ ਯੂਪੀ ਬਿਹਾਰ 'ਚ ਇਦਾਂ ਦੀ ਹੋਲੀ ਹੁੰਦੀ ਸੀ ਪਰ ਪੰਜਾਬ ਦੇ ਵਿੱਚ ਵੀ ਹੁਣ ਹੋਲੀ ਤੇ ਕਮਾਲ ਹੀ ਹੋਈ ਪਈ ਹੈ ਸ਼ੋਲੇ ਫਿਲਮ ਵਾਲੀ ਹੋਲੀ ਹੋਈ ਪਈ ਹੈ ਤਿਉਹਾਰ ਕੋਈ ਵੀ ਹੈ ਧਾਰਮਿਕ ਮਹੱਤਵ ਹੁੰਦਾ ਸੱਭਿਆਚਾਰਕ ਖੇਤਰੀ ਮਹੱਤਵ ਹੁੰਦਾ ਹੈ ਤੇ ਕਿਤੇ ਨਾ ਕਿਤੇ ਜ਼ਿੰਦਗੀ ਦੀਆਂ ਰੁੱਖੀਆਂ ਤਲਖ ਹਕੀਕਤਾਂ ਨੂੰ ਇਹ ਜਿਹੜਾ ਤੜਕਾ ਲਾਉਂਦੇ ਨੇ ਉਤਸ਼ਾਹ ਪੈਦਾ ਕਰਦੇ ਨੇ ਤੇ ਚੜ੍ਹਦੀ ਕਲਾ ਕਰਦੇ ਨੇ ਇਸ ਕਰਕੇ ਲੋਗਨ ਕੀ ਹੋਲੀ ਸਿੰਘਨ ਕਾ ਹੋਲਾ ਲੋਗਨ ਕੀ ਬੋਲੀ ਤੇ ਸਿੰਘਨ ਕਾ ਬੋਲਾ ਤੇ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਰਨ ਗੰਗਾ ਸਟੇਡੀਅਮ ਦੇ ਵਿਖੇ ਇਹ ਹੋਲਾ ਮਹੱਲਾ ਦਾ ਤਿਉਹਾਰ ਦੀ ਸ਼ੁਰੂਆਤ ਕੀਤੀ ਸੀ ਜਿਸ ਦੌਰਾਨ ਮਾਰਸ਼ਲ ਖੇਡ ਦੇ ਤੌਰ ਤੇ ਇਸ ਨੂੰ ਖੇਡਿਆ ਜਾਂਦਾ ਸੀ ਨਾ ਕਿ ਸਿਰਫ ਗੁਲਾਲ ਪਿਚਕਾਰੀ ਦੇ ਨਾਲ ਬਲਕਿ ਉੱਥੇ ਕਰਤੱਵ ਹੁੰਦੇ ਸੀ ਮਾਰਸ਼ਲ ਖੇਡਾਂ ਗੱਤਕਾ ਘੋੜਸਵਾਰੀ ਤੀਰ ਅੰਦਾਜ਼ੀ ਨੇਜੇਬਾਜ਼ੀ ਇਸ ਤਰ੍ਹਾਂ ਦੇ ਜਿਹੜੇ ਨੇ ਰਵਾਇਤੀ ਯੁੱਧ ਕਲਾ ਦੇ ਪ੍ਰਸੰਗ ਸਿਖਾਏ ਜਾਂਦੇ ਸੀ ਤੌਰ ਤਰੀਕੇ ਸਿਖਾਏ ਜਾਂਦੇ ਸੀ ਤੇ ਅੱਜ ਕੱਲ੍ਹ ਨਿਹੰਗ ਸਿੰਘ ਪੂਰਾ ਰੰਗਾਂ ਦੇ ਵਿੱਚ ਲਬਰੇਜ਼ ਹੁੰਦੇ ਨੇ ਤੇ ਬਹੁਤ ਵੱਡੇ ਲੋਕ ਪਹੁੰਚ ਰਹੇ ਨੇ ਖਾਸ ਕਰਕੇ ਨਵੇਂ ਬੀਜੇਪੀ ਦੇ ਵਿੱਚ ਆਏ ਨਵੇਂ ਬੀਜੇਪੀ 'ਚ ਬਣੇ ਹੋਏ ਭਾਜਪਾਈ ਸਿੱਖ ਉਚੇਚਾ ਹੋਲੀ ਦੇ ਰੰਗਾਂ 'ਚ ਰੰਗੇ ਜਾ ਰਹੇ ਨੇ ਉਹਦਾ ਵੀ ਇੱਕ ਕਾਰਨ ਹੈ ਧਾਰਮਿਕ ਤਿਉਹਾਰ ਦੀ ਆੜ ਦੇ ਵਿੱਚ ਸਿੱਖੀ ਦੇ ਵਿੱਚ ਆਪਣੇ ਆਪ ਨੂੰ ਵੱਡਾ ਪੇਸ਼ ਕਰਨਾ ਉਹਨਾਂ ਸੱਜਣਾਂ ਦਾ ਵੀ ਜ਼ਿਕਰ ਕਰਾਂਗੇ ਖਾਲਸਾਈ ਜਹੋ ਜਲਾਲ ਦੇ ਨਾਲ ਹੋਲੇ ਮਹੱਲੇ ਦਾ ਆਗਾਜ਼ ਰਿਹਾ ਤੇ ਅੱਜ ਸਿਖਰ ਰਿਹਾ ਤੇ ਇਸ ਦੌਰਾਨ ਚੱਲੀ ਵੈਸੇ ਕਈ ਦਿਨ ਜਾਂਦਾ ਹੈ ਤੇ ਇਸ ਸਿਲਸਿਲੇ ਵਿੱਚ ਕੀ ਕੁਝ ਹੋਇਆ ਹੋਲਾ ਮਹੱਲਾ ਕਾਨਫਰੰਸਾਂ ਵੀ ਹੁੰਦੀਆਂ ਨੇ ਕੀ ਬਣਿਆ ਉਹਨਾਂ ਦਾ ਤੇ ਇਸ ਹੋਲੀ ਦੇ ਦੌਰਾਨ ਲੋਕਾਂ ਦੇ ਕੀ ਹਾਲਾਤ ਨੇ ਖਬਰਾਂ ਕੀ ਕਹਿੰਦੀਆਂ ਨੇ ਉਹਨਾਂ ਸਾਰੀਆਂ ਤੇ ਗੱਲ ਕਰਾਂਗੇ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਦੇ ਵਾਸਤੇ ਸਾਡੀ ਵੈਬਸਾਈਟ tivanaradio.com ਤੇ ਜਾ ਸਕਦੇ ਹੋ ਆਪਣੀ ਵੈਬਸਾਈਟ tivanaradio.com ਤੇ ਤੁਹਾਨੂੰ ਆਪਣੇ ਵੱਖ-ਵੱਖ ਸੰਪਰਕ ਨੰਬਰ ਮਿਲਣਗੇ ਮਸਲਨ ਟਿਵਾਣਾ ਰੇਡੀਓ ਦਾ ਫੇਸਬੁੱਕ
ਤੇ YouTube पेज ਦਾ ਲਿੰਕ ਮਿਲੇਗਾ ਜਿੱਥੇ ਆਪਾਂ ਇਸ ਵਕਤ ਲਾਈਵ ਹਾਂ ਤੇ ਇਹ ਲਿੰਕ ਤੁਸੀਂ ਸੇਵ ਕਰੋ, ਲਾਈਕ ਕਰੋ, ਬੈਲ ਆਈਕਨ ਦਬਾਓ YouTube ਦਾ ਤਾਂ ਜੋ ਪ੍ਰੋਗਰਾਮ ਸ਼ੁਰੂ ਹੁੰਦਿਆਂ ਤੁਹਾਨੂੰ ਸੂਚਨਾ ਮਿਲ ਜਾਵੇ। ਇਸ ਤੋਂ ਇਲਾਵਾ ਇਸ YouTube ਦੇ ਲਿੰਕ ਨੂੰ ਆਪਣੇ WhatsApp ਨੰਬਰ ਤੇ ਮੰਗਵਾਉਣਾ ਚਾਹੁੰਦੇ ਹੋ ਤਾਂ ਉਹ ਲਿੰਕ ਤੁਹਾਨੂੰ ਮਿਲ ਜਾਇਆ ਕਰੇਗਾ ਤੁਹਾਡੇ WhatsApp ਨੰਬਰ ਤੇ ਆਪਣਾ WhatsApp ਨੰਬਰ ਨੋਟ ਕਰ ਲਓ। ਇਹ ਉਹੀ ਹੈ ਜਿਸ ਤੇ ਤੁਸੀਂ ਸਟੂਡੀਓ ਦੇ ਵਿੱਚ ਮੇਰੇ ਨਾਲ ਗੱਲ ਕਰਦੇ ਹੋ ਜਾਂ ਮੇਰਾ ਸੰਪਰਕ ਨੰਬਰ ਪਟਿਆਲਾ ਸਟੂਡੀਓ ਦਾ ਨੰਬਰ ਹੈ 9876309655 9876309655। ਇਸ ਤੋਂ ਇਲਾਵਾ ਆਪਣੀ ਵੈਬਸਾਈਟ tiwanaradio.com ਤੇ ਤੁਹਾਨੂੰ ਪੰਜਾਬੀ 'ਚ ਖਬਰਾਂ ਵੀ ਪੜ੍ਹਨ ਨੂੰ ਮਿਲਦੀਆਂ ਨੇ। ਖਬਰਾਂ ਪੜ੍ਹਿਆ ਕਰੋ, ਅੱਗੇ ਸ਼ੇਅਰ ਵੀ ਕਰ ਦਿਆ ਕਰੋ, ਵੈਬਸਾਈਟ ਤੇ ਵਿਜ਼ਿਟ ਮਾਰਿਆ ਕਰੋ ਤੇ ਇਸ ਦੌਰਾਨ ਉੱਥੇ ਤੁਹਾਨੂੰ ਪੁਰਾਣੇ ਪ੍ਰੋਗਰਾਮਾਂ ਦੇ ਲਿੰਕ ਵੀ ਮਿਲਣਗੇ। ਇਸ ਤੋਂ ਇਲਾਵਾ ਜੇ ਅਮਰੀਕਾ ਦੇ ਵਿੱਚੋਂ ਤਾਂ ਅਮਰੀਕਾ ਦਾ ਕਾਲ ਟੂ ਲਿਸਨ ਨੰਬਰ ਹੈ ਜਿਹੜਾ 667-930-9260 ਉਹ ਵੀ ਉੱਥੋਂ ਨੋਟ ਕਰ ਸਕਦੇ ਹੋ। ਇਸ ਨੰਬਰ 6679309260 ਨੰਬਰ ਤੇ ਡਾਇਲ ਕਰਕੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਜਿਹੜਾ ਪੂਰੇ ਅਮਰੀਕਾ ਭਰ ਦੇ ਵਿੱਚ ਸੁਣ ਸਕਦੇ ਹੋ। ਆਪਣੀਆਂ ਐਪਸ ਨੇ ਆਈਫੋਨ ਤੇ ਐਂਡਰਾਇਡ ਐਪਸ ਨੇ ਉਹਨਾਂ ਤੇ ਵੀ ਪ੍ਰੋਗਰਾਮ ਸੁਣਿਆ ਜਾ ਸਕਦਾ। ਜੇ YouTube ਜਾਂ ਵੈਬਸਾਈਟ ਤੇ ਨਹੀਂ ਸੁਣਨਾ ਤੇ ਉਹ ਵੀ ਇੰਸਟਾਲ ਕਰ ਸਕਦੇ ਹੋ। ਇਹ ਸੀ ਆਪਣੇ ਪ੍ਰੋਗਰਾਮਾਂ ਦੇ ਨਾਲ ਸੰਬੰਧਿਤ ਬੇਨਤੀਆਂ ਤੇ ਅੱਗੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰਦਿਆ ਕਰੋ ਜੇ ਪ੍ਰੋਗਰਾਮ ਪਸੰਦ ਲੱਗਦਾ। ਤੁਹਾਡੇ ਸ਼ੇਅਰ ਕਰਨ ਦਾ ਸਾਨੂੰ ਬਹੁਤ ਫਾਇਦਾ ਹੁੰਦਾ, ਸ਼ਾਇਦ ਅਸੀਂ ਹੋਰ ਸਰੋਤਿਆਂ ਤੱਕ ਸਾਡੀ ਪਹੁੰਚ ਬਣ ਜਾਂਦੀ ਹੈ। ਇਸ਼ਤਿਹਾਰ ਦੇ ਕੇ ਪੈਸੇ ਦੇ ਕੇ ਫਿਰ ਕੰਮ ਕਰਾਉਣਾ ਮੈਂ ਸਮਝਦਾ ਥੋੜਾ ਮੁਸ਼ਕਿਲ ਲੱਗਦਾ। ਦਮਾਮੇ ਦਮੜਿਆਂ ਨਾਲ ਹੀ ਵੱਜਦੇ ਨੇ। ਇਸ ਕਰਕੇ ਜੇ ਇਹ ਸਾਡਾ ਕੰਮ ਤੁਸੀਂ ਕਰਦੇ ਹੋ, ਜੇ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ ਤੇ ਸ਼ੇਅਰ ਅੱਗੇ ਖੜਕਾ ਦਿਆ ਕਰੋ, ਇੰਨੀ ਕੁ ਬੇਨਤੀ। ਜੇ ਨਹੀਂ ਪਸੰਦ ਕਰਦੇ ਤਾਂ ਨਾ ਸ਼ੇਅਰ ਕਰਿਆ ਕਰੋ, ਇੰਨੀ ਕੁ ਮੇਰੀ ਬੇਨਤੀ ਹੈ। ਕੋਈ ਤੁਹਾਡੇ ਤੇ ਵਜ਼ਨ ਨਹੀਂ ਹੈ। ਫਿਰ ਵੀ ਧੰਨਵਾਦ ਤੁਹਾਡੀ ਸਪੋਰਟ ਨਾਲ ਆਪਾਂ 62-6300 ਹੋ ਗਏ ਬਹੁਤ ਹਾਂ। ਹੌਲੀ ਹੌਲੀ ਵਧਾਂਗੇ, ਸਹਿਜੇ ਪੱਕੇ ਸੋ ਮਿੱਠਾ ਹੋਏ। ਇਸ ਦੌਰਾਨ ਰਾਜਨੀਤਿਕ ਚਰਚਾ ਦੇ ਵਾਸਤੇ ਸਵੇਰ ਸ਼ਾਮ ਆਪਣੇ ਨਾਲ ਜੁੜ ਜਾਂਦੇ ਨੇ ਬਹੁਰੰਗੀ ਸ਼ਖਸੀਅਤ ਐਡਵੋਕੇਟ ਬਾਬਾ ਸੁਰਿੰਦਰ ਸੋਢੀ। ਬਾਬਾ ਜੀ ਨੂੰ ਆਵਾਜ਼ ਮਾਰਦੇ ਹਾਂ, ਨਦੀ ਤੋਂ ਪਾਰ ਬੈਠੇ ਨੇ ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ ਤੇ ਭੂਤਨਾਥ ਦਾ ਮੰਦਿਰ ਹੈ ਉਰਲੇ ਪਾਸੇ ਤੇ ਪਰਲੇ ਪਾਸੇ ਬਾਬਾ ਜੀ ਬੈਠੇ ਨੇ ਤੇ ਇਹਨਾਂ ਨੂੰ ਵੀ ਕੋਈ ਬਣਾਉਣਾ ਸਥਾਨ ਸੂਨ ਇਹਨਾਂ ਦਾ। ਤੇ ਖੈਰ ਇਸ ਦੌਰਾਨ ਖਬਰਾਂ ਕੀ ਕੁਛ ਨੇ ਦੌਰੇ ਸਿਆਸਤ ਦੀਆਂ ਉਹਨਾਂ ਤੇ ਵੀ ਚਰਚਾ ਕਰਾਂਗੇ। ਨਵੀਂ ਸਰਕਾਰ ਬਣੀ ਹੈ, ਨਵੀਂ ਸਰਕਾਰ ਕੀ ਨਵੇਂ ਪੁਰਾਣੇ ਕੰਮ ਕਰ ਰਹੀ ਹੈ ਉਸ ਤੇ ਵੀ ਚਰਚਾ ਕਰਾਂਗੇ। ਇਸ ਤੋਂ ਇਲਾਵਾ ਸੁਰਿੰਦਰ ਜੀ ਹੋਰਾਂ ਦਾ ਫੋਨ ਫਸ ਗਿਆ ਕਿਤੇ ਲੱਗਦਾ ਕਿਸੇ ਸਰੋਤੇ ਨਾਲ, ਵਿਅਸਤ ਹੋ ਗਏ ਨੇ। ਸੁਰਿੰਦਰ ਜੀ ਵਿਅਸਤ ਬਹੁਤ ਰਹਿੰਦੇ ਆ, ਰੁੱਝੇ ਹੋਏ ਨੇ ਹਨਾ। ਚਲੋ ਕੋਈ ਨਹੀਂ ਤੇ ਗੱਲਾਂ ਬਾਤਾਂ ਆਪਾਂ ਕਰਦੇ ਆਂ ਨੇ, ਉਹਨਾਂ ਨੂੰ ਰੁੱਝੇ ਰਹਿਣ ਦਿਓ, ਕੋਈ ਗੱਲ ਨਹੀਂ, ਜਦੋਂ ਵਿਹਲੇ ਹੋ ਜਾਣਗੇ ਲੈ ਲਾਂਗੇ। ਤੇ ਇਸ ਦੌਰਾਨ ਦੌਰੇ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਬਣੀ ਹੈ, ਲੋਕ ਕਈ ਮਾਮਲਿਆਂ 'ਚ ਪੁਰ ਉਮੀਦ ਨੇ ਕਿ ਭਗਵੰਤ ਸਰਕਾਰ ਕੀ ਨਵੇਂ ਕੰਮ ਕਰਦੀ ਹੈ। ਲੋਕਾਂ ਨੂੰ ਬਹੁਤ ਆਸਾਂ ਨੇ, ਉਮੀਦਾਂ ਨੇ, ਹੋਣੀਆਂ ਵੀ ਚਾਹੀਦੀਆਂ ਨੇ। ਪਹਿਲਿਆਂ ਦੇ ਨਾਲੋਂ ਕੁਝ ਬਿਹਤਰ ਕਰਨ ਦੀ ਉਮੀਦ ਵੀ ਹੈ ਇਹਨਾਂ ਕੋਲੋਂ, ਪੈਸ਼ਨ ਵੀ ਹੈ, ਪਰ ਥੋੜ੍ਹੀਆਂ ਦਿੱਕਤਾਂ ਥੋੜ੍ਹੀਆਂ ਤਜਰਬੇ ਦੀਆਂ ਆ ਜਾਣਗੀਆਂ। ਥੋੜਾ ਬਿਊਰੋਕ੍ਰੇਸੀ ਵੀ ਕਈ ਵਾਰੀ ਰਾਹ ਨਹੀਂ ਦਿੰਦੀ, ਉਹ ਵੀ ਕਾਰਨ ਹੋਣਗੇ ਕਿਉਂਕਿ ਜਿੰਦ ਕੱਲੀ ਤੇ ਮਲਾਜੇਦਾਰ ਵਾਲੇ ਕਿਹਦਾ ਮਾਣ ਰੱਖਣ ਵਾਲੀ ਸਥਿਤੀ ਨਵੀਆਂ ਸਰਕਾਰਾਂ ਦੀ ਹੁੰਦੀ ਹੈ। ਇਸ ਦੌਰਾਨ ਤੁਹਾਡੇ ਕੀ ਤਜਰਬੇ ਨੇ, ਇਸ ਦੌਰਾਨ ਤੁਹਾਡਾ ਪੱਖ ਵੀ ਆਪਾਂ ਜ਼ਰੂਰ ਜਾਣਾਂਗੇ ਕਿ ਇਸ ਸਿਲਸਿਲੇ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕਿ ਇਸ ਸਰਕਾਰ ਦੇ ਬਣਨ ਦੇ ਨਾਲ ਕੀ ਪੰਜਾਬ ਦੀ ਤਸਵੀਰ ਵਾਕਈ ਬਦਲੇਗੀ। ਜੋ ਮੈਨੂੰ ਲੱਗਦਾ ਕਿ ਕੁਝ ਤਬਦੀਲੀਆਂ ਤਾਂ ਆਉਣਗੀਆਂ, ਇਸ ਤਰ੍ਹਾਂ ਨਹੀਂ ਹੁੰਦਾ, ਪਰ ਉਹ ਕਿਸ ਤਰੀਕੇ ਨਾਲ ਆਉਣਗੀਆਂ, ਕਿੰਨੀ ਦੇਰ ਨੂੰ ਆਉਣਗੀਆਂ, ਇਹ ਸਮਾਂ ਵੇਖਣਾ ਹੋਏਗਾ। ਤੇ ਦੂਸਰਾ, ਕੇਂਦਰ ਦੀ ਸਿਆਸਤ ਦੇ ਵਿੱਚ ਕਾਫੀ ਉਥਲ-ਪੁਥਲ ਮੱਚਿਆ ਹੋਇਆ। ਜਿਹੜੇ ਗਰੁੱਪ 23 ਵਾਲੇ ਨੇ ਉਹਨਾਂ 'ਚ ਪ੍ਰਨੀਤ ਕੌਰ ਸਮੇਤ 3 ਲੋਕ ਹੋਰ ਨੇ, 26 ਹੋ ਗਏ ਨੇ। ਇਹਨਾਂ ਦੀ ਵੀ ਲੱਗਦਾ ਸਥਿਤੀ 26 ਵਾਲੀ ਬਣੀ ਹੋਈ ਹੈ ਤੇ ਇਹ ਸੋਨੀਆ ਗਾਂਧੀ ਕੋਲ ਪਹੁੰਚੇ ਨੇ ਕਿ ਅਹੁਦਾ ਛੱਡੋ, ਤੇ ਇਸ ਤੇ ਵੀ ਆਪਾਂ ਚਰਚਾ ਕਰਾਂਗੇ। ਫੇਸਬੁੱਕ ਤੇ ਦਲਵੀਰ ਸਿੰਘ ਰੰਧਾਵਾ, ਗੁਰਮੀਤ ਭੁੱਲਰ ਸਾਹਿਬ ਜੁੜੇ ਨੇ। ਘਰ 'ਚ ਬੱਚੇ ਦੀ ਆਮਦ ਆ, ਝੂਲਿਆਂ ਦੇ ਚਲਾ ਰਹੇ ਨੇ, ਦੋਤਮਾਨ ਹੈ ਸ਼ਾਇਦ ਭੁੱਲਰ ਸਾਹਿਬ ਦਾ। ਹਰਜੀਤ ਲਿੱਟ, ਨਿਰਮਲ ਸਿੰਘ ਟਵਾਣਾ ਬਾਈ ਜੀ ਜੁੜੇ ਨੇ ਨਿਊਜ਼ੀਲੈਂਡ ਤੋਂ। ਫੱਗਣ ਮਾਜਰੇ ਵਾਲੇ ਸਵੇਰੇ ਤੇ ਲਾਲੀ ਟੋੜਾ ਹੋਰੀ ਜੁੜੇ ਨੇ, ਧੰਨਵਾਦ ਹੈ।
ਤੇ ਇਸ ਦੌਰਾਨ ਜਿਹੜਾ ਕਾਂਗਰਸ ਦੇ ਵਾਸਤੇ ਸਥਿਤੀ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਕ੍ਰਿਟੀਕਲ ਹੋਏਗੀ, ਖਤਰਨਾਕ ਹੋਏਗੀ, ਕਿਉਂਕਿ ਗਰੁੱਪ 23 ਆਪਣਾ ਆਖਰੀ ਪੱਤੇ ਖੇਡ ਰਿਹਾ ਹੈ ਕਿ ਕਾਂਗਰਸ ਦੀ ਪ੍ਰਧਾਨਗੀ 10 ਜਨਪਦ ਤੋਂ ਗਾਂਧੀ ਪਰਿਵਾਰ ਤੋਂ ਲਈ ਜਾਵੇ ਤਾਂ ਹੀ ਕਾਂਗਰਸ ਦੇ ਵਿੱਚ ਕੁਝ ਨਾ ਕੁਝ ਅੱਛਾ ਹੋ ਸਕਦਾ ਹੈ। ਇਹ ਉਮੀਦ ਲੋਕ ਵੀ ਰੱਖਦੇ ਨੇ, ਪਰ ਪ੍ਰੋਬਲਮ ਇਹ ਹੈ ਕਿ ਗਰੁੱਪ 23 ਵਾਲੇ ਜਿਹੜੇ ਸੱਜਣ ਨੇ ਕੀ ਉਹ ਵਾਕਿਆ ਹੀ ਮੋਦੀ ਸਾਹਿਬ ਦੇ ਨਾਲ ਅੱਟੀ ਸੱਟੀ ਨਹੀਂ ਕਰਨਗੇ। ਸਵਾਲ ਇਸ ਗੱਲ ਦਾ ਜਾਪਦਾ ਹੈ ਬਹੁਤਾ ਅੜਿੱਕੇ ਵਾਲਾ। ਪਰ ਜਿਵੇਂ ਇਹਨਾਂ ਨੇ ਗਰੁੱਪ 23 ਵਾਲਿਆਂ ਨੇ 2 ਦਿਨਾਂ ਮੀਟਿੰਗ ਕੀਤੀ ਹੈ, ਇਸ 2 ਦਿਨਾਂ ਮੀਟਿੰਗ ਦੇ ਦੌਰਾਨ ਕੱਲ ਤਾਂ ਪੱਤਰਕਾਰ ਵੀ ਸੱਦੇ ਸੀਗੇ, ਪਰ ਇਸ ਸਿਲਸਿਲੇ ਵਿੱਚ ਪਹਿਲਾਂ ਜਿਹੜਾ ਕੱਲ ਦਿਨੇ ਭੁਪਿੰਦਰ ਸਿੰਘ ਹੁੱਡਾ ਦੀ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਵੀ ਹੋਈ ਸੀ। ਪਰ ਅੱਜ ਗੁਲਾਮ ਨਬੀ ਆਜ਼ਾਦ ਜੋ ਕਸ਼ਮੀਰ ਨਾਲ ਸੰਬੰਧਿਤ ਨੇ, ਜਿਨ੍ਹਾਂ ਦੀ ਕਾਫੀ ਤਾਰੀਫ ਪ੍ਰਧਾਨ ਮੰਤਰੀ ਸਾਹਿਬ ਨੇ ਸਦਨ 'ਚ ਕੀਤੀ ਸੀ, ਤੇ ਉਹ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਲਈ ਵੀ ਪੁੱਜੇ ਨੇ। ਇਸ ਤੋਂ ਬਾਅਦ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਦੀ ਜਿਹੜੀ ਅੰਤਰਮ ਪ੍ਰਧਾਨ ਹੈ ਉਸ ਨੂੰ ਮਿਲਣ ਉਸ ਦੇ ਨਿਵਾਸਸਥਾਨ 10 ਜਨਪਦ ਪੁੱਜੇ ਨੇ ਜੋ ਗਾਂਧੀ ਪਰਿਵਾਰ ਦੀ ਰਿਹਾਇਸ਼ ਹੈ, ਤੇ ਉੱਥੇ ਉਹਨਾਂ ਨੇ ਇਸ ਗੱਲ ਦਾ ਇਜ਼ਹਾਰ ਕੀਤਾ ਕਿ ਜੋ ਕਾਂਗਰਸ ਦੀ ਸਥਿਤੀ ਪਲ ਪਲ ਪੇਤਲੀ ਪੈ ਰਹੀ ਹੈ ਉਸ ਦੇ ਵਾਸਤੇ ਇੱਕੋ ਹੀ ਹੱਲ ਹੈ ਕਿ ਗਾਂਧੀ ਪਰਿਵਾਰ ਕਾਂਗਰਸ ਦੀ ਪ੍ਰਧਾਨਗੀ ਛੱਡ ਦੇਵੇ। ਇਹ ਜਿਹੜਾ ਸੁਨੇਹਾ ਗਾਂਧੀ ਪਰਿਵਾਰ ਦੇ ਵਾਸਤੇ ਬਹੁਤ ਸਦਮੇ ਵਾਲਾ ਤੇ ਹੈ ਹੀ ਹੈ, ਪਰ ਅਸਲ ਦੇ ਵਿੱਚ ਇਹ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ, ਕਿਉਂਕਿ ਹਾਲੀਆ 5 ਰਾਜਾਂ ਦੇ ਵਿੱਚ ਜਿਹੜੀ ਕਾਂਗਰਸ ਦੀ ਕਰਾਰੀ ਹਾਰ ਹੋਈ ਹੈ, ਉਸ ਹਾਰ ਦੇ ਬਾਅਦ ਇਹ ਜਿਹੜਾ ਪੜਚੋਲ ਕੀਤੀ ਗਈ ਹੈ ਕਾਂਗਰਸ ਪਾਰਟੀ ਨੇ, ਤੇ ਉਹ ਜਿਵੇਂ ਹਾਰ ਦੀ ਠੀਕਰਾ ਜੇ ਤੁਸੀਂ ਸੂਬਿਆਂ ਦੇ ਪ੍ਰਧਾਨਾਂ ਤੇ ਭੰਨਦੇ ਹੋ ਤੇ ਫਿਰ ਕੇਂਦਰੀ ਹਾਈ ਕਮਾਂਡ ਦੇ ਪ੍ਰਧਾਨ ਦੇ ਉੱਤੇ ਵੀ ਸਵਾਲ ਤਾਂ ਖੜੇ ਹੁੰਦੇ ਨੇ। ਪਰ ਦੂਸਰਾ ਪੱਖ ਇਹ ਵੀ ਹੈ ਕਿ ਕੀ ਜਿਹੜਾ ਨਵੇਂ ਪ੍ਰਧਾਨ ਬਣਦੇ ਨੇ ਤੇ ਇਸ ਦੌਰਾਨ ਸੁਰਿੰਦਰ ਜੀ ਹੋਰਾਂ ਦੀ ਥੋੜੀ ਮਸ਼ਰੂਫੀਅਤ ਹੈ ਅੱਜ, ਤੇ ਮੈਂ ਕੁਦਰਤੀ ਮੈਂ ਵੀ ਕਿਤੇ ਬਿਜੀ ਸੀ, ਗੱਲਬਾਤ ਨਹੀਂ ਹੋ ਸਕੀ। ਤੇ ਇਸ ਸਿਲਸਿਲੇ ਵਿੱਚ ਜਿਹੜੀ ਸਥਿਤੀ ਬਣੀ ਹੋਈ ਹੈ ਉਸ ਸਥਿਤੀ ਦਾ ਜਿਹੜਾ ਅਸਰ ਪਏਗਾ ਕਿ ਗਰੁੱਪ 23 ਨੇ, ਜਿਸ ਤਰ੍ਹਾਂ ਕੋਰ ਗਰੁੱਪ ਦੀ ਮੀਟਿੰਗ ਤੋਂ ਬਾਅਦ ਇਹ ਜਿਹੜੇ ਗਰੁੱਪ 23 ਵਾਲੇ ਨੇ ਇਹਨਾਂ ਮੈਂਬਰਾਂ ਦੇ ਨਾਲ ਕੋਰ ਗਰੁੱਪ ਦੀ ਬੈਠਕ ਹੋ ਰਹੀ ਹੈ, ਜਿਸ ਤੇ ਕਾਂਗਰਸ ਦੀ ਕਰਾਰੀ ਹਾਰ ਦੇ ਬਾਵਜੂਦ ਜਿਹੜੀ ਕਾਰਜਕਾਰੀ ਸਮਿਤੀ ਹੈ ਉਸਨੇ ਗਾਂਧੀ ਪਰਿਵਾਰ ਦੀ ਅਗਵਾਈ ਦੇ ਵਿੱਚ ਹੀ ਰਹਿਣ ਦਾ ਜਿਹੜਾ ਗੱਲ ਕੀਤੀ ਸੀ ਕੁਝ ਲੋਕਾਂ ਨੇ ਜੋ ਗਾਂਧੀ ਪੱਖੀ ਸੀ। ਪਰ ਜਿਹੜੇ ਗਰੁੱਪ 23 ਵਾਲੇ ਨੇ ਉਹ ਇਸ ਮਾਮਲੇ ਦੇ ਵਿੱਚ ਆਪਣਾ ਵੱਖਰਾ ਪੱਖ ਚਾਹੁੰਦੇ ਸੀ ਕਿ ਸਾਨੂੰ ਇਹ ਚੀਜ਼ ਪ੍ਰਵਾਨ ਨਹੀਂ ਹੈ, ਤੇ ਜਿਸ ਤੇ ਚੱਲਦੇ ਆ ਕਿਤੇ ਨਾ ਕਿਤੇ ਫਿਰ ਇਹ ਬਖੇੜਾ ਇਹਨਾਂ ਦਾ ਆਪਸ ਦੇ ਵਿੱਚ ਵੱਧਦਾ ਗਿਆ। ਇਸ ਤੋਂ ਬਾਅਦ ਹੁਣ ਗੁਲਾਮ ਨਬੀ ਆਜ਼ਾਦ, ਜਿਨ੍ਹਾਂ ਦੇ ਨਾਂ ਨਾਲ ਗੁਲਾਮ ਵੀ ਲੱਗਦਾ ਆਜ਼ਾਦ ਵੀ ਲੱਗਦਾ, ਉਹ ਜਿਹੜਾ ਇਸ 23 ਮੈਂਬਰੀ ਗਰੁੱਪ ਦੇ ਪ੍ਰਮੁੱਖ ਦੇ ਤੌਰ ਤੇ ਪੁੱਜੇ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ। ਆਪਸ ਦੇ ਵਿੱਚ ਕੀ ਸਿੱਟਾ ਇਸ ਮੁਲਾਕਾਤ ਦਾ ਨਿਕਲਦਾ, ਇਹ ਆਉਣ ਵਾਲੇ ਸਮੇਂ ਕਾਂਗਰਸ ਦੇ ਭਵਿੱਖ ਨੂੰ ਤੈਅ ਕਰੇਗਾ। ਜਿਸ ਤਰ੍ਹਾਂ ਤੁਹਾਨੂੰ ਕੀ ਲੱਗਦਾ ਕਿ ਇਹ ਸਥਿਤੀ ਜੋ ਹਾਲੀਆ ਬਣ ਰਹੀ ਹੈ ਕੇਂਦਰੀ ਹਾਈ ਕਮਾਂਡ ਕਾਂਗਰਸ ਦੀ, ਉਸ ਦਾ ਪੰਜਾਬ ਦੀ ਕਾਂਗਰਸ ਤੇ ਬਹੁਤ ਮਾੜਾ ਅਸਰ ਪਵੇਗਾ? ਕਿਉਂਕਿ ਕਿਤੇ ਨਾ ਕਿਤੇ ਬੀਜੇਪੀ ਜਿਹੜੀ ਸਰਕਾਰ ਹੈ ਉਸ ਦੀ ਹਰ ਕੋਸ਼ਿਸ਼ ਰਹੇਗੀ ਕਿ ਕਿਸੇ ਵੀ ਰੂਪ ਦੇ ਵਿੱਚ ਇਸ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਖਤਮ ਕਰਕੇ ਕਾਂਗਰਸ ਮੁਕਤ ਭਾਰਤ ਕੀਤਾ ਜਾਵੇ। ਬਾਕੀ ਜਿਹੜੀਆਂ ਧਿਰਾਂ ਨੇ, ਭਾਵੇਂ ਸ਼ਿਵ ਸੈਨਾ, ਸ਼ਰਦ ਪਵਾਰ ਦੀ ਕਾਂਗਰਸ ਹੈ ਜਾਂ ਹੋਰ ਹੈ, ਉਹ ਕਿਤੇ ਨਾ ਕਿਤੇ ਫਿਰ ਹੌਲੀ ਹੌਲੀ ਨਿਗਲੀਆਂ ਜਾ ਸਕਦੀਆਂ ਨੇ, ਕਿਉਂਕਿ ਕਾਂਗਰਸ ਮੁਕਤ ਭਾਰਤ ਕਰਨਾ ਬੀਜੇਪੀ ਦਾ, ਆਰਐਸਐਸ ਦਾ ਇਕਲੌਤਾ ਏਜੰਡਾ। ਇਸ ਦੇ ਵਾਸਤੇ ਭਾਵੇਂ ਮੁਲਕ ਦੇ ਵਿੱਚ ਤੇ ਭਾਵੇਂ ਮੁਲਕ ਤੋਂ ਬਾਹਰ ਕੋਈ ਵੀ ਘਟਨਾ ਵਾਪਰੇ, ਹਿੰਦੂਤਵ ਦੇ ਅਧੀਨ ਹਿੰਦੂਆਂ ਦੀ ਬਲੀ ਲਈ ਜਾਵੇ ਜਾਂ ਨਾ ਹੋਵੇ, ਉਸ ਤੇ ਸਿਆਸਤ ਕੀਤੀ ਜਾਵੇ। ਹੁਣ ਜਿਵੇਂ ਕਸ਼ਮੀਰ ਫਾਈਲਜ਼ ਹੈ, ਇਸ ਕਸ਼ਮੀਰ ਫਾਈਲਜ਼ ਨੂੰ ਲੈ ਕੇ ਜੋ ਕੁਝ ਸਾਡੇ ਸਾਹਮਣੇ ਚੱਲ ਰਿਹਾ ਹੈ ਉਹ ਉਸ ਤੋਂ ਆਪਾਂ ਸਾਰੇ ਵਾਕਿਫ ਹੈ। ਇਸੇ ਸਿਲਸਿਲੇ ਵਿੱਚ ਜਿਹੜੇ ਗੁਆਂਢੀ ਮੁਲਕ ਨੇ, ਉਹ ਭਾਵੇਂ ਚੀਨ ਹੈ, ਚੀਨ ਨਾਲ ਚਲੋ ਧਾਰਮਿਕ ਰਫੜ ਤਾਂ ਨਹੀਂ ਪੈਂਦਾ,
पर चीन दे नाल जिहड़ा रफड़ पैंदा है वो पैंदा है असल दे विच बॉर्डर दा। बॉर्डर ते जिहड़ी स्थिति बनदी है उस दे मुतलक फिर उस नूं कोई भी मुल्क कैश करदा है। इसे सिलसिले विच जिहड़े जे गुआंढी मुल्क धर्म विशेष नाल संबंधित है जिवें पाकिस्तान है, बांग्लादेश है, म्यांमार दे विच भी चीज़ किते ना किते चलदी है, उत्थे भावें दो कम्यूनिटीज़ ने पर ਉਹਦਾ किते ना किते जिवें रोहिंग्या मुसलमानां दा मामला सी, उन्हां नूं इंडिया शरण देण दा मामला सी, ਉਹਨੂੰ भी भारतीय जनता पार्टी ਜਾਂ बाकी पार्टियां अपने नज़रिए दे नाल कैश करदियां ने वोट बैंक की राजनीति के मद्देनज़र। हालिया जिहड़ी मंदभागी घटना गुआंढी मुल्क श्रीलंका बांग्लादेश दे विच होई है उस दौरान 200 लोगों ने एक मंदिर की तोड़ फोड़ की ते लुटमार की। इस संबंधी जिहड़े इस्कान सोसायटी के मंदिर ने जिहड़े पूरी दुनिया दे विच इस्कान सोसायटी है उन्हां दे मंदिर ने ते वो जदों पहलां भी बांग्लादेश दे विच इस तरह की मंदभागी घटना दिवाली के वक्त घटी सी, मूर्तियां का अपमान किया गया सी, तो उदों भी इस्कान मंदिरां वालियां ने पूरी दुनिया दे विच इस संबंधी एजिटेशन किया सी क्योंकि विश्व के बहुत सारे हिस्सों दे विच इस हिंदूत्व नाल जुड़ी सोसायटी है जिहड़ी हिंदू धर्म नाल जुड़ी सोसायटी इस्कान सोसायटी उन्हां दी एक यूनिटी बनी हुई है। पर हुण 200 के करीब लोगों ने जिस तरह बांग्लादेश के इस्कान मंदिर ते हमला किया, धार्मिक मूर्तियां का अपमान किया, जिस नूं लैके फिर किते ना किते भारत दे विच इस दा रिएक्शन जाएगा, इस्लामोफोबिया होर वधेगा। ढाका दी मलमल बड़ी मशहूर है पर ढाका दे विच इह जिहड़ा कुछ हो रहा ये बहुत बदनाम करन वालियां चीज़ां ने। इत्थों दा इस्कन राधाकांत मंदिर है, राधाकांता मंदिर है जिथे 200 लोगों की एक भीड़ ने हजूम ने सिरफिरे लोगों ने इस मंदिर ते हमला किया ते लुटमार की घटना नूं अंजाम दिता। हालांकि इस हमले के दौरान 3 लोग जख्मी भी हुए ने। हमलावरां की भीड़ की अगवाई हाजी शफी उल्ला कर रहा सी। हालांकि इस्कान सोसायटी के जिहड़े प्रमुख ने उन्होंने इस संबंधी यूनाइटेड नेशन तो पूछा। इस्कान सोसायटी इंडिया के वाइस प्रेजिडेंट राधा रमन दास ने ट्विटर पर लिखा कि ये जो कुछ वापर रहा इस सिलसिले विच की हुण घट गिणतियां दे नाल इन्हां मुल्कां दे विच की कुछ वापर रहा इस दे बारे की हुण संयुक्त राष्ट्र नूं कोई एक्शन नहीं लेना चाहिए। ये जो होया मंदभागा है क्योंकि बांग्लादेश ते खास करके पाकिस्तान दे नाल संबंधित बांग्लादेश ते पाकिस्तानियों की भीड़ सी जिन्हां ने इस तरह भूतरी हालात दे विच उस मंदिर ते हमला किया। किते ना किते ये जिहड़ी घटना घट रही है उस नूं किते ना किते फिर जिहड़े हिंदू भाईचारे दे लोग ने वो ये महसूस करते हैं कि शायद बीजेपी ही है जिहड़ी सानू ते साडे धर्म नूं बचा सकदी है। हालांकि हिंदूत्व ते औरंगजेब वर्गे जुल्मी कट्टर लोग भी वार तां करदे रहे ने पर किसी भी धर्म की जड़ खत्म नहीं हुंदी। हुण स्थिति अजिही नहीं है। ये ठीक है कि एकड़ दुकड़ इस तरह दी मंदभागियां घटनावां हर धर्म विशेष नाल घटदियां ने, सिखां नाल घटदियां ने, क्रिश्चियन नाल घटदियां ने। हुण जिहड़ा रविंदर पाल ने, दारा सिंह ने ग्राहम स्टेन ते उसदे मासूम बच्चे नूं किवें साड़िया सी कंधमाल उड़ीसा दे विच है जिथे घट गिणती वो पीड़ित रहेगी। जिथे साडे इंडियन लोग घट गिणती च ने उत्थे उन्हां नाल हुंदा, जिथे मुस्लिम घट गिणती च ने उत्थे उन्हां नाल कुछ हुंदा। त्रिपुरा च की कुछ नहीं होया पिछले समय। ये बदकिस्मती है, घट गिणतियां किते भी ने ते उन्हां नाल घटनावां घटदियां ने जो कि नहीं घटणियां चाहीदियां। क्वेंट्री तो गुरवीर स्वागत है बाई जी, वेलकम। हाँ जी सत श्री अकाल साहब। सत श्री अकाल। हाँ जी मैं तो यही कहना है टवाणा साहब एक तो थोड़ा जिहा इत्ते भी अपडेट करियो। कहंदे एकदम बहुत गर्मी हुई है पंजाब दे विच। मैं इंडिया गल कीती कहंदे काफी ज्यादा बढ़ गई है ते हाँ जी अगे तो इन्नी नहीं बढ़दी हुंदी सी, अगे जाके अप्रैल च थोड़ी जी हुंदी सी, ऐतकी अर्ली हो गई। ते एक मैं दूसरा तुहानूं क्विकली पुछना सी, हुण कई मीडिया कह रहे आ भी जदों 1977 78 दे विच जदों भी सरकार बनी सी अकालियां दी उदों 1 करोड़ रुपया हरियाणे वालियां तो चैक लिया सीगा बादल साहब ने। उदों शायद देवी लाल सीगा, मैं श्योर नहीं, जिहड़ा आह SYL नहर बनदा इहदे बारे ये गल सच्ची आ जां कई लोग तो कहंदे भी उदों 1 करोड़ लिया सी उन्हें किया भी सीगा। इहदे बारे थोड़ा सुरेंद्र साहब ने जरूर पुछियो। हाँ जी ते उदों जिहड़ा गुड़गांव वाला होटल है ना उस होटल दीयां भी जिहड़ियां चर्चावां सीगियां उस वक्त ते कई कुछ वापरिया सी गुरवीर। उदों वो होटल दीयां भी चर्चावां सी
कि उस होटल दे विच की कुछ हुंदा रहा ते ये भी जिहड़ियां चर्चावां उस वक्त सन कि वो होटल नूं जगह दित्ती गई SYL तो जां इस सारे सिलसिले तो। ते सुरेंद्र जी होरां दी अज मशरूफियत है, अज वो नहीं जुड़ सकणगे, वो ट्रैवल कर रहे ने ते इस करके दिक्कत आ रही है। ते मैं माफ़ी चाहांगा कि अज यार उन्हें कल्ले ही जुझणगे तुहाडे नाल। अज थोड़ी जी आपां नाल नाल गलबात जिहड़ी है वो विरासत दी भी करांगे, क्योंकि सियासत दे नाल नाल विरासत दी गल पहलां दो चार खबरां मोटियां मोटियां कर दी ते फिर उस दौरान चेत महीना क्यों है, की इसदा धार्मिक ते सभ्याचारक ते खेतीबाड़ी दे पक्षों की इसदा पक्ष है, उस ते चर्चा करांगे। थोड़ी होली बारे चर्चा करांगे, होली ते होला महला दे त्योहार दे मुतलक जिहड़ी है वो चर्चा करांगे। ते इस करके जिहड़ा ये अपनी गलबात चल रही सी कि ये जिहड़ी घटना घटी है, इस घटना दे नाल जिहड़ा किते ना किते फिर भारत दे विच जिहड़े हिंदू धर्म नाल जुड़े लोग ने उन्हां नूं किते ना किते फिर महसूस होएगा कि शायद BJP ही है जिहड़ी सानू सुखालियां रख सकदी है। हालांकि रखना रखाउणा ते मौला दे हथ है सारा कुछ। मनजीत सिंह स्वागत है जी, वेलकम। हेलो, सत श्री अकाल टोना जी। सत श्री अकाल। अच्छा, मालड़ी साहब, सॉरी मनजिंदर मालड़ी साहब, वेलकम। की हाल चाल है बाबे? टोना जी कैबिनेट अनाउंस करती कहते हैं। हाँ, करी जाते कुछ ना कुछ खड़का दड़का। नहीं, भगवंत मान ने पाई है पोस्ट 4 मिनट पहलों। ਜਿਹੜੇ ਬੰਦੇ ਆ ਮੈਂ ਉਹਨਾਂ ਨੂੰ ਪੁੱਛਣਾ ਸੀ ਕਿ ਤੁਸੀਂ ਮਾੜੀ ਪੋਸਟ ਦੇਖ ਕੇ ਕਰਿਓ ਤੇ ਮਾੜੇ ਕਰੋ ਮਾੜਾ ਅਫਸਰਾ। ਜੀ ਜੀ, ਕੋਈ ਨਹੀਂ ਗੱਲ ਕਰਦੇ ਆ ਸਾਰੇ ਵਿਰਾਸਤ ਸਿਆਸਤ ਤੇ ਗੱਲ ਕਰਦੇ ਆ, ਕਿਉਂਕਿ ਮੇਰਾ ਐਕਚੁਅਲੀ ਇੱਕ ਵੀਡੀਓ ਚੱਲ ਰਹੀ ਸੀ ਫੇਸਬੁੱਕ ਤੇ, ਕੋਈ ਇੱਕ ਆਮ ਆਦਮੀ ਪਾਰਟੀ ਦਾ ਬੰਦਾ ਬੋਲ ਰਿਹਾ ਕੇਜਰੀਵਾਲ ਨੇ ਕੁੰਡੇ ਲਾ ਤੇ ਸਰਦਾਰ ਏਦਾਂ, ਉਹ ਵੀਡੀਓ ਬਾਰੇ ਕੁਝ ਪਤਾ? ਹਾਂ, ਉਹ ਦੇਖੋ ਪਤਾ ਨਹੀਂ ਕੌਣ ਆ ਕੀ ਹੈ, ਉਹ ਕਿਤੇ ਨਾ ਕਿਤੇ ਇਦਾਂ ਦੀਆਂ ਪਲਾਂਟਡ ਹੁੰਦੀਆਂ ਨੇ। ਉਹਦੇ ਨਾਲ ਫਿਰ ਉਹ ਜਿਹੜੇ ਸਿੱਖ ਸੈਂਟੀਮੈਂਟਸ ਨੇ ਕਿ ਤੁਸੀਂ ਸਿੱਖ ਹੋ, ਤੁਸੀਂ ਇੱਕ ਵਾਲ ਕੱਟਿਆਂ ਵਾਲੇ ਦੇ ਥੱਲੇ ਆਓਗੇ, ਇਦਾਂ ਦੇ ਬਾਈ ਜੀ ਹੁੰਦੇ ਨੇ। ਇਹਦੇ ਨਾਲ ਆਮ ਬੰਦੇ ਨੂੰ ਦੁੱਖ ਹੁੰਦਾ ਹੈ। ਪਤਾ ਨਹੀਂ, ਉਹ ਮੈਨੂੰ ਨਹੀਂ ਪਤਾ, ਉਹ ਕਈ ਦਿਨ ਦੀ ਘੁੰਮਦੀ ਹੈ। ਹਾਂਜੀ ਹਾਂਜੀ ਹਾਂ, ਅਜੇ ਉਹ ਕਨਫਰਮ ਨਹੀਂ ਉਸ ਵਿਅਕਤੀ ਬਾਰੇ, ਪਰ ਇਦਾਂ ਨਹੀਂ ਹੁੰਦਾ ਕਿ ਕੋਈ ਮਤਲਬ ਸਭੇ ਸਾਂਝੀ ਵਾਲ ਸਦਾਨ ਕੋਈ ਨਾ ਦੱਸੇ ਬਾਹਰਾ ਜਿਓ। ਤੇ ਇਸ ਕਰਕੇ ਪਰ ਉਹ ਜਦੋਂ ਕੋਈ ਬੰਦਾ ਇਸ ਤਰ੍ਹਾਂ ਧਰਮ ਵਿਸ਼ੇਸ਼ ਨੂੰ ਟਾਰਗੇਟ ਕਰਕੇ ਕਹਿੰਦਾ ਨਾ ਮਾਲੜੀ ਸਾਹਿਬ, ਉਦੋਂ ਆਮ ਜਿਹੜੇ ਲੋਕ ਨੇ ਉਹ ਦੁੱਖ ਮਹਿਸੂਸ ਕਰਦੇ ਨੇ। ਉਹੀ ਉਹਦਾ ਮਨਸ਼ਾ ਹੁੰਦਾ ਕਿ ਇਹਨਾਂ ਨੂੰ ਉਲਝਾਇਆ ਜਾਵੇ। ਜੀ, ਇੱਕ ਹੋਰ ਕੁਐਸਚਨ ਵੀ ਪਾਉਣਾ ਜੀ। ਇੱਕ ਜਿਹੜੀ ਕਿਤਾਬ ਆ ਜੀਓ ਪੋਲੀਟਿਕਸ ਚਤੁਰਵੇਦੀ ਦੀ ਲਿਖੀ ਆ ਨਵਨੀਤ ਚਤੁਰਵੇਦੀ, ਸ਼ਾਇਦ ਤੁਸੀਂ ਸੁਣੀ ਹੋਵੇ, ਤੇ ਉਹ ਪੰਜਾਬੀ ਹੈਗੀ। ਹਾਂ, ਉਹਦੀ ਪੜ੍ਹੀ? ਹਾਂ, ਮੈਂ ਪੜ੍ਹ ਰਿਹਾ ਉਹਨੂੰ, ਮੈਂ ਪੜ੍ਹ ਰਿਹਾ। ਮੈਂ ਸੋਚਦਾ ਸੀ ਉਸ ਤੇ ਕੋਈ ਪ੍ਰੋਗਰਾਮ। ਹਾਂਜੀ ਹਾਂਜੀ, ਉਹਦੇ ਮਤਲਬ ਜਿਹੜੇ ਤੱਥ ਕੀਤੇ ਗਏ ਆ ਕਿੰਨੇ ਕੁ ਸੱਚ ਲੱਗਦੇ ਤੁਹਾਨੂੰ? ਕਰਾਂਗੇ ਉਹਦੇ ਤੇ। ਮੈਂ ਨਾ ਪਿਛਲੇ ਹਫ਼ਤੇ ਮੈਂ ਲਿਆਂਦੀ ਆ ਉਹ ਕਿਤਾਬ, ਮੈਂ ਵੇਖ ਰਿਹਾ ਉਹਨੂੰ, ਵਾਚ ਰਿਹਾ ਵੀ ਉਹਦੇ ਤੇ ਕਿਵੇਂ ਉਹਦੀ ਪੜਚੋਲ ਕੀਤੀ ਜਾਵੇ। ਕੋਸ਼ਿਸ਼ ਕਰਾਂਗੇ ਇਸ ਵੀਕਐਂਡ ਤੇ ਜਾਂ ਅਗਲੇ ਹਫ਼ਤੇ ਉਸ ਤੇ ਚਰਚਾ ਕਰਾਂਗੇ ਕਿ ਇਹ ਸਾਰਾ ਘਟਨਾਕ੍ਰਮ ਕੀ ਹੈ। ਠੀਕ ਹੈ ਜੀ। ਮੈਂ ਵੀ ਸੁਣ ਰਿਹਾ, ਜਦੋਂ ਮੈਂ ਪੜ੍ਹਦੇ ਨਹੀਂ ਹੁੰਦੀ ਤੇ ਮੇਰੇ ਕੋਲ ਹੈਗੀ ਵਿਰਾਸਤ ਉੱਤੇ ਸੁਣੇ ਆ। ਹਾਂ, ਉਹ ਅੱਛਾ ਹੈ, ਕਿਉਂਕਿ ਨਾਲ ਨਾਲ ਪੜਚੋਲ ਜਦੋਂ ਕਰਦੇ ਆ, ਪਹਿਲੀ ਗੱਲ ਤੇ ਬੁੱਕਸ ਅਵੇਲੇਬਲ ਹੀ ਨਹੀਂ ਹੈਗੀਆਂ। ਹੁਣ ਸਾਡੇ ਇੱਕ ਦੁਕਾਨ ਸੀਗੀ ਜਿਹੜੀ ਉਹ ਬੰਦ ਹੋ ਗਈ, ਉੱਥੇ ਬਹੁਤ ਪਹਿਲਾਂ ਆ ਜਾਂਦੀਆਂ ਸੀ। ਹੁਣ ਮੈਂ ਆਰਡਰ ਕੀਤਾ ਸੀ ਤਾਂ ਜਾ ਕੇ ਉਹ ਮਸਾਂ ਮੇਰਾ ਹਫ਼ਤੇ ਬਾਅਦ ਆਈ ਹੈ। ਮਤਲਬ ਪਟਿਆਲੇ 'ਚ ਦਿੱਕਤ ਆਉਣ ਲੱਗ ਪਈ ਬੁੱਕਸ ਦੀ। ਠੀਕ ਆ ਜੀ। ਨਹੀਂ, ਐਪ ਹੈਗੀ ਆ ਵਿਰਾਸਤ ਪੰਜਾਬੀ ਦੀਆਂ ਕਿਤਾਬਾਂ ਥੋੜੀਆਂ ਬਹੁਤੀਆਂ ਮਿਲ ਜਾਂਦੀਆਂ। ਹਾਂ, ਨਹੀਂ ਉਹ ਹੈ, ਪਰ ਉਹਦੇ ਤੇ ਅੱਗੇ ਦੀ ਅੱਗੇ ਦਿੱਕਤ ਆਉਂਦੀ ਹੈ। ਕੋਈ ਨਹੀਂ, ਚਲੋ ਗੱਲ ਕਰਦੇ ਹਾਂ। ਥੈਂਕ ਯੂ, ਮਿਹਰਬਾਨੀ। ਤੇ ਹਾਂ, ਕੈਬਨਿਟ ਅਨਾਉਂਸ ਕੀਤਾ, ਪੰਜਾਬ ਮੰਤਰੀ ਮੰਡਲ ਕੱਲ ਨੂੰ ਸਹੁੰ ਚੁੱਕੇਗਾ। ਇਸ ਸੰਬੰਧੀ ਜਿਹੜੇ ਮੰਤਰੀ ਲਏ ਨੇ ਉਹਨਾਂ ਦਾ ਮੈਂ ਜ਼ਿਕਰ ਕਰਾਂਗਾ। ਇਹ ਜਿਹੜੇ 8 ਸੱਜਣ 10 ਸੱਜਣ ਲੈ ਗਏ ਨੇ। ਸਵਾਗਤ ਹੈ ਤੁਹਾਡਾ, ਵੈਲਕਮ ਜੀ। ਹੈਲੋ, ਇਹਦੇ 'ਚ ਇੱਕ ਸੈਕਿੰਡ, ਨਹੀਂ ਡਿਸਕਨੈਕਟ ਹੋ ਗਿਆ। ਜਿਹੜਾ ਭਗਵੰਤ ਮਾਨ ਹੋਰਾਂ ਦੀ ਅੱਜ ਕੈਬਨਿਟ, ਸੌਰੀ, ਵੈਲਕਮ ਜੀ। 51 ਨੰਬਰ। ਹੈਲੋ, ਹਾਂਜੀ, ਸਤਿ
ਸਤਿ ਸ਼੍ਰੀ ਅਕਾਲ ਜੀ। ਮਾਨੂ ਕੋ ਬੋਲ ਰਿਹਾ ਜੀ। ਉਹ ਬਸ ਮੈਂ ਐਕਚੁਅਲੀ ਥੋੜਾ ਜਿਹਾ ਸ਼ਾਮੀ ਬਿਜੀ ਹੋ ਗਿਆ, ਕਿਤੇ ਜਾਣਾ ਸੀਗਾ ਤੇ ਮੈਂ ਮੈਸੇਜ ਚੈੱਕ ਨਹੀਂ ਕੀਤਾ ਤੇ ਕਮਿਊਨੀਕੇਸ਼ਨ ਸਾਡਾ ਸੀ ਉਹ ਐਕਚੁਅਲੀ ਸੁਰਿੰਦਰ ਹੋਰਾਂ ਦਾ ਚੈੱਕਅਪ ਕਰਾਉਣਾ ਉਹਨਾਂ ਨੇ, ਉਹ ਥੋੜਾ ਬਾਹਰ ਗਏ ਨੇ ਤੇ ਇਸ ਕਰਕੇ ਮਸ਼ਰੂਫੀਅਤ ਅੱਜ ਉਹਨਾਂ ਦੀ ਕੋਈ ਪਰਮਾਤਮਾ ਚੜ੍ਹਦੀ ਕਲਾ ਰੱਖੇ ਜੀ, ਮੇਰੀ ਸਿਹਤ ਨੂੰ ਤੰਦਰੁਸਤੀ ਠੀਕ ਹੈ, ਉਦਾਂ ਕੋਈ ਦਿੱਕਤ ਨਹੀਂ, ਟਰੈਵਲ ਕਰ ਰਹੇ ਨੇ, ਕੁਆਲਿਟੀ ਦੀ ਪ੍ਰੋਬਲਮ ਸੀ। ਰੂਹ ਖੁਸ਼ ਕਰਤੀ ਜੀ, ਬਰਾਤੀ ਪ੍ਰੋਗਰਾਮ ਕਰ ਲੋ ਸਟਾਰਟ, ਮੇਰਾ ਬਹੁਤ ਪਿਆਰ ਸਹੂਲਤਾਂ ਦੇ ਥੱਕੇ ਪਏ ਆ ਜੀ ਬਿਲਕੁਲ। ਨਹੀਂ ਕਰਦੇ ਹਾਂ ਸ਼ੁਰੂ ਥੈਂਕ ਯੂ। ਹਾਂ ਥੋੜਾ ਬਹੁਤ ਮਿਹਰਬਾਨੀ, ਥੈਂਕ ਯੂ ਮਨੂ ਕੇ ਸਰ। ਕੈਪਟਨ ਆ ਗਿਆ, ਪੰਜਾਬ ਦੇ ਕੈਪਟਨ ਭਗਵੰਤ ਮਾਨ ਹੀ ਕਵਾਂਗੇ ਹੁਣ। ਸੀਐਮ ਦਾ ਜਿਹੜਾ ਮੰਤਰੀ ਮੰਡਲ ਉਹ ਕੱਲ ਨੂੰ ਸਹੁੰ ਚੁੱਕੇਗਾ, ਜਿਸ ਦੇ ਵਿੱਚ ਜਿਹੜੇ ਲੋਕ ਸ਼ਾਮਲ ਕੀਤੇ ਗਏ ਨੇ, ਮਸਲਨ ਉਹਦੇ ਚ ਹਰਪਾਲ ਸਿੰਘ ਚੀਮਾ ਦਿੜਬਾ ਤੋਂ, ਡਾਕਟਰ ਬਲਜੀਤ ਕੌਰ ਹੈ, ਇਹ ਪ੍ਰੋਫੈਸਰ ਸਾਧੂ ਸਿੰਘ ਨੇ ਫਰੀਦਕੋਟ ਵਾਲੇ ਸਾਬਕਾ MP, ਉਹਨਾਂ ਦੀ ਬੇਟੀ ਹੈ, ਡਾਕਟਰ ਨੇ। ਇਸੇ ਤਰ੍ਹਾਂ ਹਰਭਜਨ ਸਿੰਘ ETO ਨੇ ਸਾਬਕਾ ਜੰਡਿਆਲੇ ਤੋਂ, ਇਹਨਾਂ ਨੂੰ ਕੈਬਨਿਟ ਦੇ ਵਿੱਚ ਲਿਆ ਗਿਆ। ਡਾਕਟਰ ਵਿਜੇ ਸਿੰਗਲਾ ਲੈ ਗਏ ਨੇ, ਡਾਕਟਰ ਸ਼੍ਰੀ ਲਾਲਚੰਦ ਹੋਰਾਂ ਨੂੰ ਲਿਆ ਗਿਆ ਭੋਆ ਤੋਂ, ਤੇ ਇਸੇ ਤਰ੍ਹਾਂ ਮੀਤ ਹੇਰ ਹੈ, ਗੁਰਮੀਤ ਸਿੰਘ ਮੀਤ ਹੇਰ ਬਰਨਾਲਾ ਤੋਂ ਨੇ, ਤੇ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਤੋਂ, ਮਾਝੇ ਤੋਂ, ਲਾਲਜੀਤ ਸਿੰਘ ਭੁੱਲਰ ਨੇ ਪੱਟੀ ਤੋਂ, ਤੇ ਇਸੇ ਤਰ੍ਹਾਂ ਜਿਹੜੇ ਨੇ ਆਪਣਾ ਹਰਜੋਤ ਸਿੰਘ ਬੈਂਸ ਅਨੰਦਪੁਰ ਸਾਹਿਬ ਸੀਟ ਤੋਂ ਨੇ। ਹੁਸ਼ਿਆਰਪੁਰ ਤੋਂ ਮਿਸਟਰ ਜਿੰਪਾ, ਨਾਂ ਉਹਨਾਂ ਦਾ ਜਿੰਪਾ ਨੂੰ ਲਿਆ ਗਿਆ ਕੈਬਨਿਟ ਦੇ ਵਿੱਚ। ਤੇ ਇਸ ਕੈਬਨਿਟ ਦੇ ਵਿੱਚ ਇਹ 10 ਚਿਹਰੇ ਭਗਵੰਤ ਮਾਨ ਹੋਰਾਂ ਨੇ ਸ਼ਾਮਲ ਕੀਤੇ ਨੇ, ਪਰ ਉਹ ਜਿਹੜੇ ਫਿਲਹਾਲ ਜਿਨ੍ਹਾਂ ਤੇ ਕਿਆਸ ਰਾਈਆਂ ਸੀ ਕਿ ਇਹਨਾਂ ਨੂੰ ਲਿਆ ਜਾਏਗਾ, ਉਹ ਨਹੀਂ। ਕਈ ਚਿਹਰੇ ਨੇ ਜਿਹੜੇ ਕਿਆਸ ਨਹੀਂ ਸੀ ਕੀਤੇ, ਉਹ ਸ਼ਾਇਦ ਲੈ ਗਏ ਨੇ, ਤੇ ਜਿਹੜੇ ਕਿਆਸ ਕੀਤੇ ਗਏ ਸੀ ਉਹ ਇਸ ਦੇ ਵਿੱਚ ਨਹੀਂ ਲੈ ਗਏ। ਤੇ ਇਸ ਮੁਤਲਕ ਹੁਣ ਦੇਖਣਾ ਹੋਏਗਾ ਕਿ ਬਾਕੀਆਂ ਨੂੰ ਕਦੋਂ ਮੌਕਾ ਇਸ ਵਜ਼ਾਰਤ ਦੇ ਵਿੱਚ ਮਿਲਦਾ ਹੈ। ਇਹ 10 ਮੈਂਬਰੀ ਕੈਬਨਿਟ ਹਰਪਾਲ ਸਿੰਘ ਚੀਮਾ, ਡਾਕਟਰ ਬਲਜੀਤ ਕੌਰ ਲੈ ਗਏ ਨੇ, ਇਸੇ ਤਰ੍ਹਾਂ ਹਰਭਜਨ ਸਿੰਘ ETO ਜੰਡਿਆਲਾ ਤੋਂ ਲੈ ਗਏ ਨੇ, ਤੇ ਮਾਨਸਾ ਤੋਂ ਡਾਕਟਰ ਵਿਜੇ ਸਿੰਗਲਾ ਇਹਨਾਂ ਨੂੰ ਲਿਆ ਗਿਆ। ਇਸ ਤੋਂ ਇਲਾਵਾ ਲਾਲਚੰਦ ਹੋਰੀ ਨੇ ਭੋਆ ਸੀਟ ਤੋਂ, ਇਹਨਾਂ ਨੂੰ ਵੀ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ, ਅਤੇ ਗੁਰਮੀਤ ਸਿੰਘ ਮੀਤ ਹੇਰ ਬਰਨਾਲਾ ਤੋਂ, ਇਹਨਾਂ ਨੂੰ ਵੀ ਕੈਬਨਿਟ ਦੇ ਵਿੱਚ ਜਿਹੜਾ ਲਿਆ ਗਿਆ। ਇਸ ਦੇ ਨਾਲ ਡਾਕਟਰ ਕੁਲਦੀਪ ਸਿੰਘ ਧਾਲੀਵਾਲ ਇਹ ਸ਼ਾਮਲ ਕੀਤੇ ਗਏ ਨੇ ਭਗਵੰਤ ਮਾਨ ਹੋਰਾਂ ਦੇ ਕੈਬਨਿਟ ਦੇ ਵਿੱਚ। ਲਾਲਜੀਤ ਸਿੰਘ ਭੁੱਲਰ, ਹਰਜੋਤ ਬੈਂਸ ਲੈ ਗਏ ਨੇ ਅਨੰਦਪੁਰ ਸਾਹਿਬ ਹਲਕੇ ਤੋਂ। ਤੇ ਇਹ 10 ਮੈਂਬਰੀ ਕੈਬਨਿਟ ਦੇ ਵਿੱਚ ਅੱਗੇ ਵੀ ਇਸ ਦੇ ਵਿੱਚ ਵੈਸੇ ਤਾਂ ਹੌਲੀ ਹੌਲੀ ਵਾਧਾ ਕੀਤਾ ਜਾਣਾ। ਇਸੇ ਤਰ੍ਹਾਂ ਡਾਕਟਰ ਸ਼੍ਰੀ ਬੀ ਸ਼ੰਕਰ ਜਿੰਪਾ ਹੁਸ਼ਿਆਰਪੁਰ ਤੋਂ, ਇਹ ਕੈਬਨਿਟ ਦੇ ਵਿੱਚ ਫਿਲਹਾਲ ਇੱਕ ਬੀਬੀ, 4 ਸਰਦਾਰ, 5 ਸਰਦਾਰ, ਤੇ ਬਾਕੀ ਮੀਤ ਹੇਰ ਵੀ ਸਰਦਾਰਾਂ 'ਚ ਤਾਂ ਦਸਤਾਰਧਾਰੀਆਂ 'ਚ ਤਾਂ ਨਹੀਂ ਆਉਂਦੇ, ਕਦੇ ਕਦੇ ਆਉਂਦੇ ਆ। ਤੇ ਇਹ ਰਲੀ ਮਿਲੀ 10 ਮੈਂਬਰੀ ਫਿਲਹਾਲ ਕੈਬਨਿਟ ਹੈ, ਤੇ ਜਿਸ ਦੇ ਵਿੱਚ ਹੁਣ ਵੇਖਣਾ ਹੋਏਗਾ। ਹੁਣ ਸਵਾਲ ਖੜੇ ਹੋਣ ਲੱਗ ਪਏ ਨੇ ਕਿ ਇਹਦੇ ਤੇ ਇਹ ਕਈ ਸਵਾਲ ਖੜੇ ਇਸ ਦੇ ਵਿੱਚ ਹੋਏ ਨੇ। ਵੈਸੇ ਬਰਜਿੰਦਰ ਕੌਰ ਸੀ, ਹੋ ਸਕਦਾ ਜਿਵੇਂ ਸਪੀਕਰ ਦਾ ਉਹਦਾ ਉਹ ਕਿਹਨੂੰ ਦਿੱਤਾ ਜਾਂਦਾ, ਇਹ ਵੇਖਣਾ ਹੋਏਗਾ। ਖੈਰ, ਚੇਤਰ ਮਹੀਨੇ ਤੇ ਵੀ ਆਪਾਂ ਚਰਚਾ ਕਰਦੇ ਹਾਂ, ਨਾਲ ਚੇਤਰ ਮਹੀਨੇ ਦਾ ਵਿਰਾਸਤੀ ਤੇ ਦੂਸਰਾ ਪੱਖ ਕੀ ਹੈ ਉਸ ਤੇ ਗੱਲਬਾਤ ਕਰਾਂਗੇ। ਜੀ ਲਓ ਦੋਸਤੋ, ਚੇਤਰ ਮਹੀਨੇ ਦੀ ਜਿਹੜੀ ਵਿਰਾਸਤ ਹੈ ਉਸ ਤੇ ਚਰਚਾ ਕਰਨਾ ਕਿ ਹੋਰ ਮਹੀਨਿਆਂ ਵਾਂਗ ਇਹ ਚੇਤਰ ਮਹੀਨਾ ਵੀ ਬਹੁਤ ਕੁਝ ਜਿਹੜਾ ਸਾਨੂੰ ਚੇਤੇ ਕਰਵਾ ਜਾਂਦਾ ਹੈ। ਹੋਲਾ ਨਾਲ ਜੁੜਿਆ ਤਿਉਹਾਰ ਵੀ ਹੈ, ਤੇ ਹੋਲੀ ਸ਼੍ਰੀ ਕ੍ਰਿਸ਼ਨ ਜੀ ਦੇ ਨਾਲ ਜੁੜਿਆ ਤਿਉਹਾਰ ਵੀ ਹੈ, ਰਾਧਾ ਕ੍ਰਿਸ਼ਨ ਦੀਆਂ ਰਾਸ ਲੀਲਾਵਾਂ ਦਾ ਤਿਉਹਾਰ ਵੀ ਹੈ। ਤੇ ਇਸ ਤੋਂ ਇਲਾਵਾ ਚੇਤਰ ਮਹੀਨਾ ਹੋਰ ਮਹੀਨਿਆਂ ਵਾਂਗ ਦੋ ਮੁਖੀਆ ਅਖਵਾ ਸਕਦਾ ਹੈ।
ਇਸ ਨੂੰ ਫੱਗਣ ਚੇਤਰ ਦਾ ਜੋਟਾ ਵੀ ਬਣਾਇਆ ਜਾਂਦਾ ਤੇ ਚੇਤ ਵਿਸਾਖ ਦਾ ਵੀ, ਕਿਉਂਕਿ ਸੁਭਾਅ ਇਸ ਦਾ ਫੱਗਣ ਦੇ ਨਾਲ ਮੇਲ ਖਾਂਦਾ ਤੇ ਵਿਸਾਖ ਨਾਲ ਵੀ। ਸਰਦੀਆਂ ਦੇ ਮੌਸਮ ਤੋਂ ਬਾਅਦ ਜੋ ਬਹਾਰ ਫੱਗਣ ਦੇ ਵਿੱਚ ਭਰ ਜੋਬਨ ਹੁੰਦੀ ਹੈ ਉਹ ਇਸ ਮਹੀਨੇ ਪੂਰੇ ਵਿਸਮਾਤ ਤੇ ਪੂਰੇ ਜਲਾਅ ਤੇ ਹੁੰਦੀ ਹੈ, ਕਿਉਂਕਿ ਵਿਸਾਖ ਦੀ ਗਰਮੀ ਤੋਂ ਜਿਸ ਤਰ੍ਹਾਂ ਸ਼ੁਰੂਆਤ ਕਰਕੇ ਜਿਹੜਾ ਜਾਣਿਆ ਜਾਂਦਾ ਅੰਗਰੇਜ਼ੀ ਮਹੀਨਿਆਂ ਦੇ ਹਿਸਾਬ ਦੇ ਨਾਲ ਚੇਤਰ ਮਹੀਨਾ 13 ਜਾਂ 14 ਮਾਰਚ ਤੋਂ ਸ਼ੁਰੂ ਹੋ ਕੇ 12-13 ਅਪ੍ਰੈਲ ਤੱਕ ਚੱਲਦਾ ਹੈ। ਚੇਤਰ ਦੀ ਜਿਹੜੀ ਸੰਗਰਾਂਦ ਹੈ ਉਹ ਤਕਰੀਬਨ ਚੇਤਰ ਦੀ ਸੰਗਰਾਂਦ ਤੱਕ ਦਿਨ ਰਾਤ ਦਾ ਜਿਹੜਾ ਵੱਡੇ ਤੇ ਛੋਟੇ ਦਾ ਅੰਤਰ ਹੁੰਦਾ ਉਹ ਤਕਰੀਬਨ ਬਰਾਬਰ ਹੋ ਜਾਂਦਾ ਹੈ। ਤੇ ਭਾਵੇਂ ਕਿ ਪੰਜਾਬੀਆਂ ਦੇ ਕੈਲੰਡਰ ਮੁਤਾਬਕ ਇਹ ਪਹਿਲਾ ਮਹੀਨਾ ਚੇਤ ਹਨਾ, ਜਿਸ ਤਰ੍ਹਾਂ ਚੇਤ ਵਿਸਾਖ ਜੇਠ ਹਾੜ ਸੌਣ ਭਾਦੋਂ ਅੱਸੂ ਕੱਤਾ ਮਗਰ ਪੋਹ ਮਾਘ ਫੱਗਣ, ਤੇ ਇਸ ਦੇ ਵਿੱਚ ਕਿਉਂਕਿ ਭਾਵੇਂ ਕਿ ਇਸ ਮਹੀਨੇ ਕੋਈ ਵਿਸ਼ੇਸ਼ ਤਿਉਹਾਰ ਜਾਂ ਵਿਹਾਰ ਜੁੜਿਆ ਨਜ਼ਰ ਨਹੀਂ ਆਉਂਦਾ, ਇਸ ਤੋਂ ਅਗਲੇ ਮਹੀਨੇ ਵਿਸਾਖ ਦੇ ਨਾਲ ਵਿਸਾਖੀ ਦਾ ਤਿਉਹਾਰ ਜੁੜਿਆ ਹੋਣ ਕਰਕੇ ਉਹਦਾ ਬਹੁਤੀ ਵਾਰੀ ਇਹ ਭੁਲੇਖਾ ਪੈਂਦਾ ਜਿਵੇਂ ਕਿ ਸਾਲ ਦਾ ਪਹਿਲਾ ਮਹੀਨਾ ਵਿਸਾਖ ਹੋਵੇ, ਕਿਉਂਕਿ ਸਿੱਖਾਂ ਦੇ ਨਾਲ ਇਹ ਉਚੇਚਾ ਜੁੜਿਆ ਵਿਸਾਖ ਵਿਸਾਖੀ, ਤੇ ਇਸ ਕਰਕੇ ਲੋਕ ਕਈ ਵਾਰੀ ਇਹ ਸਮਝਦੇ ਨੇ ਕਿ ਸ਼ਾਇਦ ਵਿਸਾਖ ਤੋਂ ਹੀ ਦੇਸੀ ਮਹੀਨਿਆਂ ਦੀ ਸ਼ੁਰੂਆਤ ਹੁੰਦੀ ਹੈ। ਇਦਾਂ ਨਹੀਂ, ਚੇਤਰ ਤੋਂ ਅਸਲ ਦੇ ਵਿੱਚ, ਕਿਉਂਕਿ ਇਹ ਚੇਤਰ ਜਿਹੜਾ ਹੈਗਾ ਇਹ ਸਾਰੇ ਮਹੀਨੇ ਵਿੱਚ ਤਾਂ ਜੇ ਤੁਸੀਂ ਵਾਰ ਐਤਵਾਰ ਨੂੰ ਵੀ ਵੇਖਿਆ ਜਾਵੇ, ਵੀਰਵਾਰ ਨੂੰ ਬੁੱਧਵਾਰ ਨੂੰ, ਇਹ ਗ੍ਰਹਿਾਂ ਨਕਸ਼ਤਰਾਂ ਨਾਲ ਸੰਬੰਧਿਤ ਨੇ। ਇਸ ਤਰ੍ਹਾਂ ਜਿਹੜਾ ਚੇਤ ਜਿਹੜਾ ਜਾਂ ਚੇਤਰ ਇਹ ਚਿਤਰਾ ਨਕਸ਼ਤਰ ਦੀ ਪੂਰਨਮਾਸੀ ਦੇ ਨਾਂ ਕਰਕੇ ਇਸ ਦਾ ਨਾਂ ਜਿਹੜਾ ਪਿਆ, ਇਸ ਨੂੰ ਚੇਤ ਚੈਤਰ ਵੀ ਕਿਹਾ ਜਾਂਦਾ ਜਾਂ ਚੇਤ ਵੀ ਕਿਹਾ ਜਾਂਦਾ ਆਮ ਪੰਜਾਬੀਆਂ 'ਚ। ਤੇ ਇਹ ਜਿਹੜਾ ਨਛੱਤਰ ਚਿਤਰਾ ਆ ਉਸ ਦੇ ਨਾਂ ਤੋਂ ਇਸ ਦੀ ਸ਼ੁਰੂਆਤ ਹੋਈ ਮੰਨੀ ਜਾਂਦੀ ਹੈ, ਕਿਉਂਕਿ ਮੂਲ ਤੌਰ ਤੇ ਜਿਹੜਾ ਸਾਡੀ ਭਾਰਤ ਦੀ ਵਿਰਾਸਤ ਹੈ ਉਸ ਦੇ ਨਾਲ ਇਹ ਸਾਰੇ ਅੱਗੇ ਅੱਗੇ ਨਾਂ ਦਿਨਾਂ ਦੇ ਮਹੀਨਿਆਂ ਦੇ ਜੁੜੇ ਨੇ। ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਦਰਖਤਾਂ ਦੇ ਬਨਸਪਤ ਦੇ ਨਾਂ ਵੀ ਇਸੇ ਤਰ੍ਹਾਂ ਜਿਹੜੇ ਨੇ ਜੁੜੇ ਨੇ। ਇਸ ਸਿਲਸਿਲੇ ਵਿੱਚ ਦੇਸੀ ਮਹੀਨਿਆਂ ਦੇ ਵਿੱਚ ਇਹ ਮਤਲਬ ਪਹਿਲਾ ਮਹੀਨਾ ਜਿਹੜਾ ਜੁੜਿਆ ਮੰਨਿਆ ਜਾਂਦਾ ਹੈ, ਤੇ ਇਸ ਦੌਰਾਨ ਮੌਸਮੀ ਤਬਦੀਲੀਆਂ ਨੇ ਜਿਹੜੀਆਂ ਬਹੁਤ ਇਸ ਦੇ ਨਾਲ ਜੁੜੀਆਂ ਹੋਈਆਂ ਨੇ। ਖਾਸ ਕਰਕੇ ਜਿਵੇਂ ਚੜ੍ਹਦੇ ਚੇਤਰ ਗਿਆ ਨੌਕਰੀ ਲੰਘ ਗਿਆ ਮਹੀਨਾ ਜੇਠ ਵੇ ਤੂੰ ਫੌਜੀ ਕਾਹਦਾ ਘੋੜਾ ਨਾ ਤੇਰੇ ਹੇਠ ਵੇ। ਤੇ ਕਿਉਂਕਿ ਚੇਤਰ ਮਹੀਨਾ ਕਈ ਪੱਖਾਂ ਤੋਂ ਬਹੁਤ ਸਹਿਜ ਵਾਲਾ ਮਹੀਨਾ, ਮੌਸਮ ਪੱਖੋਂ ਵੀ ਤੇ ਮਾਨਵੀ ਗਤੀਵਿਧੀਆਂ ਪੱਖੋਂ ਵੀ, ਇਸ ਦਾ ਪਹਿਲਾ ਜਿਹੜਾ ਅੱਧ ਹੈ ਚੇਤਰ ਦਾ ਉਹ ਬਹੁਤ ਸੋਹਣਾ ਸੁਹਾਵਣਾ ਹੁੰਦਾ ਹੈ। ਤੇ ਕਿਉਂਕਿ ਪੁਰਾਤਨ ਪੰਜਾਬ ਦੇ ਵਿੱਚ ਭਾਵੇਂ ਇਹਨਾਂ ਸਮਿਆਂ ਦੇ ਦੌਰਾਨ ਲੋਕ ਵਿਹੜਿਆਂ 'ਚ ਸੌਣਾ ਸ਼ੁਰੂ ਕਰ ਦਿੰਦੇ ਸੀ, ਹਲਕੀ ਹਲਕੀ ਤਰੇਲ ਪੈਂਦੀ ਸੀ, ਤੇ ਸ਼ਾਮ ਨੂੰ ਵੀ ਤੁਸੀਂ 10-11 ਵਜੇ ਕਿਤੇ ਵੇਖੋ ਐਡੀ ਮਿੱਠੀ ਮਿੱਠੀ ਪੱਛੋਂ ਦੀ ਹਵਾ ਆਉਂਦੀ ਹੈ ਜਿਹੜੀ ਬਾਅਦ ਦੇ ਵਿੱਚ ਲੋ ਬਣ ਜਾਂਦੀ ਹੈ ਤੇ ਲੂ ਸੁੱਟਦੀ ਹੈ। ਤੇ ਇਸ ਕਰਕੇ ਚੇਤਰ ਮਹੀਨੇ ਜਿਹੜੀ ਹੈ ਉਹ ਗਰਮਾਇਸ਼ ਖਾਸ ਕਰਕੇ 10-11 ਵਜੇ ਤੋਂ ਬਾਅਦ ਬਹੁਤ ਤਿੱਖਾ ਜਿਹੜਾ ਸੂਰਜ ਦੀ ਤਪਸ਼ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ। ਸੋ ਇਹ ਜਿਹੜੇ ਜਿਸ ਤਰ੍ਹਾਂ 12 ਮਾਹ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਫਰਮਾਏ ਨੇ ਕਿ ਰੁੱਤ ਸਰਸ ਬਸੰਤ ਮਾਹ ਚੇਤ ਵਿਸਾਖ ਸੁਖ ਮਾਸ ਜਿਓ, ਹਰ ਜਿਉ ਨਾ ਮਿਲਿਆ ਮੌਲਿਆ ਤਨ ਮਨ ਤਨ ਸਾਸ ਜਿਓ। ਕਿਉਂਕਿ ਜਿਹੜੀ ਸਰਦੀ ਹੈ ਉਸ ਦਾ ਜਿਹੜਾ ਮੱਠਾ ਮੱਠਾ ਨਿੱਘ ਫੱਗਣ ਦੇ ਵਿੱਚ ਸ਼ੁਰੂ ਹੁੰਦਾ ਹੈ, ਪਰ ਚੇਤਰ ਦੇ ਵਿੱਚ ਇਹ ਜਿਹੜੇ ਫੁੱਲ ਬੂਟੇ ਪੂਰੇ ਜੋਬਨ ਤੇ ਹੁੰਦੇ ਨੇ, ਤੇ ਜਿਹੜੀ ਬਨਸਪਤੀ ਹੈ ਉਹ ਵੀ ਮੌਲਦੀ ਹੈ, ਤੇ ਜਿਹੜੇ ਜੀਵ ਜੰਤੂ ਨੇ ਉਹ ਵੀ ਜਿਹੜੀਆਂ ਸਖਤ ਠੰਡਾਂ ਦੀ ਜਿਹੜੀ ਕੜੀਆਂ 'ਚ ਜਕੜੇ ਹੁੰਦੇ ਨੇ ਉਹ ਵੀ ਆਪਣੇ ਆਪ ਨੂੰ ਫਲ ਜਿਹੜੇ ਨੇ ਉਹ ਪੁੰਗਰਨ ਸ਼ੁਰੂ ਹੁੰਦੇ ਨੇ, ਖਾਸ ਕਰਕੇ ਫੱਗਣ ਚੇਤ ਦੇ ਵਿੱਚ। ਤੇ ਖਾਸ ਤੌਰ ਤੇ ਜਿਵੇਂ ਤੁਸੀਂ ਇਹਨੀ ਦਿਨੀ ਵੇਖੋ ਜਿਹੜੇ ਕਾਸ਼ਨੀ ਫੁੱਲ ਡੇਕਾਂ ਨੂੰ ਪੈਂਦੇ ਨੇ, ਧਰੇਕਾਂ ਨੂੰ ਪੈਂਦੇ ਨੇ, ਹਰੀਏ ਡੇਕੇ ਫੁੱਲ ਦੇ ਦੇ ਮੈਂ ਜਾਣਾ ਪੇਕੇ। ਇਹ ਵੀ ਇੱਕ ਲੋਕ ਗੀਤ ਨੇ, ਕਿੰਨੇ ਸੋਹਣੇ ਤੁਸੀਂ ਵੇਖੋ ਕਿ ਬਹੁਤ ਸਾਰੇ ਜਿਹੜੀਆਂ ਡੇਕਾਂ ਨੇ ਜਾਂ ਧਰੇਕਾਂ ਨੇ, ਡੇਕ ਦੇ ਜਿਹੜੇ ਦਰਖਤ ਨੇ ਉਹ ਐਨ ਕਾਸ਼ਨੀ ਫੁੱਲਾਂ ਦੇ ਨਾਲ ਲੱਦੇ ਹੁੰਦੇ ਨੇ। ਇੱਕ ਪਾਸੇ ਤੁਸੀਂ ਵੇਖੋ ਕਿ ਅੰਬੀਆਂ ਨੂੰ ਕਿੰਨਾ ਬੂਰ ਪੈਂਦਾ, ਕੋਹਲਾਂ ਦੀ ਆਮਦ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਨਾ। ਇਸ ਤੋਂ ਇਲਾਵਾ ਬਨਸਪਤੀ ਖਾਸ ਕਰਕੇ ਫਲਾਂ ਫੁੱਲਾਂ ਦੇ ਵਿੱਚ ਵੀ ਜਿਹੜਾ ਜਿਵੇਂ ਦੁਆਬੇ ਵਾਲੇ ਤਾਂ ਇਹਨੂੰ ਫੁਲਾਕਾ ਕਹਿੰਦੇ ਆ, ਮੇਰਾ ਖਿਆਲ ਆ, ਮੈਨੂੰ ਯਾਦ ਨਹੀਂ ਨਾ ਕਿ ਫੁਲਾਰਾ ਪਿਆ ਜਾਂ ਫੁਲਾਕਾ ਪਿਆ। ਤੇ ਇਹ ਚੇਤ ਮਹੀਨੇ ਦੇ ਦੌਰਾਨ ਬਹੁਤ ਵਧਿਆ ਹੁੰਦਾ ਹੈ।
ਖਾਸ ਕਰਕੇ ਹਰਿਆਵਲ ਦੇ ਨਾਲ ਜਿਹੜੀ ਬਹਾਰ ਜਦੋਂ ਆਉਂਦੀ ਹੈ ਤੇ ਜੀਵ ਜੰਤੂਆਂ ਦੀ ਜਿਹੜੀ ਜ਼ਿੰਦਗੀ, ਖਾਸ ਕਰਕੇ ਤੁਸੀਂ ਵੇਖੋ ਕਣਕਾਂ ਦੇ ਖੇਤਾਂ ਦੇ ਕੋਲੋਂ ਜਦੋਂ ਲੰਘਦੇ ਆ ਜਿਹੜੇ ਲੋਕ ਬਾਈਕ ਤੇ ਜਾਂਦੇ ਨੇ, ਕੋਈ ਮੱਛਰੀ ਜੀ ਬਹੁਤ ਪੈਦਾ ਹੋ ਜਾਂਦੀ ਹੈ। ਖਾਸ ਕਰਕੇ ਉਹ ਅੱਖਾਂ 'ਚ ਪੈਂਦੀ ਹੈ ਜਾਂ ਜਿਨ੍ਹਾਂ ਦੇ ਦਾੜੀ ਰੱਖੀ ਹੁੰਦੀ ਹੈ ਉਸ 'ਚ ਬਹੁਤ ਫਸਦੀ ਹੈ। ਅੱਜ ਕੱਲ੍ਹ ਤਾਂ ਲੋਕ ਉਹ ਜਾਲੀ ਬੰਨਣ ਲੱਗ ਪਏ ਨੇ ਮੱਛਰਦਾਨੀ ਵਾਲੀ ਫੇਸ ਤੇ, ਖਾਸ ਕਰਕੇ ਬਾਈਕ ਚਲਾਉਣ ਦੇ ਵਕਤ। ਵੈਸੇ ਉਹ ਬਹੁਤ ਖਤਰਨਾਕ ਹੁੰਦਾ ਹੈ। ਉਹ ਇੱਕ ਦੋ ਸੱਜਣਾਂ ਨੂੰ ਮੈਂ ਪਰਸਨਲੀ ਜਾਣਦਾ ਜਿਨ੍ਹਾਂ ਦੇ ਉਹ ਭੁੰਡੀ ਅੱਖ 'ਚ ਪਈ ਸੀ ਕਿ ਉਹ ਇੰਨੀ ਜ਼ਹਿਰੀਲੀ ਹੁੰਦੀ ਹੈ। ਉਹ ਕਾਰਨ ਪਤਾ ਨਹੀਂ ਕੀ ਹੈ ਕਿ ਉਹ ਨਿਗਾਹ ਜਾਂਦੀ ਰਹੀ। ਤੇ ਇਹਦੇ ਵਿੱਚ ਬਹੁਤ ਮਤਲਬ ਜ਼ਹਿਰੀ ਮਾਦਾ ਹੁੰਦਾ ਸ਼ਾਇਦ ਕੋਈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਵੀ 12ਵਾਂ ਤੁਖਾਰੀ ਦੇ ਵਿੱਚ ਇਸ ਮਹੀਨੇ ਦੇ ਮੁਤਲਕ ਲਿਖਿਆ, ਚੇਤ ਮਹੀਨੇ ਦੇ ਮੁਤਲਕ, ਕਿ ਚੇਤ ਬਸੰਤ ਭਲਾ ਭਵਰ ਸੁਹਾਵੜੇ ਬਨ ਫੂਲੇ ਮੰਝ ਬਾਰ ਮੈਂ ਪਿਰ ਘਰ ਬਾਹੜੇ। ਪਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ ਬਿਰਹਾ ਵਿਰੋਧ ਧਨ ਛੀਜੈ। ਕੋਕਲ, ਕੋਇਲ ਨੂੰ ਕਿਹਾ ਗਿਆ ਕੋਕਲ, ਕੋਕਲ ਅੰਬ ਸੁਹਾਵੀ ਬੋਲੇ ਕਿਉਂ ਦੁਖ ਅੰਕ ਸਹੀਜੈ। ਭਵਰਾ ਭਵੰਤਾ ਭਵਰ ਭਵੰਤਾ ਫੂਲੀ ਡਾਲੀ ਕਿਉਂ ਜੀਵਾ ਮਰ ਜਾਏ। ਨਾਨਕ ਚੇਤ ਸਹਿਜ ਸੁਖ ਪਾਵੇ ਜੇ ਹਰ ਵਰ ਘਰ ਧਨ ਪਾਵੇ। ਸੋ ਜਿਵੇਂ ਚੇਤ ਦਾ ਸੰਬੰਧ ਬਨ ਫੂਲੇ ਦੇ ਨਾਲ ਹੈ, ਭਵਰ ਸੁਹਾਵੜੇ ਦੇ ਨਾਲ ਹੈ, ਫੁੱਲ ਡਾਲੀ ਦੇ ਨਾਲ ਹੈ, ਕੋਕਿਲ ਅੰਬ ਸੁਹਾਵੀ ਬੋਲੇ ਦੇ ਨਾਲ ਹੈ, ਉੱਥੇ ਇਹ ਮਹੀਨਾ ਮਹਿਕਾਂ ਸੁਗੰਧੀਆਂ ਵੀ ਬਖੇਰਦਾ। ਤੇ ਇਸ ਕਰਕੇ ਚੇਤ ਹਮੇਸ਼ਾ ਸਾਡੇ ਮਨ ਨੂੰ ਜਿਹੜੀਆਂ ਜਿੱਥੇ ਨਵੀਆਂ ਚਿਣਗਾਂ ਲਾਉਂਦਾ ਹੈ ਮੇਲ ਮਿਲਾਪ ਦੀਆਂ ਤੇ ਹੋਰ ਬੜੀਆਂ ਜਿਹੜੀਆਂ ਤਰੰਗਾਂ ਸਰੀਰਾਂ ਦੇ ਵਿੱਚ ਛੇੜਦਾ ਤੇ ਇਸ ਦੇ ਨਾਲ ਜਿਵੇਂ ਮਨ ਖਿੜਦਾ, ਉਦਾਸੀਆਂ ਦੂਰ ਹੁੰਦੀਆਂ ਨੇ। ਤੇ ਕਈ ਸ਼ਾਇਰਾਂ ਨੇ ਵੀ ਜਿਵੇਂ ਲਿਖਿਆ ਕਿ ਇਹ ਦਿਨ ਕਿਹੇ ਆਏ ਨਹੀਂ ਜਿੰਦੇ, ਸ਼ਾਇਦ ਅੰਮ੍ਰਿਤਾ ਪ੍ਰੀਤਮ ਦੀਆਂ ਸਤਰਾਂ ਨੇ, ਇਹ ਕਿਹੇ ਦਿਨ ਆਏ ਨਹੀਂ ਜਿੰਦੇ, ਇਹ ਕਿਹੇ ਦਿਨ ਆਏ ਗਲ ਮਹਿਕਾਂ ਦੀ ਪਾ ਕੇ ਗਾਨੀ ਚੇਤਰ ਟੁਰਿਆ ਜਾਏ ਨਹੀਂ ਜਿੰਦੇ। ਇਹਦੇ ਬਾਰੇ ਡਾਕਟਰ ਆਸਾ ਸਿੰਘ ਘੁੰਮਣ ਹੋਰਾਂ ਨੇ ਬਹੁਤ ਸੋਹਣਾ ਪੰਜਾਬ ਦੀਆਂ ਰੁੱਤਾਂ ਦੇ ਮੁਤਲਕ ਲਿਖਿਆ, ਕਦੇ ਲੈ ਕੇ ਪੜ੍ਹੋ। ਉਹਨਾਂ ਦਾ ਜਿਵੇਂ ਦਸਤਾਰ ਤੇ ਬਹੁਤ ਸੋਹਣਾ ਕੰਮ ਹੈ ਪ੍ਰੋਫੈਸਰ ਡਾਕਟਰ ਆਸਾ ਸਿੰਘ ਘੁੰਮਣ ਹੋਰਾਂ ਦਾ। ਤੇ ਪ੍ਰੋਫੈਸਰ ਤਾਂ ਉਹ ਅੰਗਰੇਜ਼ੀ ਦੇ ਨੇ, ਪਰ ਪੰਜਾਬੀ ਭਾਸ਼ਾ ਦੇ ਵਿੱਚ ਜਿੰਨਾ ਉਹਨਾਂ ਦੀ ਭਾਵੇਂ ਉਹ ਵਿਰਾਸਤ ਦੀ ਗੱਲ ਹੋਵੇ, ਲੋਕ ਬੋਲੀਆਂ ਦੀ ਗੱਲ ਹੋਵੇ, ਬਨਸਪਤੀ ਦੀ ਗੱਲ ਹੋਵੇ, ਬਹੁਤ ਸੋਹਣਾ ਕਾਰਜ ਉਹਨਾਂ ਨੇ ਕੀਤਾ। ਇਸੇ ਤਰ੍ਹਾਂ ਨੈਣ ਉਹਨਾਂ ਦੇ ਗਿੱਠ ਗਿੱਠ ਲੰਮੇ ਜਿਉਂ ਭੌਰਾਂ ਦੀਆਂ ਲੰਮੀਆਂ ਡਾਰਾਂ ਚੇਤ ਮਹੀਨੇ ਆਥਣ ਵੇਲੇ ਪੌਲੀ ਦੇ ਫੁੱਲਾਂ ਤੇ ਜੜੀਆਂ। ਤੁਸੀਂ ਵੇਖੋ ਕਿ ਜਿਹੜੀ ਉਹ ਪੌਲੀ ਤੇ ਖਾਸ ਕਰਕੇ ਉਹਨੂੰ ਆਪਣੇ ਮਾਲਵੇ 'ਚ ਕਾਂਗਿਆਰੀ ਕਹਿੰਦੇ ਆ, ਕਣਕ 'ਚ ਹੁੰਦੀ ਆ, ਜਦੋਂ ਸੁੱਕ ਜਾਂਦੀ ਆ ਚੁੱਭਦੀ ਬਹੁਤ ਆ, ਉਹਨੂੰ ਕਿੱਡੇ ਸੋਹਣੇ ਬਸੰਤੀ ਫੁੱਲ ਅੱਜ ਕੱਲ੍ਹ ਕਾਂਗਿਆਰੀ ਨੂੰ ਪਏ ਹੋਏ ਨੇ। ਤੇ ਇੱਕ ਪੱਖੋਂ ਦੇਖਿਆ ਜਾਵੇ ਕਿ ਇਹ ਜਿਹੜੇ ਪੰਜਾਬ ਦਾ ਦੇਸੀ ਸਾਲ ਬੜੇ ਪਿਆਰੇ ਮੌਸਮ ਨਾਲ ਸ਼ੁਰੂ ਹੁੰਦਾ ਤੇ ਬੜੇ ਪਿਆਰੇ ਮੌਸਮ ਨਾਲ ਸਿਰੇ ਚੜ੍ਹਦਾ। ਚੇਤਰ ਦਾ ਆਗਾਜ਼ ਤੇ ਫੱਗਣ ਦਾ ਅੰਜਾਮ, ਯਾਨੀ ਚੇਤਰ ਤੋਂ ਸ਼ੁਰੂਆਤ ਤੇ ਫੱਗਣ ਦੇ ਨਾਲ ਅਖੀਰ। ਮਸਲਨ ਪਹਿਲਾ ਮਹੀਨਾ ਜਿਹੜਾ ਚੇਤਰ ਹੈ ਉਹ ਵੀ ਬਾਕਮਾਲ ਤੇ ਜਿਹੜਾ ਆਖਰੀ ਮਹੀਨਾ ਫੱਗਣ ਉਹ ਵੀ ਬਾਕਮਾਲ। ਇਸ ਖਿੱਤੇ ਦੀ ਜੋ ਵਿਰਾਸਤ ਰਹੀ ਹੈ। ਹਾਲਾਂਕਿ ਬਾਅਦ ਦੇ ਵਿੱਚ ਹੁਨਾਲ ਸਿਆਲ ਬੜਾ ਤੰਗ ਕਰਦੇ ਨੇ, ਬਾਰਿਸ਼ਾਂ ਆਉਂਦੀਆਂ ਨੇ ਤੇ ਇਸ ਸੰਬੰਧੀ ਜਿਵੇਂ ਮੌਸਮੇ ਬਹਾਰ ਤਾਂ ਖਾਸ ਕਰਕੇ ਦਮਾਂ ਦਾ ਸਾਂਝੀ ਚੇਤੇ ਆਉਣਾ ਸੁਭਾਵਿਕ ਹੈ। ਕੋਈ ਬੋਲਵੇ ਮੁਖੋਂ ਬੋਲ ਸੱਜਣਾ ਸਾਂਵਲਿਆ, ਸਾਡੇ ਸਾਹਾਂ ਦੇ ਵਿੱਚ ਚਾਤਰ ਘੋਲਵੇ ਸੱਜਣਾ ਸਾਂਵਲਿਆ। ਤੇ ਅੰਮ੍ਰਿਤਾ ਪ੍ਰੀਤਮ ਨੇ ਬਹੁਤ ਜਿਹੜੀ ਕੁਦਰਤ ਨਾਲ ਜੁੜੀ ਪੋਇਟਰੀ ਹੈ ਉਸ ਨੂੰ ਰਚਿਆ। ਜੇ ਸਾਡੇ ਸਾਹੀਂ ਚੇਤਰ ਕੋਲੇ ਮੈਂ ਹਿਰਨੀ ਬਣ ਜਾਵਾਂ, ਰੂਪ ਤੇਰੇ ਦੇ ਸੰਘਣੇ ਬਾਗੀ ਚੁਗਣ ਸਗੰਧੀਆਂ ਆਵਾਂ। ਜੇ ਸਾਡੇ ਸਾਹੀਂ ਚੇਤਰ ਘੋਲੇ ਮੈਂ ਤਿਤਲੀ ਬਣ ਜਾਵਾਂ, ਬੂਰ ਬਿਰਹੋਂ ਦਾ ਅਕਲੋਂ ਮਹਿੰਗਾ ਦਰ ਦਰ ਵੰਡਣ ਜਾਵਾਂ। ਤੇ ਫੱਗਣ ਚੇਤਰ ਜਿਹੜੀ ਨਜ਼ਮ ਹੈ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਆ, ਉਹਦੇ ਵਿੱਚ ਲਿਖਿਆ ਕਿ ਪੂਰਬ ਚੁੱਲ੍ਹਾ ਬਾਲਿਆ ਫੂਕਾਂ ਮਾਰੇ ਪੌਣ, ਪੂਰਬ ਚੁੱਲ੍ਹਾ ਬਾਲਿਆ ਫੂਕਾਂ ਮਾਰੇ ਪੌਣ, ਸੱਭੇ ਧੁੰਦਾਂ ਹਿੱਲੀਆਂ ਜੋ ਧੂਏ ਚੱਕੀ ਧੌਣ, ਕਿਰਨਾਂ ਹੋਈਆਂ ਉੱਚੀਆਂ ਜੋ ਲਾਟਾਂ ਨਿਕਲ ਆਉਣ, ਸੂਰਜ ਧਰੀਆਂ ਹਾਂਡੀਆਂ ਧੁੱਪਾਂ ਗੁੱਧੀ ਤੌਣ, ਧਰਤੀ ਅੰਗਣ ਲਿਪਿਆ ਕੱਕਰ ਲੱਗੀ ਚੋਣ, ਉਸਰ ਆਈਆਂ ਪੈਲੀਆਂ ਜੋ ਮੂਹੜੇ ਲੱਗੀ ਡਾਉਣ। ਫੱਗਣ ਪੀੜਾ ਰਾਂਗਲਾ, ਫੱਗਣ ਪੀੜਾ ਰਾਂਗਲਾ ਚੇਤਰ ਕੱਸੀ ਦੌਣ, ਰੁੱਤ ਕਿਸੇ ਦੇ ਰਾਹ ਤੇ ਲੱਗੀ ਫੁੱਲ ਵਿਛਾਉਣ, ਛੇੜੀ ਹੇਕ ਬਹਾਰ ਨੇ ਸਰਗਮ ਹੋਈ ਪੌਣ, ਆ ਜਾ ਅੱਜ ਪਰਦੇਸੀਆ ਕੱਲ ਦੀ ਜਾਣੇ ਕੌਣ। ਸੋ ਉਹ ਆਪਣੇ ਮਹਿਬੂਬ ਨੂੰ ਸੱਦਾ
कि आजा अज परदेसिया ते कल दी जाने कौन। सो चेतर नां दी एक होर कविता, वैसे पोएट्री खास करके जे कह लीए रोमांटिक पोएट्री, इश्की अलज दी पोएट्री बहुत कमाल दी रची है अमृता प्रीतम ने। ते इस दौरान उन्हां दी एक चेतर कविता आ। वैसे पोएट्री दे विच जे तुसीं खास करके 12वां जां होर चीज़ां पढ़ो ते बड़े रंग ने, कदे सुणावांगे तुहानूं हौली हौली। अजे पंजाब दे पिंडां दा इतिहास भी तुहानूं सुणाउणा। चेतर कविता दे विच अमृता प्रीतम लिखदे ने कि सूरज कीती कांड सब तीले सांभ के अज फग्गण बद्धी पंड, ए भी गईयां 365 दिहाड़ा हंड के चेतर पाई आण के एक होर वरे दी गंढ। अज फेर विछोड़ा आखदा। बहुत सोहनी नज़म है, उस अंदाज मैं पढ़न की दोबारा कोशिश करदा कि सूरज कीती कांड सभे तीलां सांभ के अज फग्गण बद्धी पंड, एक भी गईयां ए भी गईयां 365 दिहाड़ा गंढ चेतर पाई आण के एक होर वरे दी गंढ। अज फेर विछोड़ा आखदा छेई रुत्तां छंड, सभे रुत्तां मेरियां मैं एक ना दित्ती वंड, मेरे सज्जण कीती कंड। असल दे विच इह जिहड़ा फग्गण ते चेत दा महीना सेहत लई बहुत गुणकारी है, सेहत वर्धक महीना, खाण पाण खास करके एक्सरसाइज दे वास्ते, काम काज वास्ते, सैर सपाटे वास्ते बहुत सोहना महीना ते खास करके तुसीं अपने आप नूं बड़ा हौला फुल महसूस करदे हो ते खुशबूआं मानण दे दिन हुंदे ने मनुखी शरीरां वास्ते। सज्जण तैंडियां गलोड़ियां दा चाऽ, सज्जण सानू तैंडियां गलोड़ियां हुंदियां गल्लां, सज्जण सानू तैंडियां गलोड़ियां दा, तैंडियां मैंडियां, मैंडियां मेरी नूं किहा जांदा, तैंडियां तेरी नूं किहा जांदा। सज्जण सानू तैंडियां गलोड़ियां दा चाऽ, तैंडियां गलोड़ियां गुड़े दियां रोड़ियां ज्यों चेतर दी वाह। खास करके शिव बटालवी बिरहा दा सुल्तान, इश्क मुश्क दी शायरी दा सिरा शिव कुमार बटालवी का जिहड़ा शिकरा है ना, वह भी चेतर महीने नूं अक्सर प्यार स्नेहा देण वालियां दे भावां लई वरतदा। नैणी ओहदे चेत दी आथण, मतलब चेत महीने दी शाम है जिहड़ी, नैणी ओहदे चेतर दी आथण अते जुल्फी सावण छाया, होठां दे विच कत्ते दा कोई द्यों चढ़ने ते आया। नी मैं वारी जां साहां दे विच फुੱਲ सोयां दे, सावां दे विच फुੱਲ सोयां दे, ਉਹ ਹੁੰਦੇ ਆ ਨਾ ਸੌਂਫ ਤੇ ਸੋਇਆਂ ਦੇ ਬਰੀਕ ਬਰੀਕ ਫੁੱਲ ਹੁੰਦੇ ਨੇ, ਬਹੁਤ ਖੁਸ਼ਬੂ ਹੁੰਦੀ ਉਹਨਾਂ ਦੀ। ਸਾਵਾਂ ਦੇ ਵਿੱਚ ਫੁੱਲ ਸੋਇਆਂ ਦੇ ਕਿਸੇ ਬਾਗ ਦਾ ਚਾਨਣ ਲਾਇਆ, ਦੇਹੀ ਦੇ ਵਿੱਚ ਖੇਡੇ ਚੇਤਰ ਇਤਰਾਂ ਨਾਲ ਨਹਾਇਆ। ਇਸੇ ਤਰ੍ਹਾਂ ਇਸ ਚੇਤਰ ਮਹੀਨੇ ਦੇ ਦੌਰਾਨ ਖਾਸ ਕਰਕੇ वरे चेत घर ना खेत, जिहड़ा चेत दा महीना ना वो किसानां दे वास्ते चिंता करन वाला महीना भी है। चेतर चेतावनियां दा महीना, चिंतावां दा महीना भी है, जिथे चिणगा दा महीना कि वरे खेत घर ना चेत, क्योंकि इस महीने जिवें हुण 15 चेत तो बाद खास करके तुसीं वेखो कि मौसम जदों करवट लैंदा तां हनेरियां झक्खड़ झांजा इन्हीं दिनी आम आउंदा। कई वारी होले महल्ले दे दिनां दे विच भी ये गेड़ दे दिंदा, कणकां नूं पानी लगदा है ते उस दौरान फिर किते ना किते स्थिति ये बन जाती है कि माड़ी जी किते हवा चली ते कणकां दा बहुत नुकसान हुंदा है। सो पक्की खेती वेख के की गर्व करे किसान, बाहों झक्खड़ झोलियों घर आवे तां जान। सो इस करके जिहड़ी खास करके जदों गर्मी शुरू हुंदी है ते माड़ी जी सर्दी लंमक जावे तां ओह भी माड़ी है, क्योंकि मौसम दे विच जे हनेरी आवे कणकां डिग पैंदियां ने, झाड़ ते भी असर पैंदा, कणक हल्की पै जांदी है। जिवें 4 मास ना चाहे वरखा चाहे सोना बूंद, जानी 4 महीनों के दौरान जिहड़ा पंजाबी है, किसानी है, वो वरखा नहीं चाहुंदी, भावें वो सोने दियां बूंदां दी क्यों ना होवे। 4 मास ना चाहे वरखा चाहे सोना बूंद, मगर चेत वसाख और चौथा जेठ का ढूंढ, यानी मगर चेत वसाख और चौथा जेठ का ढूंढ, इन चारों को छोड़ के, ये पुरानी नज़म है कोई, इन चारों को छोड़ के होर बरखा 8 मास तां होवे पूरी आस। यानी ये जिहड़े 4 महीने है खास करके मगर चेत वसाख ते जेठ,
ਤੇ ਵਰੇ ਚੇਤ ਕਰਨਾ ਕਿ ਹੁਣ ਇਹਦੇ ਚ ਮਤਲਬ ਜਿਸ ਤਰ੍ਹਾਂ ਮੌਸਮ ਖਾਸ ਕਰਕੇ ਅੱਜ ਕੱਲ ਤੁਸੀਂ ਵੇਖੋ ਕਿ ਛੋਲਿਆਂ ਦਾ ਪੂਰਾ ਪਟਾਕਾ ਪੈਂਦਾ ਨਾ, ਤੇ ਜਿਹੜੇ ਛੋਲੂ ਆ ਹਰਾ ਛੋਲੇ ਨੇ ਜਿਹੜੇ ਉਹ ਬਹੁਤ ਖਾਦੇ ਜਾਂਦੇ ਨੇ। ਹੋਲੀ ਦਾ ਤਿਉਹਾਰ ਜਿਹੜਾ ਹੈ ਉਹ ਕਿਤੇ ਨਾ ਕਿਤੇ ਹੋਲੀ ਹੋਲਿਕਾ ਹੋਲਾਂ ਦੇ ਨਾਲ ਵੀ ਜੋੜਿਆ ਜਾਂਦਾ, ਹਾਲਾਂਕਿ ਉਹ ਹੋਲਿਕਾ ਦੇ ਨਾਲ ਵੀ ਜੋੜਿਆ ਹੋਇਆ, ਪਰ ਹੋਲੀ ਦਾ ਤਿਉਹਾਰ ਕਿਤੇ ਨਾ ਕਿਤੇ ਹੋਲਾਂ ਨਾਲ ਵੀ ਜੁੜਦਾ ਹੈ। ਇਸ ਗੱਲ ਤੋਂ ਵੀ ਸੱਭਿਆਚਾਰਕ ਪੱਖ ਤੋਂ ਮਨਫੀ ਨਹੀਂ ਹੋਇਆ ਜਾ ਸਕਦਾ, ਕਿਉਂਕਿ ਇਨੀ ਦਿਨੀ ਹੋਲਾਂ ਜਿਹੜੀਆਂ ਭੁੰਨ ਕੇ ਖਾਣ ਦਾ ਜਿਹੜਾ ਸਿਲਸਿਲਾ ਨਾ ਉਹ ਵੀ ਤਕਰੀਬਨ ਇਨੀ ਦਿਨੀ ਖਾਸ ਕਰਕੇ ਜਿਨ੍ਹਾਂ ਨੇ ਛੋਲਿਆਂ ਦੀਆਂ ਹੋਲਾਂ ਖਾਧੀਆਂ ਨੇ ਵੈਸੇ ਅੱਜ ਕੱਲ ਜਿਹੜਾ ਭੁੰਨੀਆਂ ਜਾ ਸਕਦੀਆਂ ਨੇ, ਕੋਈ ਇਦਾਂ ਦੀ ਗੱਲ ਨਹੀਂ। ਹਰਾ ਛੋਲੂਆ ਬਹੁਤ ਆਉਂਦਾ, ਗੈਸ ਤੇ ਵੀ ਭੁੰਨ ਸਕਦੇ ਹੋ, ਹੌਲੀ ਹੌਲੀ ਫੜ ਕੇ ਤਜਰਬਾ ਕੀਤਾ ਜਾ ਸਕਦਾ। ਥੋੜਾ ਕਿਚਨ 'ਚ ਗੰਦ ਤਾਂ ਪੈਂਦਾ, ਬੀਬੀਆਂ ਥੋੜ੍ਹੀਆਂ ਗੁੱਸੇ ਹੋ ਜਾਂਦੀਆਂ ਨੇ, ਨਹੀਂ ਤਾਂ ਬਾਹਰ ਫਿਰ ਕਿਤੇ ਨਾ ਕਿਤੇ ਨਾ ਖੁੱਲੇ ਥਾਂ ਤੇ ਜਿਹੜਾ ਹੈਗਾ ਥੋੜਾ ਅੱਗ ਉੱਗ ਬਾਲ ਲਓ ਹੈ ਨਾ ਛੋਟੀਆਂ ਦੀ, ਤੇ ਉੱਥੇ ਜਿਹੜਾ ਹੈ ਉਹ ਹੋਲਾਂ ਭੁੰਨੀਆਂ ਜਾ ਸਕਦੀਆਂ ਨੇ। ਤੇ ਇਸ ਦੌਰਾਨ ਮੌਸਮ ਦੇ ਵਿੱਚ ਜਿਸ ਤਰ੍ਹਾਂ ਬਾਰਿਸ਼ ਹੈ, ਬਾਰਿਸ਼ ਜਿਹੜੀ ਹੈ ਕਿਉਂਕਿ ਕਿਸਾਨੀ ਦੇ ਵਾਸਤੇ ਇਹ ਘਾਤਕ ਹੁੰਦੀ ਹੈ ਇਹਨਾਂ 4 ਮਹੀਨਿਆਂ ਦੇ ਦੌਰਾਨ, ਖਾਸ ਕਰਕੇ ਮੱਘਰ ਚੇਤ ਵਿਸਾਖ, ਕਿਉਂਕਿ ਹਾੜੀ ਵਾਢੀਆਂ ਦੀ ਰੁੱਤ ਹੋ ਜਾਂਦੀ ਹੈ ਕਿ ਚੇਤ 'ਚ ਫਸਲਾਂ ਨੂੰ ਨੁਕਸਾਨ ਹੋ ਜਾਂਦਾ ਤੇ ਮੱਘਰ 'ਚ ਵੀ ਜਾ ਕੇ। ਤੇ ਇਸੇ ਤਰ੍ਹਾਂ ਇਸ ਮਹੀਨੇ ਦੀ ਜਿਹੜੀ ਫਿਤਰਤ ਹੈ, ਜਿਵੇਂ ਚਣਾ ਵੀ ਕਹਿੰਦੇ ਇਹਨੂੰ ਛੋਲਿਆਂ ਨੂੰ, ਚਣਾ ਚੇਤ ਘਣਾ ਕਣਕ ਘਣੀ ਵਿਸਾਖ, ਮਤਲਬ ਭਰਵੀਂ ਹੋ ਜਾਂਦੀ ਹੈ ਇਹ ਪੂਰਾ ਜਿਹਨੂੰ ਕਹਿੰਦੇ ਨਾ ਭਰ ਜੋ ਬੰਦੇ। ਚਣਾ ਚੇਤ ਘਣਾ ਕਣਕ ਘਣੀ ਵਿਸਾਖ, ਤੀਵੀਂ ਘਣੀ ਤਾਂ ਜਾਣੀਏ ਜੇ ਮੁੰਡਾ ਹੋਵੇ ਢਾਕ, ਜਾਣੀ ਕਿ ਜੇ ਲੱਕ ਤੇ ਮੁੰਡਾ ਹੋਵੇ ਤਾਂ ਉਹ ਤੀਵੀਂ ਨੂੰ ਘਣੀ ਜਾਣੀਏ ਹਨਾ। ਇਸੇ ਤਰ੍ਹਾਂ ਚਣਾ ਚੇਤ ਘਣਾ ਤੇ ਕਣਕ ਘਣੀ ਵਿਸਾਖ, ਤੀਵੀਂ ਘਣੀ ਤਾਂ ਜਾਣੀਏ ਜੇ ਮੁੰਡਾ ਹੋਵੇ ਢਾਕ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਫਿਤਰਤ ਇਹ ਮਤਲਬ ਮੁੰਡਾ ਜੰਮਣ ਦੀ ਹਨਾ, ਦੁੱਧੀ ਨਾਵੇਂ ਪੁੱਤੀ ਫਲੇ, ਉਹ ਕਾਰਨ ਜਿਹੜਾ ਇਹੀ ਸੀ ਨਾ ਕਿ ਅਸਲ ਦੇ ਵਿੱਚ ਜਦੋਂ ਪੰਜਾਬ ਦੀ ਧਰਤੀ ਹਮੇਸ਼ਾ ਹਮਲਾਵਰਾਂ ਦੇ ਨਿਸ਼ਾਨੇ ਤੇ ਰਹੀ ਹੈ। ਪਹਿਲੇ ਸਮਿਆਂ ਦੇ ਵਿੱਚ ਜਿਵੇਂ ਅੰਗਰੇਜ਼ਾਂ ਦਾ ਹਾਰਸ ਪਾਵਰ ਸੀ, ਸਾਡੇ ਗਊ ਦੇ ਜਾਏ ਸੀ ਹਨਾ, ਕਿ ਸਾਧਨ ਸਾਡੇ ਕੋਲ ਘੋੜਸਵਾਰੀ ਉਹਨੇ ਨਹੀਂ ਸੀ ਜਿੰਨੇ ਬਲਦ ਸੀਗੇ, ਟਰਾਂਸਪੋਰਟ ਦਾ ਸਾਧਨ ਸੀ, ਗਾਵਾਂ ਦੁੱਧ ਪੀਣ ਲਈ ਸੀ। ਇਸ ਕਰਕੇ ਦੁੱਧ ਘਿਓ ਖਾਸ ਕਰਕੇ ਗਾਵਾਂ ਨੂੰ ਅਸੀਂ ਪੂਜਣ ਲੱਗ ਪਏ, ਬਲਦਾਂ ਨੂੰ ਪੂਜਣ ਲੱਗ ਪਏ। ਤੇ ਦੂਸਰਾ ਮਰਦ ਦੇ ਬਾਰੇ ਇਹ ਸਮਝਿਆ ਜਾਂਦਾ ਕਿ ਜਿਸ ਘਰ ਮਰਦ ਹੈ ਉਸ ਘਰ ਦੇ ਵਿੱਚ ਹੀ ਸ਼ਾਇਦ ਬਰਕਤ ਹੈ ਨਾ, ਭਾਵੇਂ ਮਤਲਬ ਔਰਤ ਕਮਾਉਂਦੀ ਵੀ ਕਿਉਂ ਨਾ ਹੋਵੇ। ਪਹਿਲਿਆਂ ਸਮਿਆਂ 'ਚ ਵੀ ਜਿਹੜੇ ਲੋਕ ਗੀਤ ਮਿਲਦੇ ਨੇ ਕਿ ਬੇਦਮਾਂ ਦੇ ਲੋਭੀਆ ਪਰਦੇਸ ਨਾ ਜਾਈ, ਮੈਂ ਕੱਤਾਂਗੀ ਨਿਕੜਾ ਤੂੰ ਬਹਿ ਹੰਡਾਈ, ਮੈਂ ਪੀਸਾਂਗੀ ਨਿਕੜਾ ਤੂੰ ਬਹਿ ਵੇਖਾਈ। ਮਸਲਨ ਜੇ ਤੁਸੀਂ ਦੁਆਬੇ ਦੇ ਬਿਰਹੜੇ ਉਦਾਸ ਗੀਤ ਹੁੰਦੇ ਆ ਜਿਹੜੇ ਸੈਡ ਸੌਂਗ ਸੁਣੋ ਤਾਂ ਉਹਨਾਂ ਦੇ ਵਿੱਚ ਪ੍ਰਵਾਸ ਦੀ ਪੀੜ ਦੁਆਬਣਾ ਨੇ ਸਭ ਤੋਂ ਪਹਿਲਾਂ ਝੱਲੀ ਹੈ। ਇਸੇ ਕਰਕੇ ਸ਼ਾਇਦ ਦੁਆਬਣਾ ਨੱਚਣ ਦੇ ਵਿੱਚ ਪਿੱਛੇ ਰਹੀਆਂ ਨੇ। ਮਲਵੈਣਾ ਜਾਂ ਮਝੈਲਣਾ ਕਿਉਂਕਿ ਉਸ ਖਿੱਤੇ 'ਚ ਪ੍ਰਵਾਸ ਨਹੀਂ ਹੋਇਆ, ਉਹ ਜਿਹੜੀਆਂ ਪੰਜਾਬਣਾ ਵਿਆਹੁਤਾ ਪੰਜਾਬਣਾ ਸੀ ਉਹ ਆਪਣੇ ਪਤੀਆਂ ਨਾਲ ਜ਼ਿਆਦਾ ਰਹਿੰਦੀਆਂ ਸੀ। ਦੁਆਬਣਾ ਨੂੰ ਜ਼ਿਆਦਾ ਪ੍ਰਵਾਸ ਸਭ ਤੋਂ ਪਹਿਲਾਂ ਝੱਲਣਾ ਪਿਆ। ਇਸ ਕਰਕੇ ਜਿੰਨੇ ਸੈਡ ਸੌਂਗ ਨੇ ਸਾਡੇ ਸੱਭਿਆਚਾਰ 'ਚ ਉਹ ਦੁਆਬੇ 'ਚ ਜ਼ਿਆਦਾ ਨੇ। ਉੱਥੇ ਫਿਰ ਲੋਕ ਬੋਲੀਆਂ ਉਪਜੀਆਂ ਨੇ। ਮਸਲਨ ਜਿਹੜਾ ਇਹ ਨਾ ਕਿ ਬੱਗੀ ਬੱਗੀ ਕਣਕ ਦੁਆਬੇ ਦੀ, ਜਿਹੜੀ ਗਿੱਧਾ ਨਾ ਪਾਵੇ ਰੰਨ ਬਾਬੇ ਦੀ, ਇਹ ਦੁਆਬੇ 'ਚ ਬੋਲੀ ਉਪਜੀ। ਕਾਰਨ ਕੀ ਸੀ ਕਿ ਉਹ ਮੇਲਿਆਂ ਮਸਾਵਿਆਂ ਦੇ ਵਿੱਚ ਵੀ ਦੁਆਬਣ ਹੁਣ ਨੱਚੇ ਕੀ ਜਦੋਂ ਸ਼ਰੀਕੇ ਹਯਾਤ ਸਾਥੀ ਨਹੀਂ ਹੈ। ਅੱਜ ਵੀ ਤੁਸੀਂ ਵੇਖੋ ਕਿ ਦੁਆਬੇ 'ਚ ਔਰਤ ਵੋਟਰਾਂ ਦੀ ਤਾਦਾਦ ਜ਼ਿਆਦਾ ਹੈ ਮਾਲਵੇ ਨਾਲੋਂ ਤੇ ਉਹਦੇ ਨਾਲੋਂ। ਇਹ ਗੱਲ ਨਹੀਂ ਕਿ ਉੱਥੇ ਕੁੜੀਆਂ ਨਹੀਂ ਮਾਰਦੇ ਜਾਂ ਉੱਥੇ ਉਹ ਹੈ, ਪਰ ਉੱਥੇ ਕਿਉਂਕਿ ਮਰਦ ਵਿਦੇਸ਼ ਜ਼ਿਆਦਾ ਜਾਂਦੇ ਨੇ, ਪ੍ਰਵਾਸ ਤੇ ਜ਼ਿਆਦਾ ਜਾਂਦੇ ਨੇ, ਕੰਮਕਾਜ ਤੇ ਜ਼ਿਆਦਾ ਜਾਂਦੇ ਨੇ। ਸਿਲਕ ਰੂਟ ਦੀ ਸ਼ੁਰੂਆਤ ਵੀ ਦੁਆਬੇ ਤੋਂ ਹੁੰਦੀ ਹੈ। ਸੋ ਇਸ ਕਰਕੇ ਉਹ ਬੋਲੀ ਉਹਨਾਂ ਨੂੰ ਉਕਸਾਉਣ ਦੇ ਵਾਸਤੇ, ਉਹਨਾਂ ਨੂੰ ਇੱਕ ਮਿਹਣੇ ਦੇ ਰੂਪ ਦੇ ਵਿੱਚ ਇਹ ਬੋਲੀ ਕਿਤੇ ਪੈਦਾ ਹੋਈ ਹੋਣੀ ਆ ਕਿ ਬੱਗੀ ਬੱਗੀ ਕਣਕ ਦੁਆਬੇ ਦੀ, ਜਿਹੜੀ ਗਿੱਧਾ ਨਾ ਪਾਵੇ ਰੰਨ ਬਾਬੇ ਦੀ। ਦੁਆਬੇ ਦੀ ਕਣਕ ਦੇ ਵਿੱਚ ਵੀ ਮਿਠਾਸ ਥੋੜੀ ਵੱਖਰੀ। ਇੱਥੇ ਉਹ ਮੁੰਜੀ ਪਤਾ ਨਹੀਂ ਕਿਹੜੀ, ਨਹੀਂ ਇੱਕ ਹੋਰ ਕਣਕ ਹੈ, ਮੈਨੂੰ ਮੇਰੇ ਇੱਕ ਮਿੱਤਰ ਨੇ ਭੇਜੀ ਸੀ, ਤੇ ਉਹ ਮਤਲਬ ਰਵਾਇਤੀ ਕਣਕ ਹੈ ਇਸ ਖਿੱਤੇ ਦੀ, ਉਹਦੇ 'ਚ ਉਹ ਚਿੱਟਾਪਣ ਬਹੁਤ ਹੈ, ਸ਼ਾਇਦ ਉਸੇ ਨੂੰ ਬੱਗੀ ਕਣਕ ਕਿਹਾ ਜਾਵੇ।
ਜਾਣੀ ਕਿ ਨਾ ਨੱਚਣ ਵਾਲੀ ਪੰਜਾਬੀ ਨੂੰ ਮਿਹਣਾ ਮਾਰਿਆ ਗਿਆ ਕਿ ਬਾਬੇ ਦੀ ਰੰਨ ਬਣੇਗੀ ਜੇ ਨੱਚੇਗੀ। ਦੂਸਰੇ ਪਾਸੇ ਮਲਵੈਣਾਂ ਦਾ ਕੀ ਸੀ, ਜਿਹੜਾ ਜਿੰਨੇ ਮਤਲਬ ਲੋਕ ਗੀਤ ਨੇ, ਖਾਸ ਕਰਕੇ ਤੁਸੀਂ ਵੇਖੋ ਕਿ ਜਿਹੜਾ ਮਲਵਈ ਬਾਬਿਆਂ ਦਾ ਗਿੱਧਾ, ਉਹ ਵੀ ਮਰਦਾਂ ਦਾ ਜਿਹੜਾ ਮਤਲਬ ਗਿੱਧਾ, ਉਹ ਵੀ ਮਾਲਵੇ 'ਚ ਪੈਦਾ ਹੋਇਆ। ਤੇ ਦੂਸਰਾ ਮਾਲਵਾ ਮੇਲਿਆਂ ਮਸਾਵਿਆਂ ਦਾ ਦੇਸ਼ ਸੀ, ਜੰਗਲ ਦੇਸ਼ ਸੀਗਾ। ਇਸ ਦੌਰਾਨ ਹਾਰੀ ਨਾ ਮਲਵੈਣੇ ਗਿੱਧਾ ਹਾਰ ਗਿਆ। ਉਹ ਮਤਲਬ ਗਿੱਧੇ ਨੂੰ ਵੀ ਹਰਾ ਕੇ ਮਲਵੈਣ ਰੁਕਦੀ ਹੈ। ਇਹ ਕਾਰਨ ਜਿਹੜਾ ਸੀਗਾ। ਦੂਸਰਾ ਜਿਹੜਾ ਇਹ ਸ਼ਾਇਦ ਕਿਤੇ ਨਾ ਕਿਤੇ ਇਹ ਕਾਰਨ ਜਿਹੜੇ ਨੇ ਕਿਤੇ ਬਣਦੇ ਨੇ, ਇਸ ਕਰਕੇ ਉਹ ਮਰਦ ਜਾਂ ਮੁੰਡੇ ਦੀ ਚਾਹਨਾ ਮਤਲਬ ਸਮਝੀ ਜਾਂਦੀ ਹੈ ਕਿ ਤੀਵੀਂ ਘਣੀ ਤਾਂ ਜਾਣੀਏ ਜੇ ਮੁੰਡਾ ਹੋਵੇ ਢਾਕ। ਤੇ ਦੂਸਰਾ ਜਿਹੜਾ ਸੀ ਕਿ ਚੇਤ ਮਹੀਨੇ ਨਰਾਤੇ ਵੀ ਆਉਂਦੇ ਨੇ। ਸੋ ਵਿਛੜਿਆਂ ਦੇ ਮਿਲਾਪ ਹੈ ਤੇ ਇਹ ਨਰਾਤੇ ਵੀ ਚੇਤ ਮਹੀਨੇ ਆਉਂਦੇ। ਚੇਤ ਮਹੀਨੇ 9 ਰੱਖਾਂ ਨਰਾਤੇ ਮੈਂ ਜਪਾਂ ਭਗਵਾਨ ਲਾਲ ਮਿਲੇ ਆਪੇ। ਤੇ ਚੇਤਰ ਦੇ ਵਿੱਚ ਵਿਜੋਗੀਆਂ ਨੂੰ ਵਿਜੋਗ ਜ਼ਿਆਦਾ ਹੁੰਦਾ ਹੈ ਤੇ ਸੁਖਦ ਮੌਸਮ ਦੇ ਵਿੱਚ ਮਨ ਦਾ ਜ਼ਿਆਦਾ ਵਿਆਕੁਲ ਹੋਣਾ ਸੁਭਾਵਿਕ ਹੈ। ਲੋਕ ਗੀਤਾਂ ਦੇ ਵਿੱਚ ਚੇਤ ਮਹੀਨੇ ਦਾ ਇਹਦੇ ਵਿੱਚ ਇੱਕ ਵਿਜੋਗਣ ਨੇ ਜੋ ਗੀਤ ਗਾਇਆ ਬਿਰਹੜੇ ਦੇ ਰੂਪ ਦੇ ਵਿੱਚ ਹੈ ਕਿ ਚੇਤਰ ਦਾ ਮਹੀਨਾ ਦਾਣੇ ਭੱਠੀ ਤੇ ਭਨਾਨੀ ਆ, ਲੋਕਾਂ ਕੋਲੋਂ ਡਰਦੀ ਵੇ ਮੈਂ ਝੋਲੀ ਵੀ ਨਾ ਪਾਨੀ ਆ। ਚੇਤਰ ਦਾ ਮਹੀਨਾ ਪਾਣੀ ਦਿੰਨੀ ਆ ਮੈਂ ਬੂਟੇ ਨੂੰ, ਹਾਲਾਂ ਵੀ ਕੀ ਆਖਾਂ ਮੂੰਹ ਦੇ ਮਿੱਠੇ ਤੇ ਦਿਲਾਂ ਦੇ ਖੋਟੇ ਨੂੰ। ਚੇਤਰ ਦੇ ਮਹੀਨੇ ਪਾਣੀ ਦੇਵਾਂ ਸ਼ੱਕਰਕੰਦੀ ਨੂੰ। ਚੇਤਰ ਦੇ ਮਹੀਨੇ ਪਾਣੀ ਦੇਵਾਂ ਸ਼ੱਕਰਕੰਦੀ ਨੂੰ। ਆਪਾਂ ਸ਼ੱਕਰਕੰਦੀ ਕਹਿੰਦੇ ਆ ਨਾ, ਵੈਸੇ ਸ਼ੱਕਰਕੰਦੀ ਨਹੀਂ ਹੁੰਦੀ, ਕੰਦੀ ਹੁੰਦੀ ਹੈ, ਕਿਉਂਕਿ ਕੰਦ ਜਿਹੜਾ ਧਰਤੀ ਦੇ ਹੇਠਾਂ ਪੈਦਾ ਹੁੰਦਾ ਹੈ। ਜਿਵੇਂ ਸ਼ੱਕਰਕੰਦੀ ਨਾ, ਆਪਾਂ ਉਹਦੇ ਕਹਿੰਦਾ ਸ਼ੱਕਰਕੰਦੀਆਂ ਲਿਆਓ ਬਈ। ਚੇਤਰ ਦੇ ਮਹੀਨੇ ਪਾਣੀ ਦੇਵਾਂ ਸ਼ੱਕਰਕੰਦੀ ਨੂੰ, ਪਾ ਗਿਆ ਵਿਛੋੜਾ ਇਸ ਨਿੱਕੀ ਜਿਹੀ ਬੰਦੀ ਨੂੰ। ਚੇਤਰ ਦਾ ਮਹੀਨਾ ਨਹੀਂ ਮੈਂ ਖੜੀਆਂ ਦਲੀਜ ਤੇ, ਮੋਟੇ ਮੋਟੇ ਹੰਝੂ ਮੇਰੀ ਰੇਸ਼ਮੀ ਕਮੀਜ਼ ਤੇ। ਸੋ ਇਹ ਰੁੱਤਾਂ ਦੇ ਬਾਰੇ 12 ਮਾਹ ਦੇ ਰੂਪ ਦੇ ਵਿੱਚ ਕਹਿ ਲਈਏ ਜੇ ਇਹ ਸਾਡੇ ਮਤਲਬ ਸੱਭਿਆਚਾਰ 'ਚ ਵੀ ਨੇ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹਨਾਂ ਨੂੰ ਮਹੀਨਿਆਂ ਦੇ ਪਰਥਾਏ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ। ਤੇ ਇਸੇ ਤਰ੍ਹਾਂ ਚੇਤਰ ਉਹ ਰੁੱਤ ਹੁੰਦੀ ਹੈ ਜਦੋਂ ਅੰਦਰ ਦੀ ਜਿਹੜੀ ਭਾਵਨਾ ਹੈ, ਵਿਛੋੜਾ ਹੈ ਜਿਹੜਾ, ਉਹ ਜ਼ਿਆਦਾ ਉਪਜਦਾ ਹੈ। ਤੁਸੀਂ ਕਿਹੜੀ ਰੁੱਤੇ ਆਏ ਮੇਰੇ ਰਾਮ ਜੀਓ, ਜਦੋਂ ਬਾਗੀ ਫੁੱਲ ਕਮਲਾਏ ਮੇਰੇ ਰਾਮ ਜੀਓ। ਕਿੱਥੇ ਸੌ ਜਦੋਂ ਸਾਹ ਵਿੱਚ ਚੰਬਾ, ਕਿੱਥੇ ਸੌ ਜਦੋਂ ਸਾਹ ਵਿੱਚ ਚੰਬਾ, ਚੇਤਰ ਬੀਜਣ ਆਏ ਮੇਰੇ ਰਾਮ ਜੀਓ। ਤੁਸੀਂ ਕਿਹੜੀ ਰੁੱਤੇ ਆਏ ਮੇਰੇ ਰਾਮ ਜੀਓ। ਤੇ ਇਸ ਦੌਰਾਨ ਜਿਵੇਂ ਮੇਲੇ ਮਸਾਵੇ ਨੇ, ਚੇਤ ਮਹੀਨੇ ਦੇ ਵਿੱਚ ਕਈ ਮੇਲੇ ਲੱਗਦੇ ਨੇ। ਜਰਗ ਦਾ ਮੇਲਾ ਬਹੁਤ ਮਸ਼ਹੂਰ ਹੈ, ਇਹਨੇ ਦਿਨੀ ਲੱਗਦਾ। ਜਿਹਾ ਵੇਖਿਆ ਜਰਗ ਦਾ ਮੇਲਾ ਨੀ ਜਿਹੀ ਤੇਰੀ ਤੋਰ ਵੇਖ ਲਈ, ਜਿਹਾ ਵੇਖਿਆ ਜਰਗ ਦਾ ਮੇਲਾ ਜਿਹੀ ਤੇਰੀ ਗੁੱਤ ਵੇਖ ਲਈ, ਚੱਲ ਚੱਲੀਏ ਜਰਗ ਦੇ ਮੇਲੇ ਨੀ ਮੁੰਡਾ ਤੇਰਾ ਮੈਂ ਚੱਕ ਲੂੰ। ਇਹ ਲੋਕ ਬੋਲੀਆਂ ਨੇ, ਕਿਉਂਕਿ ਉਦੋਂ ਪੈਦਲ ਤੋਰਾ ਹੁੰਦਾ ਸੀ, ਤੁਰ ਤੁਰ ਕੇ ਲੋਕ ਮੇਲਿਆਂ ਤੇ ਜਾਂਦੇ ਸੀ। ਤੇ ਇੱਥੇ ਜਿਹੜਾ ਚੇਤਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਮੇਲਾ ਲੱਗਦਾ। ਤੇ ਵੈਸੇ ਤਾਂ ਅੱਗੇ ਅਸੀਂ ਤਾਂ ਬਚਪਨ ਤੋਂ ਵੀ ਮੇਲੇ ਵੇਖਦੇ ਰਹੇ ਹਾਂ। ਉਹ 2 ਮੇਲੇ ਹੁੰਦੇ ਸੀ, ਇੱਕ ਕਹਿੰਦੇ ਸੀ ਬੜਾ ਮੇਲਾ, ਇੱਕ ਛੋਟਾ ਮੇਲਾ। ਇੱਕ ਬੀਬੀਆਂ ਦਾ ਮੇਲਾ ਹੁੰਦਾ ਸੀ ਤੇ ਇੱਕ ਬਾਈਆਂ ਦਾ ਮੇਲਾ ਹੁੰਦਾ ਸੀ। ਗੁਆਣ ਬਹੁਤ ਲੱਗਦੇ ਸੀ, ਦੂਲਿਆਂ ਨੇ ਟੋਭੇ ਤੋਂ ਬੜੇ ਬੱਕਰੇ ਬੁਲਾਉਂਦੇ ਸੀ ਜੱਟ, ਬੜਾ ਉਹ ਕਰਦੇ ਸੀ। ਖੈਰ ਇਸ ਦੌਰਾਨ ਇਹ ਚੇਚਕ ਦੀ ਜਿਹੜੀ ਬਿਮਾਰੀ ਸੀ, ਫਿੰਸੀਆਂ ਜਿਹੜੀਆਂ ਹੋ ਜਾਂਦੀਆਂ ਨੇ, ਇਹ ਸ਼ੀਤਲਾ ਅਸ਼ਟਮੀ ਨੂੰ ਜਾਣੀ ਖਾਸ ਕਰਕੇ ਇਸ ਦਾ 8ਵੇਂ ਨੂੰ, ਜੋ 8ਵਾਂ ਦਿਨ ਹੁੰਦਾ ਹੈ ਚੇਤਰ ਮਹੀਨੇ ਦਾ, ਵਦੀ ਦਾ। ਇੱਕ ਵਦੀ ਤੇ ਇੱਕ ਸੁਦੀ 2 ਹੁੰਦੀਆਂ ਨੇ। ਤੇ 8 ਨੂੰ ਜਿਹੜਾ ਹੈ 8ਵੇਂ ਦਿਨ ਜਾਣੀ ਸ਼ੀਤਲਾ ਅਸ਼ਟਮੀ ਨੂੰ ਇਹ ਮੇਲਾ ਲੱਗਦਾ। ਉੱਥੇ ਲੋਕ ਗੁਲਗੁਲਿਆਂ ਦਾ ਮੇਲਾ ਲਾਉਂਦੇ ਨੇ, ਉੱਥੇ ਮਿੱਟੀ ਕੱਢਦੇ ਨੇ, ਮਟੀਲਾ ਜਿਹਾ ਖੜਾ ਕਰ ਦਿੰਦੇ ਨੇ ਤੇ ਉਸ ਨੂੰ ਸ਼ੀਤਲਾ ਦੇ ਨਾਲ। ਹੁਣ ਤੇ ਮੈਂ ਉੱਥੇ ਵੇਖਿਆ ਕਿ ਉੱਥੇ ਬਾਬਾ ਫਰੀਦ ਸਾਹਿਬ ਦੀ ਵੀ ਨਾਲ ਜਗ੍ਹਾ ਬਣਾ ਲਈ ਹੈ। ਇੱਕ ਪਾਸੇ ਸ਼ੀਤਲਾ ਮਾਤਾ ਹੋਰਾਂ ਦੀ ਮੰਦਿਰ ਹੈ, ਦੂਸਰੇ ਪਾਸੇ ਬਾਬਾ ਫਰੀਦ ਵਾਲਿਆਂ ਦਾ ਢੋਲ ਵੱਜੀ ਜਾਂਦਾ ਹੈ, ਪਿੱਠ ਨਾਲ ਪਿੱਠ ਲੱਗਦੀ ਹੈ। ਤੇ ਹਾਲਾਂਕਿ ਜਿਸ ਜਗ੍ਹਾ ਤੇ ਮੇਲਾ ਲੱਗਦਾ ਉਹ ਗੁਰਦੁਆਰੇ ਦੀ ਹੈ, ਕਮਾਈ ਗੁਰਦੁਆਰੇ ਵਾਲਿਆਂ ਨੂੰ ਵੀ ਹੁੰਦੀ ਹੈ, ਕਿਉਂਕਿ ਜਗ੍ਹਾ ਮਿਣ ਕੇ ਵੇਚਦੇ ਨੇ ਨਾ ਫਿਰ। ਤੇ ਇਸ ਤਰ੍ਹਾਂ ਇਹ ਪੰਜਾਬ ਦਾ ਵੱਡਾ ਮੇਲਾ ਜਿਹੜਾ ਚੇਤ ਮਹੀਨੇ ਜਰਗ ਦਾ ਮੇਲਾ ਲੱਗਦਾ। ਮੈਂ ਕਰਿਆ ਵੀ ਸੀ, ਸ਼ਾਇਦ ਉਹ D5 ਚੈਨਲ ਤੇ ਪਿਆ ਜਰਗ ਦਾ ਮੇਲਾ, ਮੈਂ ਰਿਕਾਰਡ ਕਰਕੇ ਲਿਆ ਸੀ ਗਿਆ। ਤੇ ਇਸੇ ਕਰਕੇ ਖਾਸ ਕਰਕੇ ਕੋਇਲਾਂ ਦੀ ਆਮਦ ਹੋ ਜਾਂਦੀ ਹੈ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋਂ ਬਿਰਹਾ ਜਾਲੀ। ਤੇ ਅਸਲ ਦੇ ਵਿੱਚ ਇਹ ਜਿਹੜੀ ਕਾਲੀ ਕੋਇਲ ਹੁੰਦੀ ਹੈ ਨਾ, ਜਿਹੜੀ ਆਪਾਂ ਨੂੰ ਜ਼ਿਆਦਾ ਦਿਖਦੀ ਹੈ, ਉਹ ਮਦੀਨ ਸਮਝਦੇ ਆ ਉਹਨੂੰ। ਉਹ ਅਸਲ ਦੇ ਵਿੱਚ ਮੇਲ ਹੁੰਦਾ ਹੈ, ਜਿਹੜਾ ਜ਼ਿਆਦਾ ਬੋਲਦਾ ਹੈ। ਉਹ ਫੀਮੇਲ ਨਹੀਂ ਹੁੰਦੀ, ਉਹ ਮੇਲ ਹੁੰਦਾ ਹੈ।
ਜਿਹੜੀ ਫੀਮੇਲ ਹੁੰਦੀ ਹੈ ਉਹ ਚਿਤਕਬਰੀ ਹੁੰਦੀ ਹੈ, ਉਹ ਕਾਲੀ ਨਹੀਂ ਹੁੰਦੀ। ਹਾਲਾਂਕਿ ਜਿਹੜਾ ਫਰੀਦ ਸਾਹਿਬ ਦਾ ਵਾਕ ਹੈ ਇਹਦੇ ਚ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋਂ ਬਿਰਹਾ ਜਾਲੀ, ਕਿ ਆਪਣੇ ਪ੍ਰੀਤਮ ਦੇ ਵਿਛੋੜੇ ਚੋਂ ਕਾਲੀ ਹੋਈ ਹੈ। ਪਰ ਇਹ ਮੇਲ ਹੈ, ਹੋ ਸਕਦਾ ਇਹਦੀ ਪ੍ਰੀਤਮਾ ਫੀਮੇਲ ਜਿਹੜੀ ਹੁੰਦੀ ਹੈ ਨਾ ਉਹ ਕਾਲੀ ਨਹੀਂ ਹੁੰਦੀ, ਉਹ ਚਿੱਟੀ ਹੁੰਦੀ, ਉਹ ਬਹੁਤ ਸ਼ੈਤਾਨ ਹੁੰਦੀ ਹੈ ਤੇ ਬਹੁਤ ਘੱਟ ਦਿਸਦੀ। ਉਹ ਮੈਂ 2-4 ਵਾਰੀ ਵੇਖੀ ਉਹ, ਕਿਉਂਕਿ ਇੱਥੇ ਸਾਡੇ ਉਹ ਕੌਵਾਂ ਦਾ ਆਲਣਾ, ਉੱਥੇ ਉਹ ਆਂਡੇ ਦੇ ਕੇ ਭੱਜ ਜਾਂਦੀ ਹੈ। ਤੇ ਜਿਹੜੀ ਕਾਲੀ ਹੈ ਉਹ ਕਾਂ ਨੂੰ ਛੇੜਦਾ ਰਹਿੰਦਾ, ਉਹ ਜਿਹੜਾ ਕਾਲਾ ਕੋਇਲ ਹੈ ਮੇਲ, ਤੇ ਕਾਂ ਜਦੋਂ ਪਰਾਂ ਉਰਾ ਹੁੰਦਾ ਤੇ ਉਹ ਫਿਰ ਦੂਸਰੀ ਆਉਂਦੀ ਹੈ ਫੀਮੇਲ, ਉਹਦੇ ਆਲਣੇ ਚ ਆਂਡੇ ਦੇ ਕੇ ਆਪਣਾ ਤੁਰਦੀ ਬਣਦੀ ਹੈ। ਖੈਰ ਇਸੇ ਤਰ੍ਹਾਂ ਜਿਹੜਾ ਰੁੱਤਾਂ ਦਾ ਚਿੱਤਰਣ ਕਾਲੀਦਾਸ ਨੇ ਬਹੁਤ ਕੀਤਾ, ਮੇਘਦੂਤਮ ਜਾਂ ਉਸ ਦੀਆਂ ਜਿਹੜੀਆਂ ਰਚਨਾਵਾਂ ਨੇ ਉਸ ਬਾਰੇ ਕਾਲੀਦਾਸ ਦੇ ਜਿਹੜੇ ਵੱਖ-ਵੱਖ ਉਹਨਾਂ ਦੀਆਂ ਕਿਰਤਾਂ ਨੇ। ਸ਼ਿਵ ਕੁਮਾਰ ਬਟਾਲਵੀ ਨੇ ਵੀ ਚੇਤਰ ਦਾ ਬਹੁਤ ਵਿਸ਼ੇਸ਼ ਅਹਿਸਾਸ ਸਿਰਜਿਆ ਕਿ ਅੱਜ ਇੱਕ ਚੰਬੇ ਦਾ ਫੁੱਲ ਮੋਇਆ ਗਲ ਪੌਣਾ ਦਾ ਬਾਹਾਂ ਪਾ ਕੇ ਗੋਰਾ ਚੇਤਰ ਸ਼ਮ ਰੋਇਆ, ਅੱਜ ਇੱਕ ਚੰਬੇ ਦਾ ਫੁੱਲ ਮੋਇਆ ਚੇਤਰ ਦੇ ਬੁੱਲ ਨੀਲੇ ਨੀਲੇ ਮੁਖੜਾ ਵਾਂਗ ਵਸਾਰਾ ਹੋਇਆ, ਨੈਣੀ ਲੱਖ ਮਾਤਮੀ ਛੱਲੇ ਗਲ ਵਿੱਚ ਪੈ ਜਾਇਆ ਟੋਇਆ। ਤੇ ਨਾਲ ਅੱਜ ਥੋੜਾ ਦੋਸਤੋ ਹੋਲੀ ਤੇ ਵੀ ਗੱਲ ਕਰਾਂਗੇ। ਵਿਰਾਸਤ ਦੇ ਉਸ ਵੇਲੇ ਕੋਈ ਸਰੋਤਿਆਂ ਨੇ ਵੀ ਪੁੱਛਿਆ ਸੀ, ਇਸ ਦੌਰਾਨ ਕਾਲ ਮੈਂ ਨਹੀਂ ਲਵਾਂਗਾ। ਤੇ ਚੇਤਰ ਦੇ ਬਾਰੇ ਪੰਜਾਬੀ ਸੱਭਿਆਚਾਰ 'ਚ ਹੋਰ ਬਹੁਤ ਕੁਝ ਲਿਖਿਆ ਰਚਿਆ ਗਿਆ ਕਿ ਨੁੱਚੜ ਪਈਆਂ ਅੱਖਾਂ ਵਿਛੜ ਚੱਲੀ ਅੰਤਲੀ, ਫੱਗਣ ਦੀ ਤਰਕਾਲ ਵਿੱਚ ਚੇਤਰ ਆ ਗਿਆ, ਬਾਹਰ ਬੇਗਾਨੀ ਚੱਲੀਆਂ ਛੀਏ ਰੁੱਤਾਂ ਰੁਣੀਆਂ, ਮਿਲਿਆ ਨੂੰ ਹੋ ਗਿਆ ਸਾਲ ਵਿੱਚ ਚੇਤਰ ਆ ਗਿਆ, ਵਰੇ ਨੇ ਪਾਸਾ ਪਰਤਿਆ ਸਭੇ ਤੇਰੀਆਂ ਯਾਦਾਂ, ਘੁੱਟ ਕਲੇਜੇ ਨਾਲ ਵਿੱਚ ਚੇਤਰ ਆ ਗਿਆ, ਮੁੜ ਕੇ ਇਸ ਮੁਹਾਟ ਤੇ ਮੈਂ ਦੀਵਾ ਧਰਿਆ 365 ਬੱਤੀਆਂ ਬਾਲ ਕੇ ਵਿੱਚ ਚੇਤਰ ਆ ਗਿਆ, ਫੱਗਣ ਦੀ ਤਰਕਾਲ ਵਿੱਚ ਚੇਤਰ ਆ ਗਿਆ। ਜਾਨੀ ਫੱਗਣ ਦੀਆਂ ਤਰਕਾਲਾਂ ਪੈ ਗਈਆਂ, ਚੇਤਰ ਆ ਗਿਆ, ਜਾਨੀ ਕਿ ਇੱਕ ਨਵੇਂ ਉਤਸ਼ਾਹ ਦੀ ਜਿਹੜੀ ਹੈ ਸ਼ੁਰੂਆਤ ਹੋ ਗਈ ਹੈ। ਜਿਸ ਤਰ੍ਹਾਂ ਇਹ ਲਿਖਿਆ ਕਿ ਵਰੇ ਨੇ ਪਾਸਾ ਪਰਤਿਆ ਸਭੇ ਯਾਦਾਂ ਤੇਰੀਆਂ, ਘੁੱਟ ਕਲੇਜੇ ਨਾਲ ਵਿੱਚ ਚੇਤਰ ਆ ਗਿਆ, ਮੁੜ ਕੇ ਇਸ ਮੁਹਾਟ ਤੇ ਮੈਂ ਦੀਵਾ ਧਰਿਆ 365 ਬੱਤੀਆਂ ਬਾਲ ਕੇ ਵਿੱਚ ਚੇਤਰ ਆ ਗਿਆ। ਇਹ ਜਿਹੜਾ ਮੁੜ ਕੇ ਇਸ ਮੁਹਾਟ ਹੁੰਦੀ ਆ, ਜਿਹੜਾ ਤੁਹਾਡਾ ਚੁਗਾਠ ਹੈ ਨਾ ਦਰਵਾਜ਼ੇ ਦੀ, ਉਹਦੇ ਅੱਗੇ ਹੇਠਲੇ ਪਾਸੇ ਵੀ ਲੱਕੜ ਹੁੰਦੀ ਸੀ, ਅੱਜ ਕੱਲ ਤਾਂ ਫਰਸ਼ ਲਾ ਦਿੰਦੇ ਅਸੀਂ, ਉਹ ਜਿਹੜੀ ਹੇਠਲੀ ਦਹਲੀਜ਼ ਹੈ ਉਹਨੂੰ ਮੁਹਾਟ ਕਹਿੰਦੇ ਨੇ। ਡੇਲੀ ਜਾਣੀ ਜਿਹੜੀ ਹੈ ਨਾ ਉੱਥੇ ਵੀ ਹੇਠਾਂ ਲੱਕੜ ਹੁੰਦੀ ਸੀ, ਕਿਉਂਕਿ ਉਹ ਵੀ ਜਿਹੜੀ ਦਿਆਰ ਦੀ ਲੱਕੜ ਹੈ ਜਿਹਦੇ ਚੋਂ ਬਰੋਜ਼ਾ ਨਿਕਲਦਾ ਸੀ, ਜਿਹੜਾ ਪਟਿਆਂ ਨੂੰ ਲਾਉਂਦੇ ਸੀ, ਉਹ 'ਚ ਇੱਕ ਖਾਸ ਕਿਸਮ ਦੀ ਖੁਸ਼ਬੂ ਹੁੰਦੀ ਹੈ, ਜਿਵੇਂ ਕਿੱਕਰ ਦੀ ਗੂੰਦ ਨਿਕਲਦੀ ਹੈ ਨਾ, ਐਂ ਉਸ ਦਿਆਰ ਦੀ ਲੱਕੜ ਨੂੰ ਜਦੋਂ ਚੀਰਦੇ ਆ ਜਾਂ ਉਹਨੂੰ ਰੰਦਦੇ ਆ, ਉਹਦੇ 'ਚੋਂ ਖੁਸ਼ਬੂ ਆਉਂਦੀ ਹੈ। ਉਹ ਜਿਹੜੀ ਚੁਗਾਠ ਹੇਠਲੇ ਪਾਸੇ ਇਸ ਲੱਕੜ ਦੀ ਬਣਦੀ ਸੀ ਦਿਆਰ ਦੀ, ਉਹਦੇ 'ਚ ਆ ਜਿੰਨੇ ਜ਼ਹਿਰੀਲੇ ਕੀਟ ਪਤੰਗੇ ਨੇ ਉਹ ਚੁਗਾਠ ਹੀ ਨਹੀਂ ਸੀ ਟੱਪਦੇ, ਕਿਉਂਕਿ ਉਹਦੇ 'ਚ ਇੱਕ ਖਾਸ ਕਿਸਮ ਦੀ ਗੰਧ ਸੀ ਜਿਹੜੀ ਕੀੜਿਆਂ ਮਕੌੜਿਆਂ ਨੂੰ ਘਰ ਦੇ ਅੰਦਰ ਨਹੀਂ ਸੀ ਜਾਣ ਦਿੰਦੀ। ਇਹ ਵੀ ਇੱਕ ਕਾਰਨ ਸੀਗਾ ਉਸ ਮਤਲਬ ਹੇਠਲੇ ਪਾਸੇ ਵੀ ਮਤਲਬ ਲੱਕੜ ਲੱਗੀ ਹੁੰਦੀ ਸੀ, ਤੇ ਜਿਹਦੇ ਉੱਤੇ ਕਈ ਵਾਰੀ ਜਿਹੜਾ ਜਿੰਦਾ ਨਾ ਉਹ ਵੀ ਹੇਠਲੇ ਪਾਸੇ, ਤੁਸੀਂ ਪੁਰਾਣੀਆਂ ਦੁਕਾਨਾਂ ਜਾਂ ਘਰ ਵੇਖੋ ਕਿ ਕੁੰਡਾ ਵਿਚਕਾਰ ਨਹੀਂ ਸੀ ਹੁੰਦਾ, ਬਿਲਕੁਲ ਹੇਠਾਂ ਧਰਤੀ ਤੇ ਜਿਹੜਾ ਕੁੰਡਾ ਲੱਗਿਆ ਹੁੰਦਾ ਸੀ ਮੁਹਾਟ ਤੇ, ਉੱਥੇ ਮੁਹਾਟ ਤੇ ਦੀਵੇ ਬਾਲੇ ਜਾਂਦੇ ਸੀ। ਚੁਗਾਠ ਦਾ ਹੇਠਲਾ ਮੂਹਰਲਾ ਪੱਖ ਹੈ ਨਾ ਜਿਹੜਾ, ਉਹਨੂੰ ਮੁਹਾਟ ਕਿਹਾ ਜਾਂਦਾ ਹੈ, ਜਿੱਥੇ ਜਿਵੇਂ ਅਸੀਂ ਗੁਰਦੁਆਰਿਆਂ 'ਚ ਜਾਂਦੇ ਹਾਂ ਨਾ ਮੁਹਾਟ ਤੇ ਮੱਥਾ ਟੇਕਦੇ ਹਾਂ। ਸੋ ਇਸ ਦੌਰਾਨ ਚੜ੍ਹਦੇ ਚੇਤਰ ਗਿਆ ਨੌਕਰੀ, ਲੰਘ ਗਿਆ ਮਹੀਨਾ ਜੇਠ, ਤੂੰ ਨੌਕਰ ਕਾਹਦਾ ਘੋੜਾ ਨਾ ਤੇਰੇ ਹੇਠ। ਇਹ ਨਰਿੰਦਰ ਬੀਬਾ ਦਾ ਗੀਤ ਆ। ਉਹ ਵੀ ਮਤਲਬ ਚੇਤ ਜਿਸ ਦੇ ਵਿੱਚ ਕਿਸੇ ਦਾ ਫੌਜੀ ਦਾ ਨੌਕਰੀ ਤੇ ਜਾਣਾ, ਜਿਸ ਤਰ੍ਹਾਂ ਫਿਰ ਹੋ ਗਈ ਸੀ ਮੈਂ ਫੌਜੀ ਕੁੜੀਏ, ਜਾਂ ਸੀਗਾ ਕਿ ਹਰੀਏ ਡੇਕੇ ਨਹੀਂ ਫੁੱਲ ਦੇ ਦੇ ਮੈਂ ਜਾਣਾ ਪੇਕੇ, ਫੁੱਲ ਦੇ ਦੇ ਨਹੀਂ ਹਰੀਏ ਡੇਕੇ ਮੈਂ ਜਾਣਾ ਪੇਕੇ, ਕਾਸ਼ਨੀ ਫੁੱਲ ਡੇਕਾਂ ਨੂੰ ਲੱਗਦੇ ਨੇ, ਅੰਬਾਂ ਤੇ ਖਾਸ ਕਰਕੇ ਅੱਗੇ ਤੂਤਾਂ ਦੇ ਵਿੱਚ ਵੀ ਫਟਾਰਾ ਸ਼ੁਰੂ ਹੋ ਜਾਂਦਾ, ਤੂਤੀਆਂ ਵੀ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਲਾਲ ਪੀਲੇ ਕਾਲੇ ਰੰਗ ਦੀਆਂ। ਸੋ ਇਸ ਕਰਕੇ ਇਸ ਮਹੀਨੇ ਦਾ ਇੱਕ ਤਾਂ ਮਨੁੱਖੀ ਪੱਖ ਹੈ ਤੇ ਦੂਸਰਾ ਮਨੁੱਖ ਵਿਰੋਧੀ ਪੱਖ ਹੈ। ਇਹ ਵੀ ਇਸ ਦੇ ਜਿਹੜੇ ਦੋ ਪੱਖ ਨੇ। ਤੇ ਵਿਸਾਖੀ ਜਿਵੇਂ ਧਨੀ ਰਾਮ ਚਾਤ੍ਰਿਕ ਇਸ ਮਹੀਨੇ ਦੇ ਬਾਬਤ ਲਿਖਦੇ ਨੇ ਕਿ ਧਰਤੀ ਧਨ ਉਗਾਇਆ, ਥੀਵੀ ਹੋਈ ਬਨਸਪਤ ਸਾਰੀ, ਪੁੰਗਰੇ ਬਿਰਸ਼ ਖਿਰਲੀ ਫਲਵਾੜੀ, ਘਾਹ ਚਾਰਿਆ ਸਬਜ਼ੀ ਤਰਕਾਰੀ, ਫੱਗਣ ਦੇ ਦਿਨ ਪੂਰੇ ਹੋਏ, ਚੜਿਆ ਚੇਤ ਨਰਾਤੇ ਆਏ, ਖਿੜੇ ਗੁਲਾਬ ਪਈਆਂ ਗੁਲਕੰਦਾਂ, ਮਧੂ ਮਖੀਰ ਨੇ ਛੱਤੇ ਲਾਏ,
ਜਦੋਂ ਗੁਲਾਬ ਖਿੜਦਾ, ਗੁਲਕੰਦਾਂ ਪਾਉਂਦੇ ਆ ਲੋਕੀ, ਮਧੂ ਮਖੀਰ ਦੇ ਛੱਤੇ ਲੱਗਦੇ ਨੇ, ਸੂਹੇ ਬੇਰ, ਲਕਾਠ, ਸੰਧੂਰੀ। ਬੇਰ ਸੂਹੇ ਹੋ ਜਾਂਦੇ ਨੇ ਤੇ ਲਕਾਠ ਜਿਹੜਾ ਉਹ ਸੰਧੂਰੀ ਹੋ ਜਾਂਦਾ। ਸ਼ਹਿਦ ਭਰੇ ਸ਼ਹਿਤੂਤ ਬਦਾਨੇ, ਕੁਦਰਤ ਨੇ ਖੋਲੇ ਮੈਖਾਨੇ, ਸਾਕੀ ਦੌੜੇ ਵੱਲ ਦੀਵਾਨੇ। ਤੇ ਇਸ ਕਰਕੇ ਇਹ ਜਿਹੜਾ ਵਿਸਾਖੀ ਦੀ ਉਡੀਕ ਦੇ ਵਿੱਚ ਜਿਹੜਾ ਚੇਤ ਦਾ ਮਹੀਨਾ ਇਹ ਕਿਸਾਨਾਂ ਲਈ 13ਵਾਂ ਮਹੀਨਾ ਬਣ ਜਾਂਦਾ, ਕਿਉਂਕਿ ਖਰਚੇ ਸਿਰ ਤੇ ਚੜੇ ਹੁੰਦੇ ਨੇ ਤੇ ਇਹਨੂੰ ਮਤਲਬ 13ਵਾਂ ਮਹੀਨਾ ਵੀ ਇਸ ਕਰਕੇ ਕਿਹਾ ਜਾਂਦਾ। ਮਹੀਨੇ ਤਾਂ ਵੈਸੇ 12 ਹੁੰਦੇ ਨੇ ਕਿ ਕਿਉਂਕਿ ਦਾਣੇ ਆਉਣੇ ਹੁੰਦੇ ਆ ਵਿਸਾਖ ਦੇ ਵਿੱਚ, ਨਵੇਂ ਸਿਰੇ ਤੋਂ ਆਮਦਨ ਸ਼ੁਰੂ ਹੋਣੀ ਹੁੰਦੀ ਹੈ। ਸੋ ਇਸ ਕਰਕੇ ਇਹਦੇ ਖਰਚੇ ਪੱਤੇ ਮੁੱਕ ਜਾਂਦੇ ਨੇ ਚੇਤ 'ਚ। ਸੋ ਇਸ ਕਰਕੇ ਵੀ ਕਿਸਾਨੀ ਨੂੰ ਚਿੰਤਾ ਰਹਿੰਦੀ ਹੈ ਕਿ ਯਾਰ 13ਵਾਂ ਮਹੀਨਾ ਆਇਆ, ਪੈਸੇ ਕਿੱਥੋਂ ਭਾਲਦਾ। ਤੇ ਉਹ ਜਾਣੀ ਉਡੀਕ ਵਿਸਾਖੀ ਦੀ ਬੜੀ ਸ਼ਿੱਦਤ ਨਾਲ ਹੁੰਦੀ ਹੈ। ਤੇ ਵਿਸਾਖੀ ਕਿਉਂਕਿ ਹਾੜੀ ਪੱਕਣ ਦਾ ਪ੍ਰਤੀਕ ਸਮਝੀ ਜਾਂਦੀ ਹੈ ਜਾਂ ਪੈਸਿਆਂ ਦੀ ਆਮਦ ਆਉਂਦੀ ਹੈ। ਆ ਗਿਆ ਵਸੇਖ, ਆ ਗਿਆ ਵਿਸਾਖ, ਚੇਤ ਗਿਆ ਲੰਘ ਨੀ, ਕਣਕਾਂ ਦਾ ਹੋ ਗਿਆ ਸੁਨਹਿਰਾ ਰੰਗ ਨੀ, ਹਵਾ ਦੇ ਹੁਲਾਰੇ ਪਾਉਣ ਮੋਰ ਬੱਲੀਆਂ, ਹਵਾ ਦੇ ਹੁਲਾਰੇ ਪਾਉਣ ਮੋਰ ਬੱਲੀਆਂ, ਭੰਗੜੇ ਤੇ ਵੱਜਦੇ ਨੇ ਢੋਲ ਬੱਲੀਆਂ। ਤੇ ਇਸ ਕਰਕੇ ਜਿਹੜਾ ਬੜਾ ਉਤਸ਼ਾਹ ਹੁੰਦਾ ਇਸ ਮਹੀਨੇ ਦਾ। ਇਹ ਸੀ ਦੋਸਤੋ ਚੇਤ ਦੇ ਮੁਤਲਕ ਕੁਝ ਗੱਲਾਂ ਬਾਤਾਂ। ਤੇ ਨਾਲ ਹੁਣ ਆਪਾਂ ਗੱਲਾਂ ਬਾਤਾਂ ਕਰ ਰਹੀਆਂ ਹੋਲੀ ਦੇ ਬਾਰੇ। ਖਾਸ ਕਰਕੇ ਹੋਲਾਂ ਜ਼ਰੂਰ ਭੁੰਨ ਕੇ ਖਾਓ ਤੇ ਛੋਲਿਆਂ ਦੀ ਸਬਜ਼ੀ ਤਾਂ ਬਣਾਉਂਦੇ ਹੋ, ਪਰ ਹੋਲਾਂ ਭੁੰਨ ਕੇ ਖਾਣ ਦਾ ਮੂੰਹ ਥੋੜਾ ਜਿਹਾ ਬੁੱਲ ਵੱਲ ਲਿਬੜ ਜਾਂਦੇ ਨੇ। ਪਰ ਉਹਨੂੰ ਫੜ ਕੇ ਜਿਵੇਂ ਬਾਰਬੀਕਿਊ ਹੈ ਨਾ ਆਪਣੇ ਆਪ 'ਚ ਕਿਤੇ ਨਾ ਕਿਤੇ, ਉਸ ਟਾਈਪ ਇਹਦਾ ਵੀ ਬੜਾ ਕਮਾਲ ਦਾ ਹੁੰਦਾ। ਹੋਲਾਂ ਮਤਲਬ ਛੋਲਿਆਂ ਦੀਆਂ ਹੋਲਾਂ, ਅਸਲ ਦੇ ਵਿੱਚ ਮੂੰਗਫਲੀ ਦੀਆਂ ਤੁਸੀਂ ਖਾਧੀਆਂ ਹੋਣੀਆਂ। ਸੁਰਿੰਦਰ ਹੋਣੀ ਵੀ ਅੱਜ ਕੱਲ੍ਹ ਮਾਝੇ ਦੀਆਂ ਹੋਲਾਂ ਖਾਣ ਗਏ। ਖੈਰ ਕਿਤੇ ਨਾ ਕਿਤੇ ਹੋਲੀ ਹੋਲਾਂ ਨਾਲ ਵੀ ਜੁੜਦੀ ਹੈ ਨਾ। ਸਾਡੀ ਗਲੀ ਆਈ ਢੋਲਣਾ, ਹੋਲੀ ਬਾਲ ਕੇ ਭੁੰਨੀਆਂ ਹੋਲਾਂ, ਰਤਾ ਚੱਖਦਾ ਜਾਈ ਸੱਜਣਾ। ਇਹ ਵੀ ਸਾਡੀ ਵਿਰਾਸਤ ਦੇ ਵਿੱਚ ਆਉਂਦਾ। ਤੇ ਜਾਣੀ ਕਿ ਹੋਲੀ ਨੂੰ ਹੋਲਾਂ ਭੁੰਨਣ ਦੇ ਲਈ ਬਾਲੀ ਹੋਈ ਅੱਗ ਦੇ ਨਾਲ ਵੀ ਜੋੜਿਆ ਜਾਂਦਾ ਹੈ। ਅਸਲ ਦੇ ਵਿੱਚ ਜਿਵੇਂ ਪੁਰਾਣੇ ਹਿੰਦੂ ਗ੍ਰੰਥਾਂ ਦੇ ਵਿੱਚ ਜਾਂ ਹਿੰਦੂ ਸੱਭਿਆਚਾਰ ਦੇ ਵਿੱਚ ਜਿਹੜੀ ਹੋਲਿਕਾ ਬਾਰੇ ਕਿਹਾ ਗਿਆ, ਜਿਵੇਂ ਹੋਲਿਕਾ ਇਹ ਹਰਨਾਕਸ਼ ਦੀ ਭੈਣ ਸੀ, ਜਾਣੀ ਕਿ ਪ੍ਰਹਲਾਦ ਦੀ ਭੂਆ ਸੀ। ਹੋਲਿਕਾ ਨੇ ਬੜੀ ਤਪੱਸਿਆ ਕੀਤੀ ਹੋਈ ਸੀ, ਬੜੀ ਸਾਧਨਾ ਸੀ, ਸ਼ਿਵ ਦੀ ਭਗਤ ਸੀ ਤੇ ਮੰਨਿਆ ਜਾਂਦਾ ਕਿ ਇਸ ਨੂੰ ਸ਼ਿਵ ਜੀ ਤੋਂ ਵਰਦਾਨ ਵੀ ਪ੍ਰਾਪਤ ਸੀ ਕਿ ਉਸ ਨੂੰ ਅੱਗ ਵੀ ਨਹੀਂ ਸਾੜ ਸਕੇਗੀ। ਜਦੋਂ ਪ੍ਰਹਲਾਦ ਨੇ ਆਪਣੇ ਪਿਤਾ ਹਰਨਾਕਸ਼ ਦੇ ਹੰਕਾਰ ਨੂੰ ਤੋੜਨਾ ਚਾਹਿਆ, ਜਾਣੀ ਪਿਓ ਤੋਂ ਪੁੱਤਰ ਬਾਗੀ ਹੋਇਆ, ਤਾਂ ਉਸਨੇ ਆਪਣੇ ਪੁੱਤਰ ਨੂੰ ਬੜੇ ਤਰੀਕੇ ਨਾਲ ਤਸੀਹੇ ਦਿੱਤੇ। ਉਸ ਵਕਤ ਜਿਹੜੀ ਹਰਨਾਕਸ਼ ਦੀ ਇਹ ਭੈਣ ਸੀ ਜਿਸ ਦਾ ਨਾਂ ਹੋਲਿਕਾ ਸੀ, ਇਸ ਨੇ ਵੀ ਆਪਣੇ ਭਰਾ ਦੀ ਮਦਦ ਕੀਤੀ। ਪਰ ਇਹਦੇ 'ਚ ਸਵਾਲ ਪੈਦਾ ਹੁੰਦਾ ਕਿ ਦੇਖੋ ਪ੍ਰਹਲਾਦ ਵੀ ਤਾਂ ਰੱਬ ਨੂੰ ਪੂਜਦਾ ਸੀ। ਹੁਣ ਜੇ ਹਰਨਾਕਸ਼ ਦੀ ਭੈਣ ਹੋਲਿਕਾ ਨੇ, ਉਹਨੇ ਵੀ ਤਾਂ ਭਗਤੀ ਸ਼ਿਵ ਦੀ ਉਹ ਕੀਤੀ ਸੀ ਨਾ, ਜਿਹੜਾ ਉਹਨੂੰ ਵਰਦਾਨ ਪ੍ਰਾਪਤ ਹੋਇਆ ਸੀ। ਤੇ ਫਿਰ ਹਰਨਾਕਸ਼ ਜਿਹੜਾ ਹੈ ਸੀ, ਵੈਸੇ ਕਈ ਧਰਮ ਦੇ ਆਪਣੇ ਆਪਣੇ ਕਨਸੈਪਟ ਹੁੰਦੇ ਨੇ, ਤੇ ਇਸ ਦੌਰਾਨ ਉਹ ਕਹਿੰਦਾ ਸੀ ਕਿ ਤੂੰ ਮੈਨੂੰ ਜਪ, ਰੱਬ ਨੂੰ ਨਾ ਜਪ। ਜਾਣੀ ਇੱਕ ਹੰਕਾਰ ਭੰਨਿਆ, ਇੱਕ ਹੰਕਾਰੀ ਕਰੈਕਟਰ ਹੈ ਹਰਨਾਕਸ਼, ਦੁਸ਼ਟ ਕਰ ਮਾਰਿਆ, ਜੋ ਗੁਰਵਾਕ ਵੀ ਹੁੰਦਾ। ਤੇ ਇਸ ਕਰਕੇ ਹੋਲਿਕਾ ਨੇ ਹਰਨਾਕਸ਼ ਦੀ ਮਦਦ ਕੀਤੀ ਸੀ ਕਿਉਂਕਿ ਉਸ ਨੂੰ ਅੱਗ ਦੇ ਵਿੱਚ ਵੀ ਨਾ ਸੜਨ ਦਾ ਵਰਦਾਨ ਸੀ। ਪ੍ਰਹਲਾਦ ਨੂੰ ਖਤਮ ਕਰਨ ਵਾਸਤੇ ਉਹ ਉਸ ਨੂੰ ਗੋਦੀ 'ਚ ਲੈ ਕੇ ਮੰਤਰਾਂ ਦਾ ਜਾਪ ਕਰਦੀ ਹੋਈ ਹੋਲੀ ਦੇ ਭਾਂਬੜ ਤੇ, ਹੋਲਿਕਾ ਅੱਗ ਦੇ ਭਾਂਬੜ ਤੇ ਜਾ ਬੈਠੀ। ਮੰਤਰਾਂ ਸਦਕਾ ਹੋਲਿਕਾ ਉੱਤੇ ਅੱਗ ਦਾ ਅਸਰ ਨਹੀਂ ਸੀ ਹੋਣਾ, ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਪ੍ਰਹਲਾਦ ਤਾਂ ਵਿਸ਼ਨੂੰ ਦੀ ਬਖਸ਼ਿਸ਼ ਨਾਲ ਬਚ ਗਿਆ, ਪਰ ਹੋਲਿਕਾ ਉਸ ਦੌਰਾਨ ਉਸ ਅੱਗ ਦੇ ਵਿੱਚ ਸੜ ਗਈ। ਹੋਲਿਕਾ ਬਾਰੇ ਜਿਹੜੀ ਇੱਕ ਲੌਕਿਕ ਕਥਾ ਚੱਲਦੀ ਹੈ, ਉਸ ਅਨੁਸਾਰ ਮੰਨਿਆ ਜਾਂਦਾ ਕਿ ਹੋਲਿਕਾ ਨੇ ਸ਼ਿਵ ਤੋਂ ਇੱਕ ਜਦੋਂ ਉਸ ਤੋਂ ਵਰਦਾਨ ਪ੍ਰਾਪਤ ਕੀਤਾ ਤਾਂ ਉਸ ਨੂੰ ਇੱਕ ਅਜਿਹਾ ਕੱਪੜਾ ਮਿਲਿਆ, ਓੜਨੀ ਕਹਿ ਲਈਏ ਜਿਹਨੂੰ, ਜਾਂ ਚਾਦਰ ਕਹਿ ਲਈਏ, ਲੋਈ ਕਹਿ ਲਈਏ, ਜਿਸ ਉੱਪਰ ਲੈਣ ਨਾਲ ਅੱਗ ਨਹੀਂ ਸੀ, ਮਤਲਬ ਫਾਇਰ ਪ੍ਰੂਫ। ਜਿਵੇਂ ਬਹੁਤ ਸਾਰੇ ਕੱਪੜੇ ਹੁੰਦੇ ਨੇ ਕਿ ਉਹਨਾਂ ਨੂੰ ਅੱਗ ਨਹੀਂ ਲੱਗਦੀ, ਇਸੇ ਤਰ੍ਹਾਂ ਦਾ ਕੱਪੜਾ ਹੋਲਿਕਾ ਕੋਲ ਸੀ ਕਿ ਉਸ ਨੂੰ ਅੱਗ ਨਹੀਂ ਸੀ ਸਾੜ ਸਕਦੀ। ਸੋ ਉਸ ਓੜਨੀ ਦੀ, ਉਸ ਕੱਪੜੇ ਦੀ, ਚਾਦਰ ਦੀ ਬੁੱਕਲ ਮਾਰ ਕੇ ਉਹ ਅੱਗ 'ਚ ਜਾ ਬੈਠੀ। ਇਸ ਦੌਰਾਨ ਉਸ ਬੁੱਕਲ ਮਾਰਨ ਤੋਂ ਬਾਅਦ ਉਸਨੇ ਆਪਣੀ ਗੋਦੀ ਦੇ ਵਿੱਚ ਆਪਣੇ ਆਪ ਨੂੰ ਢੱਕ ਕੇ ਆਪਣੀ ਗੋਦੀ 'ਚ ਪ੍ਰਹਲਾਦ ਨੂੰ ਬਿਠਾ ਲਿਆ ਤੇ ਅੱਗ ਦੇ ਵਿੱਚ ਉਹ ਜਾ ਬੈਠੀ। ਪਰ ਉਸ ਵਕਤ ਮੰਨਿਆ ਜਾਂਦਾ, ਜੋ ਇਹ ਮਿਥਿਹਾਸਕ ਕਥਾਵਾਂ ਨੇ, ਕਿ ਹਨੇਰੀ ਆਉਣ ਕਰਕੇ ਉਹਦੀ ਜਿਹੜੀ ਹੈ ਓੜਨੀ ਉੱਡ ਗਈ, ਉਹ ਪ੍ਰਹਲਾਦ ਤੇ ਜਾ ਲਿਪਟੀ ਤੇ ਪ੍ਰਹਲਾਦ ਤਾਂ ਅੱਗ ਦੇ ਵਿੱਚ ਸੜਨ ਤੋਂ ਬਚ ਗਿਆ, ਪਰ ਹੋਲਿਕਾ ਸੜ ਕੇ ਸੁਆਹ ਹੋ ਗਈ। ਤੇ ਇਸ ਧਾਰਨਾ ਦੇ ਮੁਤਾਬਕ ਜਿਹੜੇ ਹੋਲੀ ਦੇ ਦਿਨਾਂ ਦੇ ਵਿੱਚ ਜਿਹੜੇ ਹਿੰਦੂ ਧਰਮ ਦੇ ਲੋਕ ਨੇ, ਉਹ ਉਸੇ ਯਾਦ ਦੇ ਵਿੱਚ
ਹੋਲੀ ਦੀ ਢਾਂਡੀ ਬਾਲਦੇ ਨੇ। ਜਾਣੀ ਕਿ ਇਹਦਾ ਹੋਲਿਕਾ ਦਾ ਦੂਜਾ ਨਾਂ ਕਿਉਂਕਿ ਢੂੰਡਾ ਵੀ ਸੀਗਾ ਤੇ ਇਹਨੂੰ ਢੂੰਡਾ ਵੀ ਕਹਿੰਦੇ ਸੀ ਤੇ ਹੋਲਿਕਾ ਵੀ ਕਹਿੰਦੇ ਸੀ। ਉਹਦੀ ਯਾਦ ਦੇ ਵਿੱਚ ਤੁਸੀਂ ਵੇਖੋ, ਮੈਂ ਕਈ ਸਾਲ ਹੋ ਗਏ, ਮੈਨੂੰ ਨਹੀਂ ਸੀ ਪਹਿਲਾਂ ਪਤਾ, ਅਸੀਂ ਕਈ ਸਾਲ ਹੋ ਗਏ, ਮੈਂ ਅੰਬਾਲੇ ਗਿਆ ਹੋਲੀ ਦੇ ਦਿਨਾਂ ਦੇ ਦੌਰਾਨ ਤੇ ਮੈਂ ਦੇਖਿਆ ਕਿ ਉੱਥੇ ਅੱਗ ਵਾਲੀ ਬੈਠੇ, ਜਿਵੇਂ ਆਪਣੇ ਲੋਹੜੀ ਦੀ ਬਾਲਦੇ ਆ। ਲੋਹੜੀ ਨੂੰ ਅੱਗ ਸਾਰੇ ਪੰਜਾਬ 'ਚ ਬਾਲਦੇ ਆ, ਪਰ ਪੰਜਾਬ ਦੇ ਵਿੱਚ ਤੁਸੀਂ ਵੇਖੋ ਕਿ ਹੋਲੀ ਨੂੰ ਅੱਗ ਨਹੀਂ ਬਾਲੀ ਜਾਂਦੀ। ਪਰ ਉਹ ਕਈ ਹਿੰਦੂ ਜਿਹੜੇ ਨੇ, ਖਾਸ ਕਰਕੇ ਅੰਬਾਲੇ ਜਿਵੇਂ ਮੈਂ ਵੇਖਿਆ, ਉਹ ਇਸ ਤਰ੍ਹਾਂ ਸਾਂਝੀ ਹੋਲੀ ਬਾਲਦੇ ਨੇ ਇਸੇ ਕੰਸੈਪਟ ਦੇ ਵਿੱਚ। ਜਿਵੇਂ ਉਸ ਅੱਗ ਚੋਂ ਪ੍ਰਹਲਾਦ ਬਚਿਆ, ਇਹਨੂੰ ਢਾਂਡੀ ਵੀ ਕਿਹਾ ਜਾਂਦਾ ਹੈ। ਹੋਲੀ ਦਾ ਹੀ ਜਾਣੀ ਲੋਹੜੀ ਦੀ ਅੱਗ ਦਾ ਹੀ ਇਹ ਦੂਜਾ ਰੂਪ ਹੈ। ਹੋਲੀ ਕਿਉਂਕਿ ਇੱਕ ਮੌਸਮੀ ਤਿਉਹਾਰ ਹੈ ਅਸਲ ਦੇ ਵਿੱਚ, ਜੋ ਬਹਾਰ ਦੀ ਆਮਦ ਤੇ ਫੱਗਣ ਦੀ ਪੂਰਨਮਾਸ਼ੀ ਨੂੰ ਭਾਰਤ ਦੇ ਵਿੱਚ ਇੱਕ ਵੱਡੇ ਭਾਗ ਦੇ ਵਿੱਚ ਮਨਾਇਆ ਜਾਂਦਾ ਹੈ। ਫੱਗਣ ਮਹੀਨਾ ਪੈਣ ਕਰਕੇ ਇਸ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਉੱਥੇ ਫਾਗ ਦਾ, ਜਿਵੇਂ ਆਪਣੇ ਲੋਕ ਗੀਤ ਹੁੰਦੇ ਨੇ ਨਾ ਵਿਸਾਖੀ ਦੇ, ਇਸ ਤਰ੍ਹਾਂ ਉੱਥੇ ਫਾਗ ਹੈ, ਉਹ ਫਾਗ ਗਾਇਆ ਜਾਂਦਾ ਹੈ। ਜਿਵੇਂ ਆਪਣੇ ਸੁਹਾਗ ਗਾਉਂਦੇ ਨਾ, ਉਦੋਂ ਉੱਥੇ ਫਾਗ ਗਾਇਆ ਜਾਂਦਾ। ਫਾਗ ਦੇ ਗੀਤ ਨੇ ਉੱਥੇ ਇਸ ਤਰ੍ਹਾਂ ਮਤਲਬ ਗਾਏ ਜਾਂਦੇ ਨੇ, ਉਹਨਾਂ ਦੇ ਸੱਭਿਆਚਾਰ 'ਚ ਮਿਲਦੇ ਨੇ। ਫੱਗਣ ਦੇ ਤਾਰੀਫ ਦੇ ਵਿੱਚ ਜਾਂ ਰੱਬ ਦੀ ਉਸਤਤ ਦੇ ਵਿੱਚ ਫਾਗ ਦੇ ਗੀਤ ਨੇ ਜਿਹੜੇ ਗਾਏ ਜਾਂਦੇ ਨੇ। ਸੋ ਦੱਖਣ ਦੇ ਵਿੱਚ ਇਹ ਤਿਉਹਾਰ ਜਿਹੜਾ ਉਹ ਕਾਮਦੇਵ ਨਾਲ ਸੰਬੰਧਿਤ ਹੈ। ਇਸ਼ਕ ਦਾ ਜਿਹੜਾ ਸੈਕਸ ਦਾ ਦੇਵਤਾ ਕਹਿ ਲਈਏ ਜਾਂ ਕਾਮ ਦਾ ਦੇਵਤਾ ਕਹਿ ਲਈਏ, ਕਾਮ, ਉਹਦੀ ਜਿਹੜੀ ਪ੍ਰੇਮਕਾ ਸੀ ਜਾਂ ਵਾਈਫ ਸੀ, ਉਹਦਾ ਨਾਂ ਰੱਤੀ ਸੀ। ਉਹ ਮੇਰੇ ਖਿਆਲ ਸ਼ਿਵ ਦੀ ਬੇਟੀ ਸੀ ਸ਼ਾਇਦ, ਮੈਨੂੰ ਅਜੇ ਵਰਬਲੀ ਹੈ, ਮੈਨੂੰ ਯਾਦ ਨਹੀਂ, ਸ਼ਾਇਦ ਮੈਂ ਗਲਤ ਵੀ ਹੋਵਾਂ। ਰੱਤੀ ਜਿਹੜੀ ਸੀ ਉਹ ਸ਼ਿਵ ਦੀ ਬੇਟੀ ਸੀ। ਕਾਮਦੇਵ ਦੀ ਉਹ ਪ੍ਰੇਮਕਾ ਜਾਂ ਪਤਨੀ, ਕੁਝ ਵੀ ਕਹਿ ਸਕਦੇ ਹੋ। ਉਸ ਨਾਲ ਸੰਬੰਧਿਤ ਇਹ ਤਿਉਹਾਰ ਹੋਲੀ ਦੇ ਵਕਤ ਦੱਖਣ ਦੀਆਂ ਸਟੇਟਾਂ 'ਚ ਵੀ ਮਨਾਇਆ ਜਾਂਦਾ, ਜਿਸ ਨੂੰ ਕਾਮ ਦਹਨਮ ਜਾਂ ਕਾਮਾ ਪੰਡਿਕਾਈ ਕਿਹਾ ਜਾਂਦਾ ਹੈ। ਉੱਥੇ ਕਾਮਦੇਵ ਦੀ ਪੂਜਾ ਕੀਤੀ ਜਾਂਦੀ ਹੈ। ਇਹ ਜਿਹੜੀਆਂ ਆਪਣੇ ਉਹ ਰੱਤੀਆਂ ਹੁੰਦੀਆਂ ਨੇ ਨਾ, ਲਾਲ ਤੇ ਕਾਲੀਆਂ, ਉਹਨਾਂ ਦੀ ਮੇਅਰਮੈਂਟ ਇੰਨੀ ਹੁੰਦੀ ਹੈ ਕਿ ਉਹਨਾਂ ਦਾ ਨਾਪ ਸਾਰੀਆਂ ਦਾ ਬਰਾਬਰ ਹੁੰਦਾ। ਇਸੇ ਕਰਕੇ ਅੱਗੇ ਉਹ ਵਜਨ ਜੋਖਣ ਦੇ ਕੰਮ ਆਉਂਦੀਆਂ ਸੀ। ਜਿਵੇਂ ਅਫੀਮ ਉਹ ਰੱਤੀਆਂ ਨਾਲ ਜੋਖੀ ਜਾਂਦੀ ਸੀ, ਸੋਨਾ ਜਿਹੜਾ ਉਹ ਰੱਤੀਆਂ ਨਾਲ ਜੋਖਿਆ ਜਾਂਦਾ ਸੀ। ਉੱਥੋਂ ਰੱਤੀਆਂ, ਤੋਲੇ, ਮਾਸਾ, ਇਹ ਚੀਜ਼ਾਂ ਬਣੀਆਂ। ਉਹ ਅੱਜ ਕੱਲ੍ਹ ਤਾਂ ਹੈ ਨਹੀਂ। ਮੈਂ ਉਹ ਇੱਕ ਵਾਰੀ 2-3 ਸਾਲ ਹੋ ਗਏ ਇੱਧਰ ਜਾ ਰਿਹਾ ਸੀ, ਜੋੜੇ ਪਲਾਂ ਵਾਲੀ ਸੜਕ ਤੇ ਜਿਹੜੀ ਨਾਭੇ ਤੋਂ ਜੋੜੇ ਪਲਾਂ ਨੂੰ ਜਾਂਦੀ ਹੈ, ਉੱਥੇ ਮੈਂ ਉਹ ਦੇਖਿਆ ਸੀ, ਬਹੁਤ ਸੋਹਣੀਆਂ ਲੱਗੀਆਂ ਹੋਈਆਂ ਸੀ। ਉਹ ਵੈਸੇ ਥੋੜ੍ਹੀਆਂ ਜ਼ਹਿਰੀਲੀਆਂ ਹੁੰਦੀਆਂ ਰੱਤੀਆਂ। ਰੱਤੀ ਤੇਰੀ ਉਹ ਢੋਲ ਮੇਰਾ ਲੂੰਗੀ, ਉਹ ਗੀਤ ਵੀ ਹੈ ਨਾ, ਬੋਲੀ ਹੈ, ਰੱਤੀ ਤੇਰੀ ਉਹ ਢੋਲ ਮੇਰਾ ਲੂੰਗੀ, ਵੱਟ ਪਵਾਉਣੀ ਹੈ ਮੈਂ ਰੇਸ਼ਮ ਦੀਆਂ ਡੋਰਾਂ, ਜਾਂਦਾ ਜਾਂਦਾ ਕੋਈ ਅੱਖੀਆਂ ਓਲੇ ਹੋ ਗਿਆ ਵੇ ਮੈਂ ਦੂਰ ਤੋਂ ਪਛਾਣਦੀਆਂ ਤੋਰਾਂ। ਉਹ ਰੱਤੀ, ਕਈਆਂ ਨੇ ਨਾਂ ਵੀ ਰੱਤੀ ਰੱਖਿਆ ਹੁੰਦਾ ਕੁੜੀਆਂ ਨੇ, ਤੇ ਉਹ ਮਤਲਬ ਰੱਤ ਵਰਗਾ ਉਹਦਾ ਰੰਗ ਹੈ, ਇਸ ਕਰਕੇ ਲਾਲ ਸੂਹੀ ਤੇ ਉੱਥੋਂ ਉਹਦਾ ਨਾਂ ਰੱਤੀ ਪਿਆ। ਯਾਨੀ ਇਹ ਕਾਮਦੇਵ ਦੀ ਉਹ ਪ੍ਰੇਮਕਾ ਸੀ ਰੱਤੀ। ਤੇ ਇਹ ਕਾਮਦੇਵ ਨਾਲ ਸੰਬੰਧਿਤ ਤਿਉਹਾਰ ਦੱਖਣ ਦੇ ਵਿੱਚ ਹੋਲੀ ਵਾਲੇ ਦਿਨ ਦਾਨਮ ਜਾਂ ਕਾਮਾ ਪੰਡਿਕਾਈ ਦੇ ਨਾਂ ਨਾਲ ਵੀ ਮਨਾਇਆ ਜਾਂਦਾ ਹੈ। ਪਰ ਪੰਜਾਬ ਦੇ ਵਿੱਚ ਇਹ ਤਿਉਹਾਰ ਬਸੰਤ ਪੰਚਮੀ ਤੋਂ 40ਵੇਂ ਦਿਨ ਪੈਂਦਾ ਹੈ। ਜਿਹੜਾ ਚਲੀਹਾ ਹੈ ਨਾ, ਇਹ ਭਾਰਤੀ ਲੋਕਧਾਰਾ ਦੇ ਵਿੱਚ, ਖਾਸ ਕਰਕੇ ਸੱਭਿਆਚਾਰ ਦੇ ਵਿੱਚ ਵੀ ਇਸ ਚਲੀਹੇ ਦਾ ਬਹੁਤ ਮਹੱਤਵ ਹੈ। ਜਿਵੇਂ ਬਾਬਾ ਫਰੀਦ ਸਾਹਿਬ ਨੇ ਵੀ ਚਲੀਹੇ ਕੱਟੇ ਸੀਗੇ। 40 ਦਾ ਪਾਠ ਆਪਣੇ ਵੀ ਲੋਕੀ ਕਰਦੇ, ਅੱਜ ਕੱਲ੍ਹ ਸਿੱਖ ਵੀ ਕਰੀ ਜਾਂਦੇ ਚਲੀਹਾ। ਤੇ ਇਸੇ ਕਰਕੇ ਜਿਹੜਾ ਜੋਗੀ ਸੰਤ ਮਹਾਤਮਾ ਬਿਨਾਂ ਅੰਨ ਖਾਧੇ 40 ਦਿਨ ਤੱਕ ਵਰਤ ਕਰਨ ਦੀ ਪ੍ਰਥਾ ਸੀ, ਜਿਸ ਤਰ੍ਹਾਂ ਖਾਸ ਵਿਧੀ ਵਿਧਾਨ ਰੱਖਿਆ ਹੁੰਦਾ। ਤੁਸੀਂ ਵੇਖੋ ਜਿਹੜੇ ਸਬਰੀਮਾਲਾ ਲੋਕ ਜਾਂਦੇ ਨੇ ਬੰਦੇ, ਉਹ ਵੀ 40 ਦਿਨ ਆਪਣੀ ਗ੍ਰਹਿਸਤ, ਜਾਣੀ ਕਿ ਜਿਹੜੇ ਵਿਆਹੁਤਾ ਨੇ, ਉਹ ਆਪਣੀ ਗ੍ਰਹਿਸਤ ਲਾਈਫ ਜਿਹੜਾ ਆਪਣੀ ਪਤਨੀ ਨਾਲ ਨਹੀਂ ਨਿਭਾਉਂਦੇ, ਬ੍ਰਹਮਚਾਰੀ ਨਿਭਾਉਂਦੇ ਨੇ। 40 ਦਿਨਾਂ ਬਾਅਦ ਉਹ ਬ੍ਰਹਮਚਾਰੀ ਰਹਿ ਕੇ ਹੀ ਉਹ ਸਬਰੀਮਾਲਾ ਮੰਦਿਰ 'ਚ ਜਾਂਦੇ ਨੇ। ਤੇ ਇਸ ਕਰਕੇ ਚਲੀਹੇ ਕੱਟਣੇ ਇਹ ਹਿੰਦੂਆਂ 'ਚ ਵੀ ਹੈ, ਇਹ ਮੁਸਲਮਾਨਾਂ 'ਚ ਵੀ ਹੈ। ਅੱਜ ਕੱਲ੍ਹ ਤਾਂ ਸਿੱਖ ਵੀ ਮਤਲਬ ਚਲੀਹੇ ਦਾ ਪਾਠ ਮੇਰੇ ਖਿਆਲ ਕੁਝ ਕਰਨ ਲੱਗ ਪਏ ਨੇ। ਮੁਸਲਮਾਨਾਂ ਦੇ ਵਿੱਚ ਇਹਨਾਂ ਨੂੰ ਚਿਲੇ ਵੀ ਕਹਿੰਦੇ ਨੇ, ਯਾਨੀ ਚਿਲੇ ਸੀ। ਜਿਵੇਂ ਪਹਿਲਿਆਂ ਸਮੇਂ ਬੱਚੇ ਦੇ ਜਨਮ ਮਗਰੋਂ ਵੀ ਚਲੀਹੇ ਤੱਕ ਉਸ ਨੂੰ ਕੋਠੇ ਦੇ ਅੰਦਰ ਰੱਖਣ ਦੀ ਪ੍ਰਥਾ ਸੀ, ਜਿਹਨੂੰ ਆਪਣੇ ਸ਼ਿਲਾ ਕਹਿਣ ਲੱਗ ਪਏ ਨਾ। ਹਾਲਾਂਕਿ ਕਹਿੰਦਾ ਤੂੰ ਉੱਠ ਖੜ, ਤੂੰ ਕਿਹੜਾ ਸ਼ਿਲੇ 'ਚ। ਮੈਨੂੰ ਸ਼ਿਲੇ ਤੇ ਚੇਤੇ ਹੈ, ਇੱਕ ਵਾਰੀ ਸਾਡੇ ਪਿੰਡ ਨਾ ਛਾਪਾ ਪੈ ਗਿਆ ਪੁਲਿਸ ਦਾ। ਉੱਥੇ ਇੱਕ ਘਰ ਸੀ ਜਿਹੜਾ ਉਹ ਬਹੁਤ ਦਾਰੂ ਕੱਢਦਾ ਸੀਗਾ, ਜੱਟ ਜਿਵੇਂ ਸਾਰੇ ਕੱਢਦੇ ਹੁੰਦੇ ਆ ਬਹੁਤੇ, ਤੇ ਉਹਨਾਂ ਦੇ ਘਰੇ ਛਾਪਾ ਪੈ ਗਿਆ। ਤੇ ਅਸੀਂ ਨਿਆਣੇ ਵੀ, ਪੁਲਿਸ ਆ ਗਈ, ਛਾਪਾ ਪੈ ਗਿਆ। ਉਹਨਾਂ ਦੀ ਬੁੜੀ ਬਹੁਤ ਤੇਜ਼ ਸੀ ਬੇਬੇ, ਤੇ ਉਹ ਬੇਬੇ ਨੇ ਨਾ ਆਪਣੀ ਇੱਕ ਨੂੰਹ ਨਾ ਪਿਛਲੀ ਕੋਠੜੀ 'ਚ ਪਾ ਦਿੱਤੀ। ਜਿੰਨੀਆਂ ਉਹ ਬਲੈਡਰ ਜੀ ਸੀ, ਪੀਪੀਆਂ ਆਉਂਦੀਆਂ ਸੀ, ਪਲਾਸਟਿਕ ਦੀਆਂ ਬੋਤਲਾਂ ਹੁੰਦੀਆਂ ਸੀ, ਉਹ ਸਾਰੀਆਂ ਉਹਦੇ ਮੰਜੇ ਤੇ ਪਾ ਕੇ ਤੇ ਉੱਤੇ ਚਾਦਰ ਲੈ ਕੇ ਪਾਤਾ ਉਹਨੂੰ। ਪੁਲਿਸ ਵਾਲਿਆਂ ਨੂੰ ਕਹਿੰਦੀ ਅੰਦਰ ਨਹੀਂ ਜਾਣਾ, ਬਾਹਰੋਂ ਦੇਖ ਲਓ ਤੁਸੀਂ, ਅੰਦਰ ਮੇਰੀ ਨੂੰਹ ਨਾ ਚਲੀਹੇ 'ਚ ਹੈ।
ਛਿਲੇ 'ਚ ਸੌਰੀ ਬਾਅਦ 'ਚ ਉਹਨਾਂ ਨੂੰ ਕਈ ਲੋਕ ਨਾ ਟੇਢੇ ਤਰੀਕੇ ਨਾਲ ਛਿਲੇ ਵਾਲੇ ਕਹਿਣ ਲੱਗ ਪਏ, ਛਿਲੇ ਵਾਲੇ। ਸੋ ਉਹ ਛਿਲਾ ਕੱਟਣ ਦੀ ਰਿਵਾਇਤ ਸੀਗੀ। ਅਸਲ ਦੇ ਵਿੱਚ ਉਹ ਵੀ ਕਾਰਨ ਸੀਗਾ ਕਿਉਂਕਿ ਉਹ ਔਰਤ ਬਾਹਰ ਨਾ ਜਾਵੇ, ਲਾਈਟ 'ਚ ਨਾ ਜਾਵੇ, ਅੰਦਰ ਦੀਵਾ ਬਾਲਿਆ ਜਾਂਦਾ ਸੀ, ਲੋਹਾ ਆਦਿ ਰੱਖਿਆ ਜਾਂਦਾ ਸੀ ਕਿ ਬੁਰੀਆਂ ਬਲਾਵਾਂ ਨਾ ਆਉਣ। ਇੱਕ ਉਹ ਲੌਜਿਕ ਸੀਗਾ ਕਿਉਂਕਿ ਉਹਦੀ ਡਿਲੀਵਰੀ ਹੋਈ ਹੈ, ਜਨੇਪਾ ਹੋਇਆ ਕਿ ਉਹ ਦੂਸਰਿਆਂ ਦੇ ਸੰਪਰਕ 'ਚ ਨਾ ਆਵੇ। ਉਹ ਸੂਤਕ ਪਾਤਕ ਕਈ ਚੀਜ਼ਾਂ ਸੀ ਛਿਲੇ ਕੱਟਣ ਦਾ। ਸੋ ਇਸ ਕਰਕੇ ਬੱਚਾ ਜੰਮ ਕੇ ਵੀ ਜਿਵੇਂ ਛਿਲੇ ਤੋਂ ਬਾਹਰ ਵਧਾਉਂਦੇ ਸੀ ਵੀ ਬੜਾ ਪ੍ਰਸ਼ਾਦ ਖਾਧਾ ਲੋਕਾਂ ਦੇ ਘਰੇ ਜਾ ਕੇ, ਭੋਗ ਕਹਿੰਦੇ ਸੀ ਅੱਜ ਉਹਨਾਂ ਦੇ ਛਿਲਾ ਮਨਾਇਆ ਜੀ, ਹਨਾ, ਏਦਾਂ ਹੁੰਦਾ ਪਿੰਡਾਂ 'ਚ। ਖੈਰ ਇਹ ਚਿਲਾ ਵੀ, ਚਿਲੇ ਦਾ ਬਦਲਿਆ ਰੂਪ ਹੈ ਛਿਲਾ। ਤੇ ਬੱਚੇ ਦੇ ਜਨਮ ਤੋਂ ਮਗਰੋਂ ਚਲੀਹੇ ਜਾਣੀ 40 ਦਿਨ ਤੱਕ ਉਸ ਨੂੰ ਕੋਠੇ ਦੇ, ਕੱਚੇ ਕੋਠੇ ਦੇ ਜਾਣੀ ਘਰ ਦੇ ਅੰਦਰ ਰੱਖਣ ਦੀ ਪ੍ਰਥਾ ਸੀ। ਉਸ ਕੋਠੇ ਨੂੰ ਚਿਲਾ ਜਾਣੀ ਪੰਜਾਬ 'ਚ, ਇੱਧਰਲੇ ਚੜ੍ਹਦੇ ਪੰਜਾਬ 'ਚ, ਆਪਣੇ ਵਾਲੇ ਪੰਜਾਬ ਵਾਲੇ 'ਚ, ਹੋਣ ਵਾਲੇ 'ਚ, ਇੱਧਰ ਛਿਲਾ ਕਹਿਣ ਲੱਗ ਪਏ ਚੱਚੇ ਤੋਂ ਵਿਗੜ ਕੇ। ਸੋ ਉਸ ਛਿਲੇ ਵਾਲੇ ਦਿਨ ਇਸ਼ਨਾਨ ਕਰਕੇ ਮਾਂ ਤੇ ਬੱਚਾ ਦੋਵੇਂ ਫਿਰ ਉਹਦੀ ਨਹਾਈ ਧੋਈ ਕਰਾ ਕੇ ਨਾ ਬਾਹਰ ਪੈਰ ਧਰਦੇ ਸਨ ਤੇ ਉਹਦਾ ਫਿਰ ਛਿਲੇ ਵਾਲੇ ਦਿਨ ਹੀ ਉਹਦਾ ਨਾਮਕਰਨ ਰੱਖਿਆ ਜਾਂਦਾ ਸੀ, ਰਿਸ਼ਤੇਦਾਰ ਆਉਂਦੇ ਸੀ। ਖੈਰ ਇਹ ਜਿਹੜੀ ਹੋਲੀ ਹੈ ਅਸਲ ਦੇ ਵਿੱਚ ਬਸੰਤ ਰੁੱਤ ਦਾ ਚਲੀ ਹੈ ਕਿ ਬਸੰਤ ਤੋਂ ਬਾਅਦ ਜਿਹੜੇ 40 ਦਿਨ ਨੇ ਨਾ ਉਹਨਾਂ ਦੀ ਇੱਕ ਸੈਲੀਬ੍ਰੇਸ਼ਨ ਹੈ। ਤੇ ਜਦੋਂ ਬਸੰਤ ਪੰਚਮੀ ਤੋਂ ਟੋਟਲ 40 ਦਿਨ ਬਾਅਦ ਇਹ ਜਿਹੜਾ ਹੈਗਾ ਮਨਾਇਆ ਜਾਂਦਾ ਹੋਲੀ ਦਾ ਤਿਉਹਾਰ, ਇਹ ਅਸਲ ਤਾਂ ਬਸੰਤ ਰੁੱਤ ਦਾ ਚਲੀ ਹੈ ਕਿਉਂਕਿ ਬਿਹਾਰ ਰੁੱਤ ਜਿਹੜੀ ਬਹਾਰ ਹੈ ਉਹ ਬਸੰਤ ਪੰਚਮੀ ਨੂੰ ਉਦੇ ਹੁੰਦੀ ਹੈ। ਚਲੀਹੇ ਮਗਰੋਂ ਉਹ 4 ਚੁਫੇਰੇ ਪਸਰਨ ਲੱਗਦੀ ਹੈ। ਪੁਰਾਣੇ ਸਮਿਆਂ ਦੇ ਵਿੱਚ ਵੀ ਬਸੰਤ ਦੇ ਆਗਮਨ ਵਜੋਂ ਇੱਕ ਤਿਉਹਾਰ ਬਸੰਤ ਪੰਚਮੀ ਤੋਂ ਲੈ ਕੇ ਹੋਲੀ ਤੱਕ 40 ਦਿਨ ਲਗਾਤਾਰ ਮਨਾਇਆ ਜਾਂਦਾ ਸੀ। ਉਹ ਤਿਉਹਾਰ 40 ਦਿਨ ਚੱਲਦਾ ਸੀ। ਉਸ ਤਿਉਹਾਰ ਨੂੰ ਸੁਵਸੰਤਕਾ ਕਹਿੰਦੇ ਸਨ ਪੁਰਾਤਨ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਸਨਾਤਨ ਧਰਮ ਦੇ ਵਿੱਚ, ਤੇ ਉਹਨੂੰ ਸੁਵੰਤਕਾ ਕਹਿੰਦੇ ਸੀਗੇ। ਇਹ ਉਤਸਵ ਦੇ ਦੌਰਾਨ ਲੋਕ ਗੁਲਾਬੀ ਕੱਪੜੇ ਪਾਉਂਦੇ ਸੀ। ਉਸ ਦੌਰਾਨ ਕਾਮਦੇਵ ਦੀ ਉਪਾਸਨਾ ਕਰਦੇ ਸੀ ਜਿਹੜਾ ਇਸ਼ਕ ਦਾ, ਸੈਕਸ ਦਾ ਦੇਵਤਾ ਹੈ, ਜਿਹਦੇ ਯਾਦ ਦੇ ਵਿੱਚ ਜਿਵੇਂ ਦੱਖਣ ਦੇ ਵਿੱਚ ਉਦਾਨਮ ਜਾਂ ਕਾਮਾ ਪੰਡਿਕਾਈ ਤਿਉਹਾਰ ਮਨਾਇਆ ਜਾਂਦਾ। ਇਹ ਪੰਜਾਬ ਦੇ ਵਿੱਚ ਵੀ ਸੀਗਾ ਸੁਵੰਤਸਕਾ ਤਿਉਹਾਰ। ਉਹ 40 ਦਿਨ ਮਤਲਬ ਪੂਰਾ ਲੋਕਾਂ 'ਚ ਐਨ ਸੈਲੀਬ੍ਰੇਸ਼ਨ ਹੁੰਦੀ ਸੀਗੀ, ਇਸ਼ਕੀਆ ਮੁਸ਼ਕਿਆ ਜਾਂ ਉਤਸ਼ਾਹ ਵਾਲੇ ਜਿਹੜੇ ਲੋਕ ਮੈਰਿਡ ਲੋਕ ਹੁੰਦੇ ਸੀ। ਜਿਹੜੇ ਨਹੀਂ ਵੀ ਹੁੰਦੇ ਸੀ ਉਹ ਵੀ ਗੁਲਾਬੀ ਰੰਗ ਦੇ ਕੱਪੜੇ ਜਾਣੀ ਚਾਹ ਮਲਾਰ ਵਾਲੇ ਕੱਪੜੇ ਸੀ ਕਿਉਂਕਿ ਇਸ਼ਕ ਦਾ ਦੇਵਤਾ ਕਾਮਦੇਵ ਤੇ ਉਹਦੀ ਪ੍ਰੇਮਕਾ ਰੱਤੀ ਦਾ ਜੋ ਕਨਸੈਪਟ ਸੀਗਾ, ਹਰ ਕੋਈ ਆਪਣੇ ਆਪ ਨੂੰ ਕਾਮਦੇਵ ਜਾਂ ਰੱਤੀ ਦੇ ਰੂਪ 'ਚ ਵੇਖਦਾ ਸੀਗਾ। ਤੇ ਇਸ ਤਿਉਹਾਰ ਦੇ ਮਗਰੋਂ ਬਸੰਤ ਪੰਚਮੀ ਅਤੇ ਹੋਲੀ, ਦੋ ਤਿਉਹਾਰਾਂ ਦੇ ਵਿੱਚ ਇਹ ਫਿਰ ਜਿਹੜੇ 40 ਦਿਨ ਉਹ ਆਪਸ ਦੇ ਵਿੱਚ ਵੰਡੇ ਗਏ। ਮਤਲਬ ਬਸੰਤ ਤੋਂ ਲੈ ਕੇ ਹੋਲੀ ਤੱਕ ਚੱਲਣ ਵਾਲੇ 40 ਦਿਨਾਂ ਦਾ ਤਿਉਹਾਰ ਆ ਉਹ ਦੋ ਵੱਡੇ ਤਿਉਹਾਰਾਂ 'ਚ ਵੰਡਿਆ ਗਿਆ। ਹੋਲੀ ਦਾ ਜਿਹੜਾ ਲੈਂਗੁਇਸਟਿਕਸ ਦਾ ਜਾਂ ਭਾਸ਼ਾ ਦਾ ਜਿਹੜਾ ਰਿਸ਼ਤਾ ਹੈ ਉਹ ਹੋਲਾਂ ਨਾਲ ਵੀ ਜੁੜਦਾ ਤੇ ਹੋਲਿਕਾ ਨਾਲ ਵੀ ਜੁੜਦਾ। ਜਿਵੇਂ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਛੋਲੀ ਆ ਉਹ ਨਿਸਰ ਰਿਹਾ ਹੁੰਦਾ, ਕੱਚਾ ਹੁੰਦਾ, ਥੋੜਾ ਪੱਕ ਰਿਹਾ ਹੁੰਦਾ। ਉਸ ਦੌਰਾਨ ਜਿਹੜੇ ਕਿਸਾਨ ਨੇ ਆਪਣੀ ਲੋੜ ਮੁਤਾਬਕ ਗੁੜ ਵਗੈਰਾ ਹੁੰਦਾ ਜਾਂ ਵੈਸੇ ਵੀ ਤੁਸੀਂ ਉਹਨੂੰ, ਸਬਜ਼ੀ ਤਾਂ ਛੋਲੀ ਦੀ ਬੜੀ ਕਮਾਲ ਦੀ ਹੁੰਦੀ ਹੈ। ਅੱਜ ਕੱਲ੍ਹ ਤਾਂ ਬੀਬੀਆਂ ਵਿਚਾਰੀਆਂ ਪੋਟੇ ਇੰਨੇ ਪੋਲੇ ਹੋ ਗਏ ਕਿ ਘਰੇ ਕੱਢਦੀਆਂ ਵੀ ਨਹੀਂ ਕਿ ਕੌਣ ਕੱਲਾ ਕੱਲਾ ਦਾਣਾ ਕੱਢਿਆ ਕਢਾਇਆ ਹੁੰਦਾ। ਮੈਂ ਦੇਖਿਆ ਸਾਡੇ ਜਿਨ੍ਹਾਂ ਨੇ ਕੰਮ ਕਰਦੇ ਆ ਲੋਕ, ਤਿਰਪੜੀ ਹੈ ਸਾਡੇ ਜਿੱਥੇ ਬਾਵਲਪੁਰੀ ਹਿੰਦੂ ਭਾਈਚਾਰਾ ਬਹੁਤ ਰਹਿੰਦਾ, ਉਹਨਾਂ ਦੀਆਂ ਜਿਹੜੀਆਂ ਬੀਬੀਆਂ ਨੇ ਨਾ ਬਹੁਤ ਉਹ ਸਿਲਾਈ ਕਢਾਈ ਦਾ ਕੰਮ, ਜਾਣੀ ਸਾਡੇ ਵਾਲੀਆਂ ਜਿਹੜਾ ਜ਼ਿਆਦਾ ਬਹੁਤਾ ਲਾਣਾ ਨਾ ਪੰਜਾਬ ਵਾਲਾ ਭਾਵੇਂ ਸਿੱਖ ਆ ਜਾਂ ਹਿੰਦੂ ਆ, ਉਹ ਕੰਮ ਤੋਂ ਥੋੜਾ ਜਿਹਾ ਭੱਜਦੇ ਆ। ਪਰ ਇਹ ਜਿਹੜੀ ਬਹਾਵਲਪੁਰੀ ਕਮਿਊਨਿਟੀ ਹੈ ਨਾ, ਇਹ ਕਮਿਊਨਿਟੀ ਬਹੁਤ ਹਾਰਡ ਵਰਕਰ ਹੈ। ਉਹ ਮੈਂ ਦੇਖਿਆ ਕਈ ਵਾਰੀ ਤਾਂ ਉਹਨਾਂ ਦੇ ਢੇਰ ਛੋਲੀਆ ਰੱਖਿਆ ਹੁੰਦਾ। ਮੈਂ ਉਹਨੂੰ ਪੁੱਛਣਾ ਆਂਟੀ ਵੀ ਕਈ ਵਾਰੀ ਲੰਘਦੇ ਬੇਬਿਆਂ ਕੋਲ ਬਹਿ ਜਾਈਦਾ ਵੀ ਇੰਨਾ ਤੁਸੀਂ ਕੀ ਕਰੋਗੇ, ਲੰਗਰ ਲੰਗਰ ਲਾਉਣਾ? ਉਹ ਫਿਰ ਬੋਲਦੇ ਬੜੇ ਨਾ ਬਚੜਿਆ ਬਹਾਵਲਪੁਰੀ ਭਾਸ਼ਾ ਸਾਡੀ ਦੁਕਾਨ ਹੈ। ਉਹ ਮਤਲਬ ਛੋਲੂਆ ਕੱਢ ਕੇ ਉਹ ਜਿਹੜੀ ਵੇਸਟ ਹੈ ਉਹ ਤਾਂ ਗਾਵਾਂ ਗੂਵਾਂ ਨੂੰ ਪਾ ਦਿੰਦੇ ਆਪਣੇ, ਜਿਹੜੀਆਂ ਵਾਰਾ ਫਿਰਦੀਆਂ, ਉਹ ਫਿਰ ਦੁਕਾਨ ਤੇ ਕੱਢਿਆ ਕਢਾਇਆ ਵੇਚਿਆ ਜਾਂਦਾ। ਹੁਣ ਜਿਹੜੇ ਭਾਈ ਨਹੀਂ ਕੱਢ ਸਕਦੇ ਉੱਥੋਂ ਕੋਈ 100 ਗ੍ਰਾਮ ਲੈਂਦਾ, ਕੋਈ ਪਾਈਆ, ਤਾਂ ਬੜਾ ਅਮੀਰ ਬੰਦਾ ਹੀ ਲੈਂਦਾ ਛੋਲੂਆ, ਵਿੱਚ ਆਲੂ ਪਾਉਂਦੇ, ਬਹੁਤ ਸਵਾਦਲੀ ਸਬਜ਼ੀ ਹੁੰਦੀ ਹੈ ਛੋਲੂਏ ਦੀ। ਤੇ ਇਹਨੂੰ ਮਤਲਬ ਜਦੋਂ ਭੁੰਨਦੇ ਆ ਨਾ ਉਹ ਪੂਰਾ ਆਪਣੇ ਆਪ 'ਚ ਬਾਰਬੀਕਿਊ ਟਾਈਪ ਹੁੰਦਾ, ਪਟਾਕੇ ਪੈਂਦੇ ਨੇ ਤੇ ਵੈਸੇ ਬਹੁਤ ਸਟਰੋਂਗ ਹੁੰਦਾ ਇਹ। ਤੇ ਇਸ ਕਰਕੇ ਜਿਹੜਾ ਛੋਲੀਆ ਨਿਸਰ ਰਿਹਾ ਹੁੰਦਾ ਉਹਦੀਆਂ ਹੋਲਾਂ ਭੁੰਨ ਕੇ ਖਾਧੀਆਂ ਜਾਂਦੀਆਂ ਨੇ। ਤੇ ਇਹਦਾ ਵੀ ਇੱਕ ਲੌਜਿਕ ਹੈ ਕਿ ਇਹਦੀਆਂ ਹੋਲਾਂ ਜਦੋਂ ਅੱਗ 'ਚ ਕਿਸਾਨ ਉੱਥੇ ਭੁੰਨ ਕੇ ਖਾਂਦਾ, ਉਹਦਾ ਕਾਰਨ ਹੈ ਕਿ ਇਹਦੇ ਨਾਲ ਦਾਣਾ ਚੰਗਾ ਪੈਂਦਾ, ਦੂਸਰਾ ਝਾੜ ਘਣਾ ਹੁੰਦਾ। ਸੋ ਇਹਨਾਂ ਛੋਲਿਆਂ ਨੂੰ, ਕੱਚਿਆਂ ਨੂੰ ਹੋਲਾਂ ਕਹਿੰਦੇ ਨੇ। ਹੋਲਾਂ ਨੂੰ ਭੁੰਨਣ ਲਈ ਬਾਲੀ ਗਈ ਅੱਗ ਨੂੰ ਵੀ ਹੋਲੀ ਕਿਹਾ ਜਾਂਦਾ ਸੀ ਕਿ ਹੋਲੀ ਬਾਲ ਲਓ ਭਾਈ। ਹੋਲੀ ਮਤਲਬ ਹੋਲਾਂ ਦੀ ਅੱਗ ਬਾਲ ਲਓ।
ਸ਼ਾਇਦ ਇਹ ਧਰਮ ਦੇ ਕਨਸੈਪਟ ਨਾਲੋਂ ਜਿਹੜਾ ਸੱਭਿਆਚਾਰਕ ਕਨਸੈਪਟ ਸੀਗਾ ਉਹ ਹੋਲਾਂ ਦੇ ਲਈ ਜਿਹੜੀ ਬਾਲੀ ਹੋਈ ਅੱਗ ਸੀ ਹੋਲੀ, ਉਹਦੇ ਨਾਲ ਵੀ ਜਿਹੜਾ ਹੈਗਾ ਜੁੜਦਾ ਸੀ। ਤੇ ਇਸ ਕਰਕੇ ਇਹ ਜਿਹੜੀ ਉਹਦੇ ਬਾਰੇ ਇੱਕ ਇਹ ਜਿਹੜਾ ਮਿਲਦਾ ਕਾਵਿਬੰਦ ਕਿ ਸਾਡੀ ਗਲੀ ਆਈ ਢੋਲਣਾ, ਹੋਲੀ ਬਾਲ ਕੇ ਭੁੰਨੀਆਂ ਹੋਲਾਂ, ਰਤਾ ਚੱਖ ਦਾ ਜਾਈ ਢੋਲਣਾ। ਹੋ ਸਕਦਾ ਕਿ ਪੁਰਾਣੇ ਸਮਿਆਂ ਦੇ ਵਿੱਚ ਇਸ ਦਿਨ ਸਮੂਹਕ ਰੂਪ ਦੇ ਵਿੱਚ ਹੋਲਾਂ ਭੁੰਨ ਕੇ ਖਾਧੀਆਂ ਜਾਂਦੀਆਂ ਹੋਣ ਤੇ ਹੋਲਾਂ ਤੋਂ ਪਹਿਲਾਂ ਲੋਕੀ ਇੱਕ ਦੂਸਰੇ ਦੇ ਰੰਗ ਸੁੱਟਦੇ ਹੋਣ, ਕੋਈ ਇਹ ਵੀ ਸੈਲੀਬ੍ਰੇਸ਼ਨ ਸ਼ਾਇਦ ਹੋ ਸਕਦੀ ਹੈ। ਹੋਲੀ ਦੀ ਅਗਨੀ ਕੁਝ ਦਾਣੇ ਭੇਂਟ ਕੀਤੇ ਜਾਂਦੇ ਨੇ, ਕਿਉਂਕਿ ਇਹ ਸਾਡੇ ਹੈ ਕਿ ਜਿਵੇਂ ਅਸੀਂ ਦੇਖਿਆ ਕਿ ਉਹ ਸਮਾਧਾਂ ਸਮੂਧਾਂ ਤੇ ਬਚਪਨ 'ਚ ਮੱਥਾ ਟੇਕਣ ਜਾਂਦੇ ਹੁੰਦੇ, ਕਿਉਂਕਿ ਦੁਆਬੇ 'ਚ ਤਾਂ ਜਠੇਰੇ ਨੇ ਤੇ ਇੱਧਰ ਸਾਡੇ ਮਾਲਵੇ 'ਚ ਸ਼ਹੀਦ ਨੇ ਬਹੁਤੇ। ਉਹ ਮੈਂ ਕਈ ਵਾਰੀ ਪੁੱਛਦਾ ਹੁੰਦਾ, ਕਹਿਣਗੇ ਜੀ ਸ਼ਹੀਦਾਂ ਤੇ ਮੱਥਾ ਟੇਕਿਓ। ਮੈਂ ਪੁੱਛਣਾ ਵੀ ਕਿਹੜੇ ਸ਼ਹੀਦ, ਦਾਦਾ ਪੜਦਾਦਾ ਕੋਈ ਨਾਂ ਹੈਗਾ? ਉਹ ਕਹਿੰਦੇ ਨਹੀਂ, ਬਸ ਵੱਡੇ ਵਡੇਰਿਆਂ ਦੇ ਨਾਂ ਤੇ ਸ਼ਹੀਦ ਨੇ ਸਾਡੇ। ਸੋ 10ਵੀਂ ਨੂੰ ਮੱਥਾ ਟੇਕਣ ਜਾਂਦੇ ਹੋ। ਸਾਡੇ ਵੀ ਪਿੰਡ ਇੱਕ ਸਮਾਧ ਬਣੀ ਹੈ, ਸਾਡੇ ਘਰ ਦੇ ਵੀ ਉੱਥੇ ਜਾਂਦੇ ਹੁੰਦੇ ਨੇ। ਹੁਣ ਤਾਂ ਖੈਰ ਮੈਂ ਤਾਂ ਥੋੜਾ ਜਿਹਾ ਘੱਟ ਜਾਣਾ ਜੋ। ਸਾਡਾ ਇੱਕ ਕਜ਼ਨ ਹੈ, ਉਹ ਤਾਂ ਪੂਰਾ ਬਾਗੀ ਹੈ ਸਮਾਧ ਤੋਂ, ਤੇ ਬਾਕੀ ਕਹਿੰਦੇ ਇਹਨੇ ਸਮਾਧ ਦੀ ਪੂਜਾ ਨਹੀਂ ਕਰਦਾ, ਇਹਨੂੰ ਪਾਪ ਲੱਗ ਗਿਆ। ਇੱਕ ਸਾਡਾ ਹੋਰ ਕਜ਼ਨ ਸੀਗਾ, ਉਹਨੇ ਬੜੀਆਂ ਗੱਪਾਂ ਛੱਡਣੀਆਂ। ਉਹ ਕਹਿੰਦਾ ਮੈਂ ਇੱਕ ਵਾਰੀ ਨਾ ਉਹਨੂੰ ਸ਼ੁਰੂ 'ਚ ਪਤਾ ਨਹੀਂ ਕਿੱਥੋਂ ਜਰਦਾ ਖਾਣ ਦੀ ਆਦਤ ਪੈ ਗਈ। ਉਹ ਬੜੀਆਂ ਸੁਣਾਉਂਦਾ ਹੁੰਦਾ ਸਾਨੂੰ ਗੱਲਾਂ। ਉਹ ਕਹਿੰਦਾ ਇੱਕ ਦਿਨ ਮੈਂ ਨਾ ਜਰਦਾ ਲਾ ਕੇ ਨਹਾਉਣ ਲੱਗ ਗਿਆ ਉੱਥੇ ਸਮਾਧ ਵਾਲੀ ਮੋਟਰ ਤੇ। ਕਹਿੰਦਾ ਸ਼ਹੀਦਾਂ ਨੇ ਨਾ ਮੈਨੂੰ ਚੱਕ ਕੇ ਚਵੱਚੇ 'ਚੋਂ ਬਾਹਰ ਮਾਰਿਆ। ਉਹ ਮੈਂ ਪੈਰ ਪੂਰ ਫਿਸਲ ਗਿਆ ਹੋਣਾ। ਏਦਾਂ ਵੀ ਹੈ। ਪਰ ਮੈਂ ਜੀ ਸ਼ਹੀਦਾਂ ਨੇ ਜਰਦਾ ਮਨਾ ਕੀਤਾ, ਤੂੰ ਜਰਦਾ ਖਾਣਾ ਤਾਂ ਛੱਡਿਆ ਨਹੀਂ। ਕਹਿੰਦਾ ਨਹੀਂ, ਮੈਂ ਉੱਥੇ ਜਰਦਾ ਖਾ ਕੇ ਜਾਂਦਾ ਹੀ ਨਹੀਂ ਖੂਹ ਤੇ। ਮੈਂ ਆਓ ਖੂਹ ਛੱਡ ਦਿਓ, ਜਰਦਾ ਨਾ ਛੱਡਿਓ। ਸੋ ਖੈਰ ਚੰਗੀ ਗੱਲ ਹੈ ਜੇ ਸ਼ਹੀਦਾਂ ਤੋਂ ਡਰਦੇ ਜਰਦਾ ਛੱਡ ਦਿਓ, ਕੋਈ ਬੁਰਾਈ ਛੱਡ ਦਿਓ, ਪਰ ਅਸੀਂ ਛੱਡਣੀ ਨਹੀਂ। ਖੈਰ ਇਹ ਹੋ ਸਕਦਾ ਕਿ ਉਹ ਜਿਹੜਾ ਸੱਭਿਆਚਾਰਕ ਤਿਉਹਾਰ ਸੀ, ਕਿਉਂਕਿ ਉੱਥੇ ਫਿਰ ਸਮੂਹਕ ਰੂਪ ਦੇ ਵਿੱਚ ਜਦੋਂ ਉਹ ਛੋਲੇ ਪੱਕਦੇ ਸੀ ਤੇ ਉਹਨਾਂ ਨੂੰ ਮਤਲਬ ਜਾਂ ਜਿਹੜੇ ਪਹਿਲਾਂ ਪੱਕ ਗਏ, ਕਈ ਵਾਰੀ ਉਹ ਛੋਲੇ ਜਿੰਨੇ ਸਿੱਧੇ ਰੱਖੋ ਮੋਟਾ ਹੁੰਦਾ ਦਾਣਾ, ਵਿੱਚੋਂ ਕੁਝ ਪੱਟ ਲਏ ਜਾਂਦੇ ਹੁਣ, ਹਨਾ। ਜਿਵੇਂ ਅੱਜ ਕੱਲ ਹਰੀ ਲਸਣ ਆਪਾਂ ਜਦੋਂ ਬੀਜਦੇ ਆ ਉਹਦੇ ਚੋਂ ਪਹਿਲਾਂ ਸੰਘਣੀ ਬੀਜ ਦਿਓ, ਫਿਰ ਉਹ ਜਿਹੜੀ ਹਰੀ ਲਸਣ ਆ ਲੋਕੀ ਕੱਢ ਲੈਂਦੇ ਨੇ। ਉਹ ਬੜੀ ਬਾਕਮਾਲ ਚੀਜ਼ ਆ। ਬਹਾਵਲਪੁਰੀ ਬਹੁਤ ਪਰੌਂਠੇ ਖਾਂਦੇ ਆ ਹਰੀ ਲਸਣ ਦੇ। ਤੇ ਨਾਲੇ ਫਿਰ ਉਹ ਬੜਾ ਲਸਣ ਛਿੱਲਣ ਦੀ ਲੋੜ ਨਹੀਂ। 80-90 100 ਰੁਪਏ ਕਿਲੋ ਉਹ ਹਰੀ ਲਸਣ ਵਿਕਦੀ ਹੈ। ਉਹ ਤੋਂ ਬਾਅਦ ਫਿਰ ਜਿਹੜੀ ਵਿਰਲੀ ਰਹਿ ਜਾਂਦੀ ਹੈ, ਉਹ ਵਿਰਲੀ ਫਿਰ ਮੋਟੀ ਹੁੰਦੀ ਹੈ ਮੌਲ ਦੀ ਜ਼ਿਆਦਾ। ਇਸੇ ਕਰਕੇ ਹੋ ਸਕਦਾ ਹੈ ਕਿ ਉਹ ਰੋਜ਼ਮर्रा ਦੀ ਡਾਈਟ ਦੇ ਵਿੱਚ ਉੱਥੇ ਰੋਜ਼ ਹੋਲੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਹੋਲਾਂ ਨੂੰ ਭੁੰਨਦੇ ਹੋਣ, ਕਿਉਂਕਿ ਖੇਤ 'ਚ ਕੰਮ ਕਰਦੇ ਆ, ਭੁੱਖ ਬੜੀ ਲੱਗਦੀ ਹੈ ਨਾ। ਤੇ ਇਸ ਕਰਕੇ ਇਹ ਰੁੱਤ ਅਤੇ ਨਵੇਂ ਅੰਨ ਨਾਲ ਸੰਬੰਧਿਤ ਹੈ, ਕਿਉਂਕਿ ਅਸੀਂ ਅੱਗ ਦੇ ਵਿੱਚ ਹੋਮ ਦਿੰਦੇ ਹਾਂ, ਜਿਹਨੂੰ ਕਹਿੰਦੇ ਹੋਮ ਦੇ ਦਿਓ। ਮਤਲਬ ਉਹ ਗੋਹਿਆਂ ਦੀ ਅੱਗ ਜੀ ਕਰ ਲੈਂਦੇ ਆ ਤੇ ਘਿਓ ਵਗੈਰਾ ਪਾਉਂਦੇ ਆ ਜਾਂ ਪ੍ਰਸ਼ਾਦ ਬਣਾਉਂਦੇ ਆ, ਉਹ ਵੀ ਉੱਥੇ ਪਾਉਂਦੇ ਆ। ਤੇ ਇਹ ਜਿਹੜਾ ਅੰਨ ਹੈ ਇਹ ਵੀ ਅੰਨ ਦੇਵਤਾ ਦੇ ਨਿਮਿਤ ਭੇਟ ਕੀਤਾ ਜਾਂਦਾ ਸੀ। ਛੋਲੇ ਕਿਉਂਕਿ ਮੁੱਖ ਫਸਲ ਸੀ ਸਾਡੇ, ਬੇਰੜਾ, ਜੌਂ, ਛੋਲੇ, ਕਣਕ। ਤੇ ਇਹਦਾ ਜਿਹੜਾ ਹੋਲਕਾ ਨਾਲ ਵੀ ਤੇ ਇਹਦੇ ਨਾਲ ਵੀ ਜਿਹੜਾ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਸੰਬੰਧ ਜਿਹੜਾ ਜੁੜਦਾ। ਦੂਸਰਾ, ਦੱਖਣੀ ਭਾਰਤ ਦੇ ਵਿੱਚ ਖਾਸ ਕਰਕੇ ਮਦਰਾਸ ਅਤੇ ਕੇਰਲਾ ਦੇ ਵਿੱਚ ਜਿਹੜਾ ਹੋਲੀ ਦਾ ਤਿਉਹਾਰ ਹੈ ਉਹ ਕਾਮਦੇਵ ਨਾਲ ਸੰਬੰਧਿਤ ਹੈ। ਉਹ ਇਹ ਜਿਹੜਾ ਇੰਡੀਆ ਦਾ ਇੱਧਰਲਾ ਉੱਤਰੀ ਭਾਰਤ ਵਾਲਾ ਜਿਵੇਂ ਇਹ ਹੋਲਿਕਾ ਨਾਲ ਜਾਂ ਪ੍ਰਹਲਾਦ ਨਾਲ ਮਨਾਉਂਦੇ ਨੇ, ਜਿਹੜੇ ਸਾਊਥ ਇੰਡੀਆ ਨੇ ਉਹ ਕਾਮਦੇਵ ਨਾਲ ਇਸ ਨੂੰ ਮਨਾਉਂਦੇ ਨੇ। ਕਾਮਦੇਵ ਦੇ ਨਾਲ ਜੁੜੇ ਹੋਏ ਬਾਣ ਤੇ ਤਪ ਦੇ ਵਿੱਚ ਲੀਨ ਸ਼ਿਵ ਜੀ ਵੱਲ ਸੁੱਟੇ ਜਾਂਦੇ ਨੇ। ਸ਼ਿਵ ਜੀ ਇਹਨਾਂ ਕਾਮ ਦੇ ਹੱਥੋਂ ਪਰੇਸ਼ਾਨ ਹੋਣ ਲੱਗੇ। ਕਾਮਦੇਵ ਦੇ ਜਿਹੜੇ ਫੁੱਲਾਂ ਨਾਲ ਜੜੇ ਹੋਏ ਬਾਣ ਸੀਗੇ ਉਹ ਤਪ ਦੇ ਵਿੱਚ ਲੀਨ ਸ਼ਿਵ ਜੀ ਵੱਲ ਸੁੱਟੇ, ਜਾਣੀ ਕਿ ਸ਼ਿਵ ਜੀ ਨੂੰ ਵੀ ਕਾਮ ਨੇ, ਸੈਕਸ ਨੇ ਉਕਸਾਇਆ। ਤੇ ਆਖਰ ਸ਼ਿਵ ਜੀ ਜਦੋਂ ਕਾਮ ਦੇਵਤਾ ਹੱਥੋਂ ਪਰੇਸ਼ਾਨ ਹੋਣ ਲੱਗੇ ਤੇ ਉਹਨਾਂ ਨੇ ਤੀਜੀ ਅੱਖ ਚੋਂ ਅੱਗ ਨਿਕਲੀ, ਜਿਸ ਨੇ ਕਾਮ ਨੂੰ ਜਿਹੜਾ ਭਸਮ ਕਰ ਦਿੱਤਾ, ਕਾਮ ਦੇ ਦੇਵਤੇ ਨੂੰ। ਜਿਹੜੀ ਕਾਮ ਦੀ ਪਤਨੀ ਰੱਤੀ ਸੀ, ਜੋ ਸ਼ਿਵ ਜੀ ਦੀ ਪੁੱਤਰੀ ਸੀ, ਉਸਨੇ ਪਤੀ ਦੇ ਵਿਜੋਗ ਦੇ ਵਿੱਚੋਂ ਵਿਰਲਾਪ ਕਰਨ ਲੱਗੀ। ਤਾਂ ਸ਼ਿਵ ਨੇ ਰੱਤੀ ਨੂੰ ਵਰ ਬਖਸ਼ਿਆ ਕਿ ਕਾਮਦੇਵ ਅਨੰਗ ਰੂਪ ਦੇ ਵਿੱਚ ਹਮੇਸ਼ਾ ਰੱਤੀ ਦੇ ਨਾਲ ਰਹੇਗਾ। ਅਨੰਗ ਕਾਮਦੇਵ ਦਾ ਸੂਖਮ ਸਰੀਰ ਹੈ। ਸੋ ਦੱਖਣ ਭਾਰਤ ਦੇ ਵਿੱਚ ਇਸ ਉਤਸਵ ਨੂੰ ਕਾਮ ਦਹਨ ਤਾਂ ਹੀ ਕਿਹਾ ਜਾਂਦਾ, ਜਾਣੀ ਉਹ ਸ਼ਿਵ ਦੀ ਬੇਟੀ ਸੀਗੀ ਰੱਤੀ, ਪਰ ਉਹਦਾ ਜਿਹੜਾ ਪ੍ਰੇਮੀ ਸੀ ਉਹ ਉਕਸਾਉਂਦਾ ਰਿਹਾ ਸ਼ਿਵ ਨੂੰ। ਫਿਰ ਆਖਰ ਸ਼ਿਵ ਜੀ ਨੇ ਤੀਸਰੀ ਅੱਖ ਨਾਲ ਕਾਮਦੇਵ ਨੂੰ ਖਤਮ ਕਰ ਦਿੱਤਾ। ਤੇ ਫਿਰ ਉਸ ਦੇ ਵਿਜੋਗ ਦੇ ਵਿੱਚ ਜਦੋਂ ਰੱਤੀ ਵਿਰਲਾਪ ਕਰਨ ਲੱਗੀ ਤਾਂ ਸ਼ਿਵ ਨੇ ਉਸ ਨੂੰ ਵਰ ਬਖਸ਼ਿਆ ਕਿ ਕਾਮਦੇਵ ਅਨੰਗ ਰੂਪ ਦੇ ਵਿੱਚ ਹਮੇਸ਼ਾ ਰੱਤੀ ਦੇ ਨਾਲ ਰਹੇਗਾ। ਇਸੇ ਕਰਕੇ ਉਹ ਜਿਨ੍ਹਾਂ ਨੂੰ ਲਾਲੜੀਆਂ ਵੀ ਕਿਹਾ ਜਾਂਦਾ ਨਾ, ਰੱਤੀ, ਉਹ ਇੱਕ ਪਾਸਿਓਂ ਤਾਂ ਲਾਲ ਹੁੰਦੀ ਹੈ ਤੇ ਦੂਸਰੇ ਪਾਸੇ ਉਹਦੇ ਤੇ ਤੁਸੀਂ ਵੇਖੋ ਕਿ ਬਲੈਕ ਰੰਗ ਦਾ ਨਿਸ਼ਾਨ ਹੁੰਦਾ, ਕਾਲਸ ਦਾ। ਸ਼ਾਇਦ ਉਹ ਵੀ ਮਤਲਬ ਇਸੇ ਕਰਕੇ ਉਸ ਚੀਜ਼ ਦਾ ਨਾਂ ਵੀ
ਰੱਤੀ ਪਿਆ ਹੋਵੇ। ਇਸੇ ਜਿਸ ਤਰ੍ਹਾਂ ਕਿ ਸ਼ਿਵ ਦੇ ਵਰਦਾਨ ਸਦਕਾ ਰੱਤੀ ਦਾ ਜੋ ਪ੍ਰੇਮੀ ਸੀ ਕਾਮਦੇਵ ਜੋ ਮਾਰਿਆ ਗਿਆ, ਉਹ ਮਤਲਬ ਅਨੰਗ ਰੂਪ ਦੇ ਵਿੱਚ ਉਹ ਰੱਤੀ ਦੇ ਨਾਲ ਰਹਿ ਗਿਆ। ਇਸੇ ਕਰਕੇ ਉਹ ਰੱਤੀ ਦੇ ਵਿੱਚ ਤੁਸੀਂ ਵੇਖੋ ਕਿ ਬਲੈਕ ਇੱਕ ਲਾਈਨ ਹੁੰਦੀ ਹੈ। ਇਹ ਮਤਲਬ ਠੀਕ ਹੈ, ਭਾਵੇਂ ਉਹ ਪੰਡਤੋਂ ਪਣੇ 'ਚ ਚੀਜ਼ਾਂ ਜੁੜ ਜਾਂਦੀਆਂ ਨੇ, ਪਰ ਇਹਦਾ ਕੋਈ ਸਾਇੰਟੀਫਿਕ ਆਧਾਰ ਤੇ ਭਾਵੇਂ ਲੌਜਿਕ ਨਹੀਂ ਹੈ, ਪਰ ਧਰਮ ਦੇ ਵਿੱਚ ਕਿਉਂਕਿ ਲੌਜਿਕ ਨਹੀਂ ਚੱਲਦਾ ਨਾ, ਤਰਕ ਨਹੀਂ ਚੱਲਦਾ। ਸੋ ਉਸ ਤੋਂ ਬਾਅਦ ਮਤਲਬ ਦੱਖਣ ਦੇ ਵਿੱਚ ਇਸ ਉਤਸਵ ਨੂੰ ਕਾਮ ਦਹਨ ਕਹਿੰਦੇ ਨੇ, ਜਾਣੀ ਕਾਮ ਦਹਨ, ਤੇ ਫੱਗਣ ਦੀ ਪੂਰਨਵਾਸ਼ੀ ਨੂੰ ਕਾਮਦੇਵ ਨੂੰ ਸਾੜਨ ਦੀ ਕਰਮ ਕਾਂਡ ਰਚਿਆ ਜਾਂਦਾ ਹੈ। ਸੋ ਅੱਗ ਦੇ ਸ਼ੋਲਿਆਂ ਦੇ ਵਿੱਚ ਗੰਨੇ ਸੁੱਟੇ ਜਾਂਦੇ ਨੇ, ਅੱਗ ਬਾਲ ਕੇ, ਕਿਉਂਕਿ ਜਿਹੜੇ ਗੰਨੇ ਨੇ ਨਾ ਇਹ ਵੀ ਕਾਮਦੇਵ ਦੇ ਬਾਣਾਂ ਦਾ ਪ੍ਰਤੀਕ ਨੇ। ਮਤਲਬ ਐ ਉਹ ਅੱਗ ਬਾਲ ਲੈਂਦੇ ਨੇ ਤੇ ਫਿਰ ਉਸ ਦੇ ਵਿੱਚ ਐਨ ਗੰਨੇ ਚਲਾ ਕੇ ਮਾਰਦੇ ਨੇ, ਉਹਦੇ ਚ ਗੰਨੇ ਸੜਦੇ ਨੇ, ਕਿਉਂਕਿ ਇਹ ਵੀ ਜਿਹੜੇ ਗੰਨਾ ਨਾ ਇਹ ਵੀ ਸੈਕਸ ਪਾਵਰ ਦਾ ਇੱਕ ਪ੍ਰਤੀਕ ਮੰਨਿਆ ਜਾਂਦਾ। ਤਾਂ ਹੀ ਤਾਂ ਕਹਿੰਦੇ ਨੇ ਕਿ ਬੁੱਲੀਆਂ ਤੇ ਚੀਰ ਆ ਗਿਆ ਗੰਨਾ, ਬੁੱਲੀਆਂ ਤੇ ਚੀਰ ਆ ਗਿਆ, ਪੋਰੀ ਛਿੱਲਕੇ ਚ ਪਾ ਜਾ ਯਾਰਾ। ਇਹ ਇੱਕ ਕਮਾਲ ਦਾ ਸਿੰਬਲ ਹੈ। ਇਹ ਵੈਸੇ ਹੁਣ ਜਿਹੜੇ ਇਹਨੂੰ ਇਹਨਾਂ ਚੀਜ਼ਾਂ ਦੀ ਸਮਝ ਹੈ ਉਹ ਸਮਝਦੇ ਨੇ ਕਿ ਬੁੱਲੀਆਂ ਤੇ ਚੀਰ ਆ ਗਿਆ, ਪੋਰੀ ਛਿੱਲਕੇ ਚ ਪਾ ਜਾ ਯਾਰਾ। ਸੋ ਇਹ ਗੰਨੇ ਵੀ ਨਾ ਕਾਮਦੇਵ ਦੇ ਤੀਰ ਨੇ, ਜਾਣੀ ਕਿ ਉਹ ਫਿਰ ਅੱਗ ਚ ਸਿੱਟੇ ਜਾਂਦੇ ਸੀ। ਕਾਮਦਹਨ ਉਸ ਤਰੀਕੇ ਨਾਲ ਜਿਵੇਂ ਆਪਣੇ ਹੁੰਦਾ ਨਹੀਂ ਕਿ ਛੋਲੇ ਅੱਗ ਚ ਦਾਨ ਕਰਨੇ ਜਾਂ ਪ੍ਰਸ਼ਾਦ ਬਣਾਇਆ ਜਾਂ ਹੋਰ ਮਤਲਬ ਜਿਹੜਾ ਅੱਗ ਦੇ ਵਿੱਚ ਭੇਂਟ ਕੀਤਾ ਜਾਂਦਾ, ਇਸੇ ਕਰਕੇ ਉਹ ਕਾਮਦੇਵ ਦਾ ਜਿਹੜਾ ਬਾਣ ਹੈ ਉਹ ਗੰਨੇ ਸਮਝੇ ਜਾਂਦੇ ਨੇ ਬਲਦੀ ਅੱਗ ਦੇ ਵਿੱਚ। ਇਹ ਤੁਸੀਂ ਵੇਖੋ ਕਿ ਇਹਨਾਂ ਸ਼ਹਿਰਾਂ ਦੇ ਵਿੱਚ ਮਦਰਾਸ, ਚੇਨਈ ਦੇ ਵਿੱਚ ਇਹ ਗੰਨੇ ਉਦਾਂ ਸਿੱਟੇ ਜਾਂਦੇ ਨੇ ਅੱਗ ਦੇ ਸ਼ੋਲਿਆਂ ਦੇ ਵਿੱਚ। ਤੇ ਇਸ ਤੋਂ ਅਗਲੇ ਦਿਨ ਜਿਹੜੇ ਮਰਦ ਨੇ ਖੁਸ਼ੀ ਨਾਲ ਨੱਚਦੇ ਟੱਪਦੇ ਕਾਮਦੇਵ ਅਤੇ ਰੱਤੀ ਦਾ ਸਵਾਂਗ ਭਰਦੇ ਨੇ, ਜਾਣੀ ਕਿ ਉਹ ਝਾਕੀਆਂ ਕੱਢਦੇ ਨੇ ਕਾਮਦੇਵ ਤੇ ਰੱਤੀ ਦੀਆਂ, ਤੇ ਫਿਰ ਘਰ ਘਰ ਜਾ ਕੇ ਰੁਪਈਏ ਇਕੱਠੇ ਕਰਦੇ ਨੇ ਤੇ ਫਿਰ ਉਹਦੀ ਸੈਲੀਬ੍ਰੇਸ਼ਨ ਹੁੰਦੀ ਹੈ। ਇਸ ਤਰ੍ਹਾਂ ਹੋਲੀ ਹੈ ਨਾ ਜਿਹੜੀ ਇੱਕ ਕਿਸਮ ਦੀ ਲੋਕ ਧਾਰਾ ਨਾਲ ਜੁੜ ਗਈ ਹੈ, ਜਿਸ ਨੂੰ ਪੁਰਾਤਨ ਚਰਿੱਤਰ ਵੀ ਪ੍ਰਦਾਨ ਕੀਤਾ ਗਿਆ, ਪਰ ਮੂਲ ਰੂਪ ਦੇ ਵਿੱਚ ਇਹ ਤਿਉਹਾਰ ਮੌਸਮ ਨਾਲ ਵੀ ਸੰਬੰਧਿਤ ਹੈ, ਖੇਤੀ-ਪੱਤੀ ਨਾਲ ਸੰਬੰਧਿਤ ਹੈ, ਜ਼ਰਾਅਤ ਨਾਲ ਵੀ ਜੁੜਿਆ ਹੈ। ਫੱਗਣ ਦੇ ਮਹੀਨੇ ਬਿਕਰਮੀ ਸੰਮਤ ਮੁੱਕਦਾ ਹੈ ਤੇ ਹੋਲੀ ਤੋਂ ਪੂਰੇ 15 ਦਿਨਾਂ ਮਗਰੋਂ, ਬਸ ਮੈਂ ਕਾਲਸ ਕਾਫੀ ਆ ਰਹੀਆਂ, ਮੈਂ 10 ਮਿੰਟ ਕਾਲ ਨਹੀਂ ਲਵਾਂਗਾ ਤੇ ਫਿਰ ਪਲੀਜ਼ ਉਸ ਤੋਂ ਬਾਅਦ ਬੇਨਤੀ ਹੈ ਕਿ ਤੁਸੀਂ 10-15 ਮਿੰਟ ਤੱਕ ਪਲੀਜ਼ ਕਾਲ ਕਰ ਲਿਓ, 10 ਮਿੰਟ ਤੱਕ ਕਾਲ ਕਰ ਲਿਓ ਪਲੀਜ਼, ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਕੰਟੀਨਿਊ ਆਪਾਂ ਗੱਲਬਾਤ ਕਰਾਂਗੇ। ਤੇ ਇਸ ਕਰਕੇ ਇਹਦਾ ਦੱਖਣ ਤੇ ਉੱਤਰ ਭਾਰਤ ਦੇ ਵਿੱਚ ਇਸ ਦਾ ਵੱਖੋ ਵੱਖਰਾ ਆਧਾਰ ਹੈ ਇਹਨਾਂ ਤਿਉਹਾਰਾਂ ਨੂੰ ਮਨਾਉਣ ਦਾ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 7 ਤੋਂ 9 ਤੇ ਸ਼ਾਮ ਨੂੰ 7:30 ਤੋਂ 9:30 ਪਟਿਆਲਾ ਸਟੂਡੀਓ ਤੋਂ ਲਾਈਵ ਸੁਣਦੇ ਹੋ। ਤੇ ਸਾਡੀ ਵੈਬਸਾਈਟ ਹੈ tiwanaradio.com, ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ, ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਦਾ ਪੇਜ ਦਾ ਲਿੰਕ ਮਿਲੇਗਾ, ਲਾਈਕ ਕਰੋ, ਬੈਲ ਆਈਕਨ ਦਬਾਓ। ਇਸ ਤੋਂ ਇਲਾਵਾ ਆਪਣਾ ਅਮਰੀਕਾ ਦਾ ਕਾਲ ਟੂ ਲਿਸਨ ਨੰਬਰ ਹੈ, ਅਮਰੀਕਾ ਦੇ ਵਿੱਚ ਇਸ ਨੰਬਰ ਤੇ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਉਹ ਨੰਬਰ ਹੈ 667-930-9260 667-930-9260। ਇਸੇ ਤਰ੍ਹਾਂ ਜੇ ਇਸ ਪ੍ਰੋਗਰਾਮ ਦਾ YouTube ਦਾ ਲਿੰਕ ਮੰਗਵਾਉਣਾ, ਪ੍ਰੋਗਰਾਮ ਦੇ ਵਿੱਚ ਲਾਈਵ ਗੱਲਬਾਤ ਕਰਨੀ ਹੈ ਸਵੇਰੇ ਸ਼ਾਮ, ਜਾਂ ਮੇਰੇ ਨਾਲ ਸੰਪਰਕ ਕਰਨਾ, ਤਾਂ ਆਪਣਾ WhatsApp ਗਰੁੱਪ ਨੰਬਰ ਹੈ 9876309655 9876309655। ਸੋ ਆਪਣੀ ਗੱਲਬਾਤ ਚੱਲ ਰਹੀ ਹੈ ਇਸ ਹੋਲੀ ਤੇ ਕਾਮ ਦਹਨ ਤਿਉਹਾਰ ਦੇ ਨਾਲ, ਤੇ ਹੁਣ ਇਸ ਦੇ ਨਾਲ ਕਈ ਵੱਖਰੀਆਂ ਧਾਰਾਵਾਂ ਜੁੜ ਗਈਆਂ। ਫੱਗਣ ਦੇ ਮਹੀਨੇ ਜਿਹੜਾ ਬਿਕਰਮੀ ਸੰਮਤ ਹੈ ਉਹ ਖਤਮ ਹੁੰਦਾ ਹੈ ਤੇ ਹੋਲੀ ਤੋਂ ਪੂਰੇ 15 ਦਿਨਾਂ ਮਗਰੋਂ ਚੇਤਰ ਸੁਦੀ ਏਕਮ ਨੂੰ ਨਵੇਂ ਸੰਮਤ ਦੀ ਬਿਕਰਮੀ ਸੰਮਤ ਦੀ ਸ਼ੁਰੂਆਤ ਹੁੰਦੀ ਹੈ। ਇਸ ਲਈ ਹੋਲੀ ਪੁਰਾਣੇ ਸਾਲ ਨੂੰ ਵਿਦਾ ਕਰਨ ਦਾ ਵੀ ਤਿਉਹਾਰ ਹੈ, ਯਾਨੀ ਕਿ ਪੁਰਾਤਨਤਾ ਨੂੰ ਜਲਾ ਕੇ ਨਵੀਨਤਾ ਦੀ ਆਮਦ ਦੇ ਰੰਗ ਦੇ ਵਿੱਚ ਰੰਗਾ, ਕਿਉਂਕਿ ਅੱਗ ਪੂਜਕ ਲੋਕ ਨੇ ਇਸ ਖਿੱਤੇ ਦੇ, ਤੇ ਅੱਗ ਦੇ ਨਾਲ ਸੈਲੀਬ੍ਰੇਸ਼ਨ ਉਸ ਦੀ ਕਰਦੇ ਨੇ ਤੇ ਬਹਾਰ ਵੀ ਉਹਦੇ ਹੋ ਰਹਿੰਦੀ ਹੈ। ਪੰਜਾਬ ਦੇ ਵਿੱਚ ਇਹ ਜਿਹੜਾ ਰੋਸ਼ਨੀ ਅਤੇ ਅੱਗ ਨਾਲ ਸੰਬੰਧਿਤ 3 ਤਿਉਹਾਰ ਨੇ, ਮਸਲਨ ਇੱਕ ਹੋਲੀ, ਦੂਜਾ ਦੀਵਾਲੀ ਤੇ ਤੀਜਾ ਲੋਹੜੀ। ਇਹ ਤਿੰਨੇ ਰੋਸ਼ਨੀ ਤੇ ਅੱਗ ਨਾਲ ਸੰਬੰਧਿਤ ਤਿਉਹਾਰ ਨੇ ਪੰਜਾਬ ਦੇ ਵਿੱਚ, ਹੋਲੀ, ਦੀਵਾਲੀ ਤੇ ਲੋਹੜੀ। ਹੋਲੀ ਸ਼ੁੱਧੀ ਕਰਦੀ ਹੈ, ਜੋ ਪੁਰਾਤਨਤਾ ਦੀ ਸਮਾਪਤੀ ਤੇ ਨਵਿਆਂ ਦਾ ਆਰੰਭ ਹੈ। ਦੀਵਾਲੀ ਹੈ ਜਿਹੜੀ ਉਹ ਪ੍ਰੇਤ ਰੂਹਾਂ ਨੂੰ, ਭਾਵ ਬਦੀ ਨੂੰ ਹੋਣ ਤੇ ਹੋਰ ਜਾਂ ਆਪਣੇ ਸ਼ਹਿਰ ਬਦਲ ਕਰਨ ਦੇ ਲਈ ਮਨਾਈ ਜਾਂਦੀ ਹੈ ਕਿ ਬੁਰੀਆਂ ਬਲਾਵਾਂ ਨੂੰ ਸਾੜ ਕੇ ਭਜਾ ਦਿਓ। ਇਸ ਤਰ੍ਹਾਂ ਇਹ ਦੋਵੇਂ ਤਿਉਹਾਰ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਨੇ। ਲੋਹੜੀ ਜਿਹੜਾ ਤਿਉਹਾਰ ਹੈ ਉਹ ਵੀ ਅੱਗ ਨਾਲ ਸੰਬੰਧਿਤ ਹੈ, ਤੇ ਲੋਹੜੀ ਦਾ ਜਿਹੜਾ ਚਰਿੱਤਰ ਹੈ ਇਹਨਾਂ ਦੋਹਾਂ ਤੋਂ ਵੱਖਰਾ ਹੈ, ਇਹਨਾਂ ਦੋਨਾਂ ਤਿਉਹਾਰਾਂ ਤੋਂ।
ਠੰਡੀ ਪਈ ਸੂਰਜ ਦੀ ਸ਼ਕਤੀ ਦੇ ਅਨੁਕਰਨੀ ਟੂਣੇ ਦੁਆਰਾ ਗਰਮਾਉਣ ਦੀ ਇੱਕ ਵਿਧਾ ਆ, ਜਾਣੀ ਜਦੋਂ ਸੂਰਜ ਦਾ ਸੇਕ ਘਟਿਆ ਮੰਨਿਆ ਜਾਂਦਾ ਹੈ, ਕਿਉਂਕਿ ਉਹ ਤਾਂ ਮੌਸਮ ਆ, ਉਦੋਂ ਲੋਕਾਂ ਨੂੰ ਇੰਨਾ ਨਹੀਂ ਸੀ ਗਿਆਨ ਕਿ ਸੂਰਜ ਦਾ ਸੇਕ ਕਿਉਂ ਘਟ ਗਿਆ। ਸ਼ਾਇਦ ਉਸ ਸੇਕ ਨੂੰ ਵਧਾਉਣ ਦੇ ਲਈ ਜਾਂ ਗਰਮੈਸ਼ ਪੈਦਾ ਕਰਨ ਦੇ ਲਈ ਉਹ ਲੋਹੜੀ ਹੈ ਜਿਹੜੀ, ਉਹ ਲੋਹੜੀ ਦੀ ਅੱਗ ਬਾਲੀ ਜਾਂਦੀ ਸੀ, ਕਿਉਂਕਿ ਅਸੀਂ ਵੈਸੇ ਹੀ ਇਸ ਤਰ੍ਹਾਂ ਅੰਗੀਠੀ ਬਾਲਣ ਲੱਗ ਪੈਂਦੇ ਨਾ ਠੰਡ 'ਚ, ਭਾਵੇਂ ਕੋਈ ਵੀ ਮੁਲਕ ਹੈ। ਤੇ ਇਸ ਦੇ ਨਾਲ ਬੜੇ ਕਰਮਕਾਂਡ ਹੋਲੀ ਦੇ ਨਾਲ ਬਹੁਤ ਸਾਰੇ ਜੁੜ ਗਏ, ਜਿਵੇਂ ਰੰਗ ਸੁੱਟਣਾ, ਸਵਾਂਗ ਭਰਨਾ, ਹੋਲੀ ਬਾਲਣਾ ਤੇ ਦੇਵ ਪੂਜਾ ਕਰਨੀ। ਮੂਲ ਰੂਪ ਦੇ ਵਿੱਚ ਇਹਨੂੰ ਰੰਗਾਂ ਦਾ ਤਿਉਹਾਰ ਬਣਾ ਦਿੱਤਾ ਗਿਆ। ਪੰਜਾਬ ਦੇ ਵਿੱਚ ਜ਼ਿਆਦਾਤਰ ਇਸੇ ਰੂਪ ਦਾ, ਜਿਵੇਂ ਹੁਣ ਇਹ ਤੁਸੀਂ ਵੇਖੋ ਕਿ ਕਾਮ ਦੇਵਤਾ ਦੀ ਪੂਜਾ ਹੁੰਦੀ ਹੈ, ਤੇ ਜਿਹੜੀ ਖਾਸ ਕਰਕੇ ਮਥੁਰਾ ਦੀ ਜਾਂ ਹੋਰ ਉੱਥੇ ਲੱਠ ਹੋਲੀ ਖੇਡੀ ਜਾਂਦੀ ਹੈ, ਉੱਥੇ ਔਰਤਾਂ ਮੁੰਡਿਆਂ ਨੂੰ ਸੋਟੀਆਂ ਨਾਲ ਕੁੱਟਦੀਆਂ ਨੇ, ਉਹ ਢਾਲ ਬਣਾ ਕੇ ਜਾਂ ਕੁੱਟ ਖਾ ਕੇ ਖੁਸ਼ੀ ਮਹਿਸੂਸ ਕਰਦੇ ਨੇ ਆਪਸ ਦੇ ਵਿੱਚ। ਇਹ ਮਤਲਬ ਜਿਸ ਤਰ੍ਹਾਂ ਮਥੁਰਾ ਦੀ ਹੋਲੀ ਹੈ ਉਹ ਰਾਸ ਲੀਲਾਵਾਂ ਦੀ ਹੋਲੀ ਹੈ, ਇੱਕ ਉਤਸ਼ਾਹ ਦੀ ਹੋਲੀ ਹੈ ਗੱਭਰੂਆਂ ਤੇ ਮੁਟਿਆਰਾਂ ਦੀ। ਤੇ ਇਸ ਦੌਰਾਨ ਇੱਕ ਦੂਸਰੇ ਦੇ ਮੂੰਹ ਤੇ ਗੁਲਾਲ ਸੁੱਟਿਆ ਜਾਂਦਾ, ਗੁਲਾਲ ਮਲਿਆ ਜਾਂਦਾ, ਰੰਗਾਂ ਦੀ ਵਰਖਾ, ਮਤਲਬ ਭਾਵੇਂ ਉਦੋਂ ਫੁੱਲ ਸੁੱਟੇ ਜਾਂਦੇ ਸੀ, ਅੱਜ ਕੱਲ੍ਹ ਉਹਦੀ ਜਗ੍ਹਾ ਰੰਗ ਆ ਗਏ ਨੇ, ਗੁਲਾਲ ਆ ਗਏ, ਕੈਮੀਕਲ ਵਾਲੇ ਰੰਗ ਆ ਗਏ ਨੇ। ਹੋਲੀ ਤੋਂ ਕੁਝ ਦਿਨ ਪਹਿਲਾਂ ਸਵਾਂਗ ਜਿਵੇਂ ਡਰਾਮੇ ਹੁੰਦੇ ਸੀ ਉਹ ਵੀ ਹੁੰਦੇ ਸੀ। ਪਹਿਲੇ ਸਮੇਂ ਦੇ ਵਿੱਚ ਜਦੋਂ ਰਾਸਾਂ ਪੈਂਦੀਆਂ ਸੀ ਸਵਾਂਗ ਹੁੰਦੇ ਸੀ। ਇਹ ਸਵਾਂਗ ਤੇ ਰਾਸਧਾਰੀ ਜਥੇ ਪਿੰਡਾਂ ਦੇ ਵਿੱਚ ਫਿਰਦੇ ਸੀ। ਸੋ ਬਸੰਤ ਪੰਚਮੀ ਤੋਂ ਲੈ ਕੇ ਇਹ ਸਵਾਂਗ ਆਰੰਭ ਹੋ ਜਾਂਦੇ ਸੀ, 40 ਦਿਨ ਇਹ ਚੱਲਦਾ ਸੀ ਬਸੰਤ ਤੋਂ ਹੋਲੀ ਤੱਕ। ਤੇ ਉੱਥੇ ਉਸ ਦੇ ਵਿੱਚ ਕੋਈ ਧਾਰਮਿਕ ਪ੍ਰਸੰਗ ਜਿਵੇਂ ਕਾਮਦੇਵ ਦਾ ਪ੍ਰਸੰਗ ਜਾਂ ਸ਼੍ਰੀ ਕ੍ਰਿਸ਼ਨ ਦੀਆਂ ਲੀਲਾਵਾਂ, ਇਹ ਪ੍ਰਸੰਗ ਜਿਹੜੇ ਉਹ ਸਵਾਂਗਾਂ ਦੀ ਪਰੰਪਰਾ, ਰਾਸਾਂ ਦੀ ਪਰੰਪਰਾ ਪੰਜਾਬ ਦੇ ਵਿੱਚ ਵੀ ਰਹੀ ਹੈ। ਹੋਰ ਵੀ ਕਈ ਮਤਲਬ ਪ੍ਰੀਤ ਕਹਾਣੀਆਂ ਦੇ ਜਿਵੇਂ ਪ੍ਰਸੰਗ ਸੀ, ਹੀਰ ਰਾਂਝਾ, ਖਾਸ ਕਰਕੇ ਸੱਸੀ ਪੁੰਨੂ, ਸੋਹਣੀ ਮਹੀਮਾਲ, ਲੈਲਾ ਮਜਨੂ, ਇਹਨਾਂ ਪ੍ਰੀਤ ਕਥਾਵਾਂ ਦੀਆਂ ਸਵਾਂਗ ਤੇ ਰਾਸਾਂ ਵੀ ਖੇਡੀਆਂ ਜਾਂਦੀਆਂ ਸੀ। ਧਾਰਮਿਕ ਪੱਖ ਵੀ ਸੀਗਾ, ਜਿਵੇਂ ਪੂਰਨ ਭਗਤ ਦਾ, ਪ੍ਰਹਿਲਾਦ ਦਾ, ਵੀਰ ਹਕੀਕਤ ਰਾਏ ਦਾ। ਸੋ ਧਾਰਮਿਕ ਡਰਾਮੇ ਜਾਂ ਧਾਰਮਿਕ ਪ੍ਰਸੰਗ ਜਿਵੇਂ ਸਾਂਗ ਨੇ ਉਹ ਵੀ ਖੇਡੇ ਜਾਂਦੇ ਸੀ। ਤੇ ਹਰਿਆਣੇ ਦੇ ਵਿੱਚ ਖਾਸ ਕਰਕੇ ਕਿਉਂਕਿ ਹਿੰਦੀ ਇਲਾਕਾ ਆ ਗਿਆ ਪੁਆਧ ਤੋਂ ਅਗਲਾ, ਇੱਥੇ ਸਵਾਂਗ ਖੇਡਣ ਦੀ ਵੀ ਬੜੀ ਪਰੰਪਰਾ ਸੀ, ਜੋ ਅੱਜ ਕੱਲ੍ਹ ਵੀ ਹਰਿਆਣੇ 'ਚ ਥੋੜ੍ਹੀ ਬਹੁਤੀ ਹੈਗੀ ਹੈ। ਪਰ ਪੰਜਾਬ ਦੇ ਵਿੱਚ ਇਹ ਜਿਹੜੀਆਂ ਰਾਸ ਲੀਲਾਵਾਂ ਨੇ, ਇਹ ਜਿਹੜੇ ਪ੍ਰਸੰਗ ਨੇ ਉਹ ਖਤਮ ਹੋ ਗਏ ਨੇ। ਵੈਸੇ ਅਸੀਂ ਵੇਖਿਆ ਬਚਪਨ ਦੇ ਵਿੱਚ ਉਹ ਮਲੂਕ ਚੰਦ ਦਾ ਡਰਾਮਾ ਹੁੰਦਾ ਸੀਗਾ ਇਨੀ ਦਿਨੀ, ਜਦੋਂ ਸਰਦੀਆਂ ਘਟ ਜਾਂਦੀਆਂ ਸੀਗੀਆਂ, ਤੇ ਉਹ ਹੈ ਤਾਂ ਦੁਆਬੇ ਦਾ ਸੀ ਮਲੂਕ ਚੰਦ। ਉਹ ਖਾਸ ਕਰਕੇ ਭਗਤ ਸ੍ਰੀ ਰਵਿਦਾਸ ਜੀ ਦਾ ਰਾਸ ਕਰਦਾ ਸੀ। ਉਸ ਤੋਂ ਬਾਅਦ ਉਸ ਤੋਂ ਪਹਿਲਾਂ ਦੀਵਾਲੀ ਦਾ ਸੀ ਜਿਹੜਾ ਉਹ ਰਾਮਲੀਲਾ ਬਣਾਈ ਜਾਂਦੀ ਸੀ। ਤੇ ਇਸ ਤਰ੍ਹਾਂ ਦੇ ਇਹ ਇੰਟਰਟੇਨ ਦਾ ਵੀ ਸਾਧਨ ਸੀ। ਤੇ ਜਿਹੜੀ ਹੋਲਾਂ ਦੀ ਢਾਂਡੀ ਬਾਲੀ ਜਾਂਦੀ ਸੀ, ਇਹ ਵੀ ਮਤਲਬ ਪੱਛਮੀ ਪੰਜਾਬ ਦੇ ਹਿੰਦੂ ਸਿੱਖ ਹੋਲੀ ਨਹੀਂ ਸੀ ਬਾਲਦੇ, ਕੇਵਲ ਰੰਗ ਹੀ ਸੁੱਟਦੇ ਸੀਗੇ। ਸਾਡੇ ਇਹ ਨਹੀਂ ਸੀ। ਖਾਸ ਕਰਕੇ ਹੋਲੀ ਜਿਹੜੀ ਹੈ ਪੰਜਾਬ ਦੇ ਵਿੱਚ ਭਾਵੇਂ ਪੂਰਬੀ ਪੰਜਾਬ 'ਚ ਬਾਲੀ ਜਾਂਦੀ ਸੀ, ਪਰ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਵਿੱਚ ਇਸ ਦਾ ਜ਼ਿਆਦਾ ਪ੍ਰਭਾਵ ਸੀ। ਗੋਹਿਆਂ ਦੀ ਜਾਂ ਲੱਕੜਾਂ ਦੀ ਇਹ ਢਾਂਡੀ ਬਾਲੀ ਜਾਂਦੀ ਸੀ। ਤੇ ਪਹਿਲਾਂ ਢਾਂਡੀ ਦੇ ਦੁਆਲੇ ਲਾਲ, ਪੀਲਾ ਜਾਂ ਚਿੱਟਾ ਸੂਤ ਲਪੇਟਿਆ ਜਾਂਦਾ ਸੀ। ਫਿਰ ਢਾਂਡੀ ਨੂੰ ਧੂਪ ਦਿਖਾ ਕੇ ਪਵਿੱਤਰ ਕੀਤਾ ਜਾਂਦਾ। ਫਿਰ ਪੂਜਾ ਦੇ ਕਰਕੇ ਕੁਝ ਪੈਸੇ, ਫਲ, ਮਠਿਆਈਆਂ ਭੇਟ ਕੀਤੀਆਂ ਜਾਂਦੀਆਂ, ਜੋ ਸਮਾਜ ਸੇਵਕ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਦੇ ਦਿੱਤਾ ਜਾਂਦਾ ਸੀ ਸਾਰਾ ਕੁਝ। ਫਿਰ ਉਸ ਤੋਂ ਬਾਅਦ ਢਾਂਡੀ ਨੂੰ ਜਲਾਇਆ ਜਾਂਦਾ, ਗੀਤ ਗਾਏ ਜਾਂਦੇ, ਤੇ ਹੋਲੀ ਦੇ ਦੌਰਾਨ ਵੀ ਦੇਵ ਪੂਜਾ ਕੀਤੀ ਜਾਂਦੀ। ਖਾਸ ਕਰਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਹੋਲੀ ਵਾਲੇ ਦਿਨ ਕਈ ਮੰਦਰਾਂ ਦੇ ਵਿੱਚ ਦੇਵ ਪੂਜਾ ਹੁੰਦੀ ਹੈ, ਮੇਲੇ ਲੱਗਦੇ ਨੇ। ਸਿਰਮੌਰ ਦੇ ਵਿੱਚ, ਕਾਲਾ ਅੰਬ ਦੇ ਵਿੱਚ ਹੋਲੀ ਦੀ ਰਾਤ ਨੂੰ ਹਨੂੰਮਾਨ ਮੰਦਿਰ ਦੇ ਬਾਹਰ ਭਾਰੀ ਮੇਲਾ ਲੱਗਦਾ ਹੈ, ਜੋ 2-3 ਦਿਨ ਚੱਲਦਾ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਵਿੱਚ ਮਾਧਵਰਾਏ ਦੇ ਮੰਦਿਰ ਦੇ ਵਿੱਚ ਦੇਵ ਪੂਜਾ ਕੀਤੀ ਜਾਂਦੀ ਹੈ, ਤੇ ਮਾਧਵਰਾਏ ਦੀ ਮੂਰਤੀ ਦੇ ਉੱਤੇ ਗੁਲਾਲ ਧੂੜਿਆ ਜਾਂਦਾ, ਹੋਲੀ ਖੇਡੀ ਜਾਂਦੀ ਹੈ। ਤੇ ਫਿਰ ਜਿਹੜੇ ਸ਼ਰਧਾਲੂ ਨੇ ਉਸ ਮੰਦਿਰ ਦੇ ਅਹਾਤੇ ਦੇ ਵਿੱਚ ਉਹ ਵੀ ਹੋਲੀ ਖੇਡਦੇ ਨੇ ਕਿ ਇਹਦੇ ਨਾਲ ਦੇਵਤਾ ਖੁਸ਼ ਹੋਏਗਾ। ਤੇ ਫਿਰ ਇਸ ਮੰਦਿਰ ਦੇ ਜਿਹੜਾ ਦੇਵਤਾ ਹੈ ਮਾਧਵਰਾਏ, ਉਹਨੂੰ ਪਾਲਕੀ 'ਚ ਬਿਠਾ ਕੇ ਪੂਰੇ ਸ਼ਹਿਰ 'ਚ, ਇਲਾਕੇ 'ਚ ਘੁਮਾਇਆ ਜਾਂਦਾ, ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬਹੁਤ ਅਲੱਗ ਦੇਵਤੇ ਨੇ, ਗੌ ਦੇਵਤੇ ਜਿਹਨੂੰ ਕਹਿ ਦਿੰਦੇ ਆ। ਇਸੇ ਕਰਕੇ ਹਿਮਾਚਲ ਨੂੰ ਦੇਵ ਭੂਮੀ ਕਿਹਾ ਜਾਂਦਾ ਹੈ। ਤੇ ਫਿਰ ਉਸ ਯਾਤਰਾ ਦੇ ਅੱਗੇ ਜਿਹੜੀ ਨਿਕਲਦੀ ਉਹਦੇ ਅੱਗੇ ਢੋਲ, ਮਰਦੰਗ, ਤੂਤਨੀਆਂ, ਜਾਣੀ ਇਸ ਤਰ੍ਹਾਂ ਦਾ ਜਿਹੜਾ ਉਹ ਰਣ ਸਿੰਗੇ ਵੱਜਦੇ ਨੇ। ਤੇ ਇਸ ਤੋਂ ਬਾਅਦ ਇਹ ਜਲੂਸ ਦੀ ਸ਼ਕਲ ਦੇ ਵਿੱਚ ਇਹ ਲੋਕ ਭੂਤਨਾਥ ਦੇ ਮੰਦਿਰ 'ਚ ਜਾਂਦੇ ਨੇ, ਤੇ ਫਿਰ ਨਾਰੀਅਲ ਦੀਆਂ ਠੂਠੀਆਂ ਜਾਂ ਹੋਰ ਚੀਜ਼ਾਂ ਦੇਵਤਿਆਂ ਨੂੰ ਭੇਟ ਕੀਤੀਆਂ ਜਾਂਦੀਆਂ ਨੇ। ਫਿਰ ਇਹ ਜਲੂਸ ਵਾਪਸ ਮਾਧਵਰਾਏ ਦੇ ਮੰਦਿਰ 'ਚ ਆਉਂਦਾ। ਫਿਰ ਸ਼ਾਮ ਨੂੰ ਟਹਿਣਾ ਦੇ ਪੱਤਿਆਂ ਉੱਤੇ ਜਿਹੜਾ ਗੁਲਾਬ ਜਿਹੜਾ ਹੈਗਾ ਧੂੜ ਕੇ ਜਲਾਇਆ ਜਾਂਦਾ ਹੈ। ਫਿਰ ਮਾਧਵਰਾਏ ਨੂੰ ਮੁੜ ਕੇ ਫਿਰ ਮੂਰਤੀ ਦੇ ਵਿੱਚ ਬਿਠਾ ਕੇ ਫਿਰ ਪੈਦਲ ਲਿਜਾਇਆ ਜਾਂਦਾ। ਫਿਰ ਗਣਪਤੀ ਦੀ ਪੂਜਾ ਕੀਤੀ ਜਾਂਦੀ ਹੈ। ਸੋ ਇਸ ਤਰ੍ਹਾਂ ਵੱਖ-ਵੱਖ ਜਿਹੜੀਆਂ ਨੇ ਉਹ ਸੈਲੀਬ੍ਰੇਸ਼ਨ ਭਾਰਤ ਦੇ ਵਿੱਚ ਹੋਲੀ ਦੇ ਦਿਨ ਹੁੰਦੀਆਂ ਨੇ।
ਤੇ ਖਾਸ ਕਰਕੇ ਹਰਿਆਣਾ ਦੇ ਵਿੱਚ ਹੋਲੀ ਤੋਂ ਕੁਝ ਦਿਨ ਪਹਿਲਾਂ ਜੌਂ ਵੀ ਬੀਜੇ ਜਾਂਦੇ ਨੇ, ਜਿਵੇਂ ਦੁਸਹਿਰੇ ਨੂੰ ਬੀਜੇ ਜਾਂਦੇ ਨੇ, ਤੇ ਉਹ ਜੌਂ ਜਿਹੜੇ ਦੁਸਹਿਰੇ ਵਾਲੇ ਨੇ ਉਹ ਤਾਂ ਪਾਣੀ ਦੇ ਵਿੱਚ ਤੇਰੇ ਜਾਂਦੇ ਨੇ, ਪਰ ਜਿਹੜੇ ਹੋਲੀ ਨੂੰ ਜੌਂ ਬੀਜੇ ਜਾਂਦੇ ਨੇ ਉਹ ਹੋਲੀ ਦੀ ਅੱਗ ਦੇ ਵਿੱਚ ਸੁੱਟੇ ਜਾਂਦੇ ਨੇ, ਜਾਣੀ ਉਹ ਦੇਵਤਾ ਦੇ ਨਿਮਿਤ ਉਹ ਬਲੀ ਦਿੱਤੀ ਜਾਂਦੀ ਉਹਨਾਂ ਦੀ ਜਾਂ ਭੇਂਟ ਕੀਤੇ ਜਾਂਦੇ ਨੇ। ਤੇ ਇਸੇ ਤਰ੍ਹਾਂ ਕੁਝ ਭਗਤ ਪ੍ਰਹਲਾਦ ਦੀ ਸੁਰੱਖਿਆ ਦੇ ਵਾਸਤੇ ਮੰਨਿਆ ਜਾਂਦਾ ਕਿ ਇਹ ਕੀਤਾ ਜਾ ਰਿਹਾ। ਸੋ ਵਿਪਤਾ ਤੋਂ ਰੱਖਿਆ ਦੇ ਵਾਸਤੇ ਜਿਹੜੀਆਂ ਪੰਜਾਬ ਦੀਆਂ ਤੀਵੀਆਂ ਮਾਵਾਂ ਭੈਣਾਂ ਜੌਂ ਬੀਜਦੀਆਂ ਨੇ ਇਹ ਮੰਨਿਆ ਜਾਂਦਾ। ਇਹਦੇ ਨਾਲ ਦੁੱਖ ਦਲਿੱਦਰ ਦੂਰ ਹੁੰਦੇ ਨੇ। ਇਹ ਬਸ ਟੋਟਮ ਨੇ, ਟੋਟਕੇ ਨੇ ਜਾਂ ਮਿੱਥਾਂ ਨੇ। ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਹੋਲੀ ਦੇ ਦਿਨਾਂ ਦੇ ਵਿੱਚ ਹੋਲੀ ਦੇ ਗੀਤ ਵੀ ਗਾਏ ਜਾਂਦੇ ਨੇ, ਜਿਨ੍ਹਾਂ ਦਾ ਜਿਹੜਾ ਸਬਜੈਕਟ ਵਿਸ਼ਾ ਜ਼ਿਆਦਾਤਰ ਉਹ ਕ੍ਰਿਸ਼ਨ ਤੇ ਰਾਧਾ ਦਾ ਪ੍ਰੇਮ ਹੁੰਦਾ ਹੈ। ਕ੍ਰਿਸ਼ਨ ਗੋਪੀਆਂ ਨਾਲ ਹੋਲੀ ਖੇਡਦੇ ਨੇ ਤੇ ਚੋਹਲ ਕਰਦੇ ਨੇ, ਤੇ ਇਹਨਾਂ ਗੀਤਾਂ ਦੇ ਵਿੱਚ ਅਬੀਰ ਤੇ ਗੁਲਾਲ ਦਾ ਜ਼ਿਕਰ ਹੁੰਦਾ ਕਿ ਉੜਤ ਗੁਲਾਲ ਲਾਲ ਪਏ ਬਾਦਲ, ਤੇ ਕੁਝ ਸ਼ਿਵ ਦੇ ਨਾਲ ਵੀ ਗੀਤ ਹੁੰਦੇ ਨੇ। ਤੇ ਕਈ ਲੋਕ ਨਸ਼ਾ ਜਾਂ ਭੰਗ ਪੀ ਕੇ ਵੀ ਹੋਲੀ ਖੇਡਦੇ ਨੇ। ਸੋ ਅੱਜ ਕੱਲ ਮੈਂ ਵੇਖਿਆ ਕਿ ਮੋਟਰਸਾਈਕਲਾਂ ਦੇ ਸਲੈਂਸਰ ਲਾਏ ਹੋਏ ਨਿਆਣਿਆਂ ਨੇ, ਤੇ ਜਾਂ ਜੀਪਾਂ ਦੇ ਵਿੱਚ ਮੁੰਡੇ ਕੁੜੀਆਂ ਮਤਲਬ ਇਸ ਤਰ੍ਹਾਂ ਲਿਬੜੇ ਨੇ। ਸੋ ਇਹ ਹੋਲੀ ਠੀਕ ਹੈ, ਇਹ ਸੈਲੀਬ੍ਰੇਸ਼ਨ ਹੋਵੇ, ਪਰ ਜੇ ਦੇਖਿਆ ਜਾਵੇ ਇਹਦੇ ਚ ਗੰਦ ਵੀ ਬਹੁਤ ਪੈਂਦਾ ਹੈ ਨਾ। ਮੈਨੂੰ ਚੇਤੇ ਹੈ ਇੱਕ ਵਾਰੀ ਅਸੀਂ ਬਿਹਾਰ ਦੇ ਧੰਨਵਾਦ, ਜਿੱਥੇ ਉਹ ਜੱਜ ਨਹੀਂ ਮਾਰਿਆ ਸੀ ਪਿੱਛੇ ਜੇ, ਧੰਨਵਾਦ ਸ਼ਹਿਰ ਹੈ ਬਹੁਤ ਵੱਡਾ, ਉੱਥੇ ਅਸੀਂ 2 ਦਿਨ ਰੁਕੇ। ਉੱਥੇ ਮਤਲਬ ਅਸੀਂ ਚਲੋ ਢਾਬਿਆਂ ਢੋਬੇ, ਉੱਥੇ ਬਾਲਟੀਆਂ ਭਰ ਭਰ ਕੇ ਨਾ ਲੋਕੀ ਆ ਜਿਹੜਾ ਗਾਵਾਂ ਦਾ ਗੋਬਰ ਉਹ ਘੋਲ ਘੋਲ ਕੇ ਇੱਕ ਦੂਸਰੇ ਤੇ ਗੋਬਰ ਪਾਈ ਜਾਣ, ਗੋਹਾ ਪਾਈ ਜਾਣਾ, ਮਤਲਬ ਮੂਤ ਪਾਈ ਜਾਣਾ ਇੱਕ ਦੂਸਰੇ ਤੇ। ਮਿੱਟੀ 'ਚ ਤਾਂ ਹੋਲੀ ਖੇਡਣਾ ਆਮ ਹੈ। ਮੈਨੂੰ ਚੇਤੇ ਹੈ ਕਿ ਜਦੋਂ ਜਿਹੜੀ ਬਿਹਾਰੀ ਲੇਬਰ ਸੀ ਇਹ ਪੰਜਾਬ ਦੇ ਵਿੱਚ ਨਵੇਂ ਆਉਣ ਲੱਗੇ, ਤਾਂ ਹੋਲੀ ਦੇ ਦਿਨ ਇਹ ਬਹੁਤ ਖਾਸ, ਜਾਣੀ ਸਾਰੇ ਇਕੱਠੇ ਹੋ ਕੇ ਸਾਰੇ ਪਿੰਡਾਂ 'ਚ ਇਹ ਹੋਲੀ ਖੇਡਦੇ ਹੁੰਦੇ ਸੀਗੇ, ਤੇ ਢੋਲਕੀਆਂ ਨਾਲ ਕੁਛ ਚਨਚਾਰ ਬਣੇ ਹੁੰਦੇ, ਕੋਈ ਇਸ ਤਰ੍ਹਾਂ ਦਾ ਜਿਹੜਾ ਸਿਲਸਿਲਾ ਸੀਗਾ। ਸੋ ਇਹ ਸੀ ਦੋਸਤੋ ਹੋਲੀ ਦੇ ਬਾਰੇ ਗੱਲਬਾਤ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਵੈਸੇ ਵਿਰਾਸਤ ਜਿਹੜਾ ਪ੍ਰੋਗਰਾਮ ਹੈ ਲੋਕੀ ਥੋੜਾ ਜਿਹਾ ਘੱਟ ਲਾਈਕ ਕਰਦੇ ਆ, ਟਨ ਵਾਲੇ ਜਿਹੜੀ ਆਡੀਅנס ਜਿਹੜੀ ਕਈ ਵਾਰੀ ਹੁੰਦੀ ਹੈ ਪੋਲੀਟੀਕਲ ਨਜ਼ਰੀਏ ਵਾਲੀ। ਤੇ ਇਹ ਸੀ ਗੱਲਬਾਤ। ਤੇ ਹੁਣ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਬਾਈ ਬਲਬੀਰ ਸਿੰਘ ਉਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ, ਤੇ ਨਾਲ ਇੱਥੇ ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਹੈ ਇਹਨਾਂ ਦੀ ਕੈਲੀਫੋਰਨੀਆ 'ਚ, ਲੌਸਟੇਲ ਟਰੈਵਲ ਸੈਂਟਰ 14814 ਉਲੋਮਾ ਸਟਰੀਟ, ਲੌਸਟੇਲ ਐਗਜ਼ਿਟ 278। ਇਸ ਲੋਕੇਸ਼ਨ ਤੇ ਚਾਹ ਸ਼ਾਵਰ ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਇੱਥੇ ਤੁਸੀਂ ਜਿਹੜਾ ਨਾਲ ਲਿਕਰ ਸ਼ਾਪ ਵੀ ਹੈ, ਸੱਦ ਉਪਯੋਗ ਕਰੋ। ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ। ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਤਾਂ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਹਰਜਾਬ ਸਿੰਘ ਦਾ ਨੰਬਰ ਨੋਟ ਕਰ ਲਓ, 425 232 8413 425 232 8413। ਤੇ ਕੁਝ ਹੋਰ ਮੰਦਭਾਗੀਆਂ ਖਬਰਾਂ ਨੇ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੋਕੀ ਧਾਰਮਿਕ ਸਥਾਨਾਂ ਤੇ ਵੀ ਇਕੱਠੇ ਹੋਏ ਨੇ। ਡੇਰਾ ਵਡਭਾਗ ਸਿੰਘ ਮੈੜੀ ਹੈ, ਉੱਥੇ ਅੱਜ ਇੱਕ ਗੁਬਾਰੇ ਭਰਨ ਵਾਲਾ ਸਿਲੰਡਰ ਫਟਿਆ। ਇਸ ਇਕੱਠ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 4 ਲੋਕ ਜ਼ਖਮੀ ਨੇ। ਤੇ ਇੱਥੇ ਕਿਉਂਕਿ ਕਾਲਾਅੰਬ ਦੇ ਵਿੱਚ ਇਹ ਵਡਭਾਗ ਸਿੰਘ ਮੈੜੀ ਦੇ ਵਿੱਚ ਇਕੱਠ ਹੁੰਦਾ ਹੈ, ਤੇ ਇਸ ਦੌਰਾਨ ਤਲਵਾੜੇ ਨਾਲ ਸੰਬੰਧਿਤ ਇੱਕ ਵਿਅਕਤੀ ਦੀ ਮੌਤ ਹੋ ਗਈ। ਪੰਜਾਬ 'ਚੋਂ ਯੂਪੀ 'ਚੋਂ ਬਹੁਤ ਸਾਰੇ ਲੋਕ ਇੱਥੇ ਜਾਂਦੇ ਨੇ। ਤੇ ਇਸ ਦੌਰਾਨ 52 ਸਾਲਾ ਨੇਕਰਾਜ ਪੁੱਤਰ ਦੌਲਤ ਰਾਮ ਵਾਸੀ ਪਿੰਡ ਢੱਕ ਚੱਕਣ ਤਹਿਸੀਲ ਜਲਾਲਾਬਾਦ ਫਾਜ਼ਿਲਕਾ, 66 ਸਾਲਾ ਗੁਰਮੀਤ ਸਿੰਘ ਪੁੱਤਰ ਭਾਨ ਸਿੰਘ ਵਾਸੀ ਲਖਣ ਕੇ ਨਿਸ਼ਾਰਾ ਅਟਾਰੀ ਸਰਹੱਦ, ਤੇ ਤਰਨਤਾਰਨ ਦਾ 20 ਸਾਲਾਂ ਦਾ ਜਗਰੂਪ ਸਿੰਘ ਪੁੱਤਰ ਸੰਤਾ ਸਿੰਘ ਪਿੰਡ ਮਟੋਲਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ, ਤੇ ਇਸ ਤਰ੍ਹਾਂ ਉਮਰ ਸਿੰਘ ਜੱਗਾ ਸਿੰਘ ਪਿੰਡ ਮਟੋਲਾ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਇਹ ਜਿਹੜੇ 5-7 ਲੋਕ ਜ਼ਖਮੀ ਹੋਏ ਨੇ। ਤੇ ਇੱਕ ਵਿਅਕਤੀ ਦੀ ਜਿਹੜੀ ਮੌਤ ਹੋਈ ਹੈ ਕਿਉਂਕਿ ਉਹ ਜਿਹੜਾ ਬੈਲੂਨ ਗੁਬਾਰਿਆਂ ਵਾਲਾ ਹੁੰਦਾ, ਗੈਸੀ ਗੁਬਾਰਿਆਂ ਵਾਲਾ, ਉਹ ਫਟ ਗਿਆ। ਕਿਉਂਕਿ ਇੱਥੇ ਵੀ ਇਨੀ ਦਿਨੀ ਤਿਉਹਾਰ ਵਡਭਾਗ ਸਿੰਘ ਦੇ ਮਨਾਇਆ ਜਾਂਦਾ। ਬਹੁਤ ਸਾਰੇ ਲੋਕ ਭੂਤ ਕੱਢਣ ਵੀ ਜਾਂਦੇ ਨੇ ਉੱਥੇ। ਧੌਲੀ ਧਾਰ ਜਿਹੜਾ ਹੈਗਾ ਉਸ ਪਾਣੀ ਦੀ ਧਾਰ ਥੱਲੇ ਕਰ ਦਿੰਦੇ ਨੇ ਬੀਬੀਆਂ ਨੂੰ ਕਿ ਇਹਨਾਂ ਦਾ ਭੂਤ ਕੱਢਣਾ। ਵੈਸੇ ਉਹ ਸਾਰੇ ਹਿਸਟਰੀ ਦੇ ਮਰੀਜ਼ ਹੁੰਦੇ ਨੇ, ਹੋਰ ਕੁਝ ਨਹੀਂ ਹੁੰਦਾ। ਬੀਬੀਆਂ ਨੂੰ ਹਿਸਟਰੀ ਬਹੁਤ ਹੁੰਦਾ, ਉਹਦੇ ਕਾਰਨ ਕਈ ਸਾਰੇ ਹੁੰਦੇ ਨੇ ਮਨੋਵਿਗਿਆਨਕ, ਸਰੀਰਕ। 35 ਨੰਬਰ ਸਵਾਗਤ ਹੈ ਬਾਈ ਜੀ, ਵੈਲਕਮ।
ਟਵਾਣਾ ਜੀ ਸਤਿ ਸ੍ਰੀ ਅਕਾਲ, ਬਾਬਾ ਜੀ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ ਤਾਂ ਅੱਜ ਹੈ ਨਹੀਂ, ਕੌਣ ਬੋਲ ਰਹੇ ਹੋ? ਆਪਣਾ ਰਾਜਸਥਾਨ। ਓ ਸੌਰੀ, ਕਾਲ ਡਿਸਕਨੈਕਟ ਹੋ ਗਈ ਮੇਰੇ ਖਿਆਲ। ਰਾਜਸਥਾਨ ਤੁਸੀਂ ਮੇਰੇ ਵਾਲੇ ਪਰਸਨਲ ਨੰਬਰ ਤੇ ਕਰ ਲਓ, ਸੈਲ ਬੰਦ ਹੋ ਗਿਆ, ਸੌਰੀ। ਤੇ ਇਸ ਕਰਕੇ ਇਹ ਜਿਹੜਾ ਇੰਨੀ ਅਨਸੇਫ ਗੇਮ ਜਿਹੜੀ ਖੇਡੀ ਜਾਂਦੀ ਹੈ ਨਾ, ਤੇ ਬੜਾ ਮਾਯੂਸੀ ਵਾਲੀ ਗੱਲ ਹੈ ਕਿ ਦੇਖੋ ਲਾਪਰਵਾਹੀ ਇਸ ਦੇ ਵਿੱਚ ਹੈ। ਪੁਰਾਣੇ ਸਿਲੰਡਰ ਜਾਂ ਉਹ ਪਤਾ ਗੈਸ ਹੈ, ਖਤਰਨਾਕ ਹੈ। ਖੈਰ, ਸਾਨੂੰ ਸਪੋਰਟ ਕੀਤਾ ਬਲਬੀਰ ਸਿੰਘ ਉਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ, ਤੇ ਅਮਰੀਕਾ ਦੇ ਵਿੱਚ ਹੈ ਉਹਨਾਂ ਦਾ, ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ ਚ ਲੌਸਟੇਲ ਟਰੈਵਲ ਸੈਂਟਰ 1414 ਲੋਮਾ ਸਟਰੀਟ ਲੌਸਟੇਲ ਐਗਜ਼ਿਟ 278 ਤੇ ਇਸ ਲੋਕੇਸ਼ਨ ਤੇ ਚਾਹ ਸ਼ਾਵਰ ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਲਿਕਵਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦਉਪਯੋਗ ਕਰੋ। ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ। ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਸਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ, 425 232 84 13 425 232 8413। ਹੋਲੀ ਦੇ ਦੌਰਾਨ ਇਸ ਵਾਰੀ ਥੋੜਾ ਉਤਸ਼ਾਹ ਜ਼ਿਆਦਾ ਹੈ, ਕਿਉਂਕਿ ਕਰੋਨਾ ਤੋਂ ਬਾਅਦ ਇਹ ਪਹਿਲੀ ਵਾਰੀ ਥੋੜੀ ਲੋਕਾਂ ਨੂੰ ਰਾਹਤ ਮਿਲੀ ਹੈ। ਹਾਲਾਂਕਿ ਕੱਲ ਵੀ ਪੰਜਾਬ ਦੇ ਵਿੱਚ ਕਰੋਨਾ ਦੇ 45 ਕੇਸ ਮਿਲੇ ਨੇ ਤੇ ਭਾਜਪਾ ਦੇ ਨੇਤਾਵਾਂ ਨੇ ਵੱਡੇ ਪੱਧਰ ਤੇ ਹੋਲੀ ਖੇਡੀ। ਪਿਛਲੇ ਵਰ੍ਹਿਆਂ 'ਚ ਸੁਖਬੀਰ ਬਾਦਲ ਨੇ ਵੀ ਖੇਡੀ ਸੀ, ਇਸ ਵਾਰੀ ਉਹਨਾਂ ਦੀ ਹੋਲੀ ਮੱਠੀ ਹੈ, ਕਿਉਂਕਿ ਬੀਜੇਪੀ ਨੇ ਤਾਂ ਜਾਂ ਆਪ ਵਾਲਿਆਂ ਨੇ ਤਾਂ ਜਿੱਤ ਤੋਂ ਪਹਿਲਾਂ ਹੀ ਹੋਲੀ ਹੈ ਜਿਹੜੀ ਉਹ ਖੇਡ ਲਈ ਹੈ। ਸਾਡੀਆਂ ਜਿਹੜੀਆਂ ਫੋਰਸਿਸ ਨੇ ਉਹਨਾਂ ਦੇ ਵਿੱਚ ਵੀ ਹੋਲੀ ਦਾ ਤਿਉਹਾਰ ਵੱਖ-ਵੱਖ ਥਾਵਾਂ ਤੇ ਮਨਾਇਆ ਗਿਆ। ਇਸੇ ਦੌਰਾਨ ਸਾਨੂੰ ਸਪੋਰਟ ਕੀਤਾ ਹੈ ਵਾਸ਼ਿੰਗਟਨ ਫੀਡ ਸਰਵਿਸ ਨੇ। ਸਿਆਟਲ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਹੋ, ਲੰਮੇ ਰੂਟਾਂ ਤੋਂ ਉਕਤਾਏ ਹੋ, ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫੀਡ ਸਰਵਿਸ ਵਾਲਿਆਂ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਅੰਗਰੇਜ਼ੀ ਪੰਜਾਬੀ 'ਚ ਦਿੰਦੇ ਨੇ। ਡਰਾਈਵਿੰਗ ਦੀ ਜੌਬ ਚਾਹੀਦੀ ਹੈ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਵਾਸ਼ਿੰਗਟਨ ਫੀਡ ਸਰਵਿਸ ਵਾਲਿਆਂ ਨਾਲ, ਤੇ ਉਹ ਤੁਹਾਨੂੰ ਸਿਆਟਲ ਇਲਾਕੇ ਦੇ ਲੋਕਲ ਲੋਡ ਅਤੇ ਡਰਾਈਵਿੰਗ ਦੀ ਜੌਬ ਮੁਹੱਈਆ ਕਰਾਉਂਦੇ ਨੇ। ਓਨਰ, ਆਪਰੇਟਰ ਤੇ ਡਰਾਈਵਰ ਵੀਰ ਸੰਪਰਕ ਕਰਨ ਵਾਸ਼ਿੰਗਟਨ ਫੀਡ ਸਰਵਿਸ ਤੋਂ। ਜਗਦੇਵ ਸਿੰਘ ਸੰਧੂ ਦਾ ਨੰਬਰ ਨੋਟ ਕਰ ਲਓ, 253 266 6924 253 266 6924 ਤੇ ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 206354 4060 ਨੰਬਰ ਗੈਰੀ ਧਾਲੀਵਾਲ ਦਾ, 253 266 6924 ਨੰਬਰ ਜਗਦੇਵ ਸੰਧੂ ਹੋਰਾਂ ਦਾ। ਸਿਆਟਲ ਇਲਾਕੇ ਦੇ ਲੋਕਲ ਲੋਡ ਅਤੇ ਡਰਾਈਵਿੰਗ ਦੀ ਜੌਬ ਦੇ ਵਾਸਤੇ ਹਮੇਸ਼ਾ ਯਾਦ ਰੱਖੋ ਵਾਸ਼ਿੰਗਟਨ ਫੀਡ ਸਰਵਿਸ। ਇਸੇ ਤਰ੍ਹਾਂ ਸਾਨੂੰ ਸਪੋਰਟ ਕੀਤਾ ਹੈ ਬਾਈ ਸੁੱਖੀ ਘੁੰਮਣ ਹੋਰਾਂ ਨੇ। ਬੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਹੋ ਤੇ ਮਾਰੋ ਆਪਣੇ ਟਰੱਕ ਟਰਾਲਿਆਂ ਨੂੰ ਬ੍ਰੇਕ। ਯੂਨੀਅਨ ਵਿਲੇਜ ਟਰੱਕ ਸਟਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਹੈ, ਜਿੱਥੇ ਦੇਸੀ ਘਿਓ ਦੇ ਪਰੌਂਠਿਆਂ ਦਾ ਦਹੀਂ ਨਾਲ ਲੁਤਫ ਲਓ, ਇਹਨਾਂ ਦੀ ਖਾਸੀਅਤ ਹੈ। ਹੋਰ ਭਾਰਤੀ ਵਿਦੇਸ਼ੀ ਖਾਣੇ ਛਕੋ ਛਕਾਓ, ਟਰੱਕ ਤੋਂ ਆਓ, ਡੀਜ਼ਲ ਪਾਓ। ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ। ਐਡਰੈਸ ਹੈ 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜ਼ਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁੱਖੀ ਘੁੰਮਣ ਹੋਰਾਂ ਦਾ ਇਹ ਕਾਰੋਬਾਰ ਹੈ, ਜਿਨ੍ਹਾਂ ਦਾ ਨੰਬਰ ਹੈ 661 304 7500 661 304 7500। ਖਟਕੜ ਕਲਾਂ ਦੇ ਵਿੱਚ ਜਿਹੜੇ 4-5 ਮੁੰਡੇ ਫੜੇ ਗਏ ਸੀਗੇ ਚੋਰੀ ਦੇ ਪਿਸਟਲ ਸਮੇਤ, ਇਹ ਪਿਸਟਲ ਜਿਸ ਦਿਨ ਅੰਮ੍ਰਿਤਸਰ ਰੋਡ ਸ਼ੋਅ ਸੀਗਾ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਹੋਰਾਂ ਦਾ, ਉਸ ਦਿਨ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਰਾਘਵ ਚੱਢਾ ਹੋਰਾਂ ਦੇ ਗਨਮੈਨ ਤੋਂ ਇਹ ਪਿਸਟਲ ਚੋਰੀ ਹੋਇਆ ਸੀਗਾ। ਇਹ 5 ਲੜਕੇ ਸਕਾਰਪੀਓ ਦੇ ਵਿੱਚ ਸਵਾਰ ਸਨ। ਇਹਨਾਂ ਨੇ ਖਟਕੜ ਕਲਾਂ ਦੇ ਭਗਵੰਤ ਮਾਨ ਹੋਰਾਂ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਦੋਂ ਇਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਇਹਨਾਂ ਚੋਂ ਇੱਕ ਭੱਜ ਵੀ ਗਿਆ ਸੀ, ਜਿਸ ਨੂੰ SSP ਦੇ ਗਨਮੈਨਾਂ ਨੇ ਫੜ ਲਿਆ ਸੀ। ਤੇ ਇਹ ਅੰਮ੍ਰਿਤਸਰ ਦੇ ਵਿੱਚ ਚੋਰੀ ਹੋਇਆ ਪਿਸਟਲ ਇਹਨਾਂ ਲੋਕਾਂ ਕੋਲੋਂ ਫੜਿਆ ਜਾਣਾ, ਇਸ ਸੰਬੰਧੀ ਜਿਹੜੇ ਲੋਕ ਉਸੇ ਦਿਨ ਫੜੇ ਗਏ ਸੀ ਉਹਨਾਂ ਦੀ ਹੁਣ ਸ਼ਨਾਖਤ ਪੁਲਿਸ ਨੇ ਨਸ਼ਰ ਕਰ ਦਿੱਤੀ ਹੈ। ਇਹ ਜਿਹੜੀ ਸਕਾਰਪੀਓ ਗੱਡੀ ਦਾ ਨੰਬਰ ਹੈ ਉਹ HR 38L 7185 ਸੀ ਤੇ ਇਸ ਨੂੰ ਨਿਸ਼ਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਈਦਗਾਹ ਥਾਣਾ ਮਜੀਠਾ ਅੰਮ੍ਰਿਤਸਰ ਜਿਹੜਾ ਸੀ ਜਿਸ ਤਰ੍ਹਾਂ ਇਹ ਚਲਾ ਰਿਹਾ ਸੀਗਾ,
ਇਹ ਜਿਹੜਾ ਸੁਨੀਲ ਕੁਮਾਰ ਨੇ ਇਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਹੈ ਕਿ ਉਹ ਨਾਕੇ ਤੇ ਸੀ ਤੇ ਇਸ ਚਾਲਕ ਨੇ ਨਿਸ਼ਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਈਦਗਾਹ ਥਾਣਾ ਮਜੀਠਾ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਜਦੋਂ ਉਸਨੇ ਰੋਕਿਆ ਤੇ ਉਸਤੇ ਗੱਡੀ ਉਸਦੇ ਵਿੱਚ ਮਾਰੀ ਤੇ ਪੁਲਿਸ ਨੇ ਇਸ ਚਾਲਕ ਨਿਸ਼ਾਨ ਸਿੰਘ ਦੀ ਗੱਡੀ ਦੇ ਵਿੱਚ ਬੈਠੇ ਰਾਜਨ ਮਸੀਹ ਵਾਸੀ ਪਿੰਡ ਵਡਾਲਾ ਵਾਂਗਰ ਗੁਰਦਾਸਪੁਰ, ਅਜੇਪਾਲ ਸੋਨੂ ਵਾਸੀ ਪਿੰਡ ਵੜੰਗੀ ਚੋਲਾ ਸਾਹਿਬ ਤਰਨਤਾਰਨ ਤੇ ਵਿਸ਼ਾਲ ਸਿੰਘ ਨਿੰਜਾ ਵਾਸੀ ਬਾਬਾ ਜੀਵਨ ਸਿੰਘ ਕਲੋਨੀ ਬੈਕ ਸਾਈਡ ਸ੍ਰੀ ਗੁਰੂ ਰਾਮਦਾਸ ਮਿਲ ਗੜਵਾਲੀ ਅੰਮ੍ਰਿਤਸਰ ਤੇ ਉਮੈਦ ਮਸੀਹ ਵਾਸੀ ਪਿੰਡ ਖੁਸ਼ੀਪੁਰ ਗੁਰਦਾਸਪੁਰ ਇਹਨਾਂ ਪੰਜਾਂ ਦੇ ਖਿਲਾਫ ਧਾਰਾ 307 ਵੱਖ-ਵੱਖ ਆਈਪੀਸੀ ਦੀਆਂ ਧਾਰਾਵਾਂ ਦੇ ਅਧੀਨ ਮੁਕੱਦਮਾ ਦਰਜ ਕੀਤਾ ਹੈ ਤੇ ਇਸ ਦੌਰਾਨ ਇਹਨਾਂ ਕੋਲੋਂ ਇਹ ਪਿਸਟਲ ਵੀ ਜਿਹੜਾ ਬਰਾਮਦ ਹੋਇਆ ਜੋ ਇਹਨਾਂ ਨੇ ਚੋਰੀ ਕੀਤਾ ਸੀਗਾ ਉਸ ਏਐਸਆਈ ਤੋਂ ਜਿਹੜਾ ਤੈਨਾਤ ਸੀ ਰਾਘਵ ਚੱਡਾ ਦੇ ਨਾਲ। ਸੋ ਇਸ ਤਰ੍ਹਾਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ। ਉਧਰ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਘਟਨਾ ਘਟੀ ਹੈ ਇਸੇ ਤਰ੍ਹਾਂ ਦੀ ਕਿ ਗੁਰਦਾਸਪੁਰ ਬਾਈਪਾਸ ਚੌਕ ਤੇ ਪਿਸਤੌਲ ਨਾਲ ਲੈਸ 3 ਲੁਟੇਰਿਆਂ ਨੇ ਇੱਕ ਪਰਿਵਾਰ ਨੂੰ ਲੁੱਟਿਆ ਅੱਜ ਸ਼ਾਮੀ, ਜੋ ਗੁਰਦਾਸਪੁਰ ਦੇ ਵਿੱਚ ਜਾ ਰਿਹਾ ਸੀਗਾ। ਅੰਮ੍ਰਿਤਸਰ ਸ਼ਹਿਰ ਦੇ ਇਲਾਕਾ ਪਾਮ ਗਾਰਡਨ ਮਜੀਠਾ ਰੋਡ ਦਾ ਇਹ ਪਰਿਵਾਰ ਸੀ ਤੇ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਚੌਂਕ ਤੇ ਇਸ ਨੂੰ ਘੇਰ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਜਿਹੜਾ ਕਾਰੋਬਾਰੀ ਸੀਗਾ ਭਾਂਡਿਆਂ ਦਾ ਕਾਰੋਬਾਰ ਕਰਦਾ ਸੀ ਤੇ ਡਲਹੌਜੀ ਘੁੰਮਣ ਗਿਆ ਸੀ, ਆਪਣੇ ਪਰਿਵਾਰ ਸਮੇਤ ਜਾ ਰਿਹਾ ਸੀ ਸੰਜੂ ਪਸਰੀਜਾ ਤੇ ਹੋਲੀ ਦੇ ਕਾਰਨ ਜਿਹੜੇ ਛੁੱਟੀਆਂ ਸੀ ਲੋਕ ਸੈਲੀਬ੍ਰੇਸ਼ਨ ਲਈ ਜਾਂਦੇ ਨੇ, ਧਾਰਮਿਕ ਸਥਾਨਾਂ ਤੇ ਜਾਂਦੇ ਨੇ ਛੁੱਟੀਆਂ ਕਾਰਨ ਤੇ ਇਹ ਜਿਹੜਾ ਬਾਜ਼ਾਰ ਬੰਦ ਹੋਣ ਕਰਕੇ ਕੰਮਕਾਜ ਨਾ ਹੋਣ ਕਰਕੇ ਆਪਣੇ ਪਰਿਵਾਰ ਦੇ ਨਾਲ ਡਲਹੌਜੀ ਘੁੰਮਣ ਜਾ ਰਿਹਾ ਸੀ। ਜਦੋਂ ਉਹ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਚੌਂਕ ਬਾਈਪਾਸ ਪੁੱਜੇ ਤਾਂ ਉਹਨਾਂ ਦਾ ਭਰਾ ਜਦੋਂ ਵਾਸ਼ਰੂਮ ਕਰਨ ਵਾਸਤੇ ਕਾਰ ਤੋਂ ਹੇਠਾਂ ਉਤਰਿਆ ਤੇ ਇਸ ਦੌਰਾਨ ਇੱਕ ਵਿਅਕਤੀ ਉਹਨਾਂ ਦੇ ਕੋਲ ਪੁੱਜਿਆ ਤੇ ਉੱਥੇ ਉਹ ਜਦੋਂ ਪਿਸ਼ਾਬ ਕਰਨ ਲਈ ਉਹਨਾਂ ਨੇ ਗੱਡੀ ਰੋਕੀ ਸੀਗੀ ਹਾਜ਼ਤ ਵਾਸਤੇ ਤਾਂ ਉਸਦੇ ਭਰਾ ਤੇ ਪਿਸਟਲ ਤਾਣ ਲਿਆ ਤੇ ਉਸ ਵੱਲੋਂ ਇਸ਼ਾਰਾ ਕਰਨ ਤੇ ਉਸਦੇ ਸਾਥੀ ਜਿਹੜੇ ਕਾਰ ਵੱਲ ਆ ਗਏ ਤੇ ਉਹਨਾਂ ਨੇ ਵੀ ਸਾਰੇ ਪਰਿਵਾਰ ਤੇ ਪਿਸਟਲਾਂ ਕੱਢ ਲਏ ਤੇ ਉਸਦੀ ਭਰਾ ਭਰਜਾਈ ਤੇ ਜਿਹੜੀਆਂ ਉਹਦੀਆਂ ਸੋਨੇ ਦੀਆਂ ਮੁੰਦਰਾਂ ਜਾਂ ਹੋਰ ਸਾਜੋ ਸਮਾਨ ਸਾਰਾ ਖੋ ਕੇ ਫਰਾਰ ਹੋ ਗਏ। 2.5-3 ਲੱਖ ਦਾ ਨੁਕਸਾਨ ਹੋ ਗਿਆ। ਇਸ ਸੰਬੰਧੀ ਗੁਰਦਾਸਪੁਰ ਦੇ ਤਿਵੜੀ ਪੁਲਿਸ ਨੂੰ ਸੂਚਿਤ ਕੀਤਾ। ਸੋ ਇਸ ਕਰਕੇ ਕਈ ਲੋਕ ਟਰੈਵਲ ਕਰਦੇ ਨੇ, ਸੁੰਨਸਾਨ ਜਗ੍ਹਾ ਵੇਖ ਕੇ ਖੜ ਜਾਂਦੇ ਨੇ, ਪਰ ਉੱਥੇ ਇਸ ਤਰ੍ਹਾਂ ਦੀ ਆਫਤ ਵੀ ਆ ਸਕਦੀ ਹੈ ਕਿਉਂਕਿ ਇਹ ਲੋਕ ਇਸ ਰੂਟ ਤੇ ਅਕਸਰ ਘੁੰਮਦੇ ਨੇ, ਵੇਖਦੇ ਨੇ ਕਿ ਕੋਈ ਇਸ ਤਰ੍ਹਾਂ ਦਾ ਬਾਹਰਲੇ ਨੰਬਰ ਦੀ ਗੱਡੀ ਆਵੇ ਤੇ ਕੋਈ ਜਾਣ ਪਹਿਚਾਣ ਨਹੀਂ, ਮਿੰਟ 'ਚ 2.5-3 ਲੱਖ ਰੁਪਏ ਬਣਾ ਕੇ ਅਗਲੇ ਤੁਰਦੇ ਬਣਦੇ ਆ। ਸੋ ਲਾਅ ਐਂਡ ਆਰਡਰ ਦੀ ਸਥਿਤੀ ਵਾਕਈ ਚਿੰਤਾਜਨਕ ਹੋਈ ਜਾ ਰਹੀ ਹੈ। ਤੇ ਆਪਣਾ ਸਵਾਗਤ 85 ਨੰਬਰ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ ਬਨਵਾਸ ਸਾਹਿਬ, ਕੀ ਹਾਲ ਚਾਲ ਹੈ? ਬਸ ਜੀ ਠੀਕ ਠਾਕ ਹੈ, ਠੀਕ ਹੈ। ਕਿਵੇਂ ਰਹੀ ਆਸਟ੍ਰੇਲੀਆ ਵਾਲਿਆਂ ਦੀ ਹੋਲੀ? ਖੇਡ ਲਈ ਕਿ ਖੇਡਣੀ ਹੈ? ਨਹੀਂ ਜੀ, ਹੌਲੀ ਹੌਲੀ ਇੱਥੇ ਤਿਉਹਾਰ ਘੱਟ ਹੀ ਮਨਾਏ ਜਾਂਦੇ ਨੇ ਜੀ। ਬਾਕੀ ਆਪਣਾ ਉਂਝ WhatsApp ਦੇ ਉੱਤੇ ਮੈਸੇजेस ਜ਼ਰੂਰ ਇੱਕ ਦੂਸਰੇ ਨੂੰ ਸ਼ੇਅਰ ਕਰ ਦਿੱਤੇ ਗਏ ਨੇ, ਫਾਰਵਰਡ ਕਰ ਦਿੱਤੇ ਗਏ ਨੇ। WhatsApp ਦੇ ਉੱਤੇ ਹੀ ਨੇ ਮੈਸੇजेस ਵਗੈਰਾ ਤਿਉਹਾਰਾਂ। ਚਲੋ ਹਾਂ ਹੁੰਦਾ ਹੈ ਸੈਲੀਬ੍ਰੇਸ਼ਨ। ਹਾਂਜੀ, ਬਾਕੀ ਤੇ ਨਹੀਂ, ਰੰਗ ਰੂੰਗ ਤੇ ਨਹੀਂ ਕੋਈ ਇੱਥੇ ਕਿਸੇ ਨੂੰ ਮਿਲਦਾ ਮੁਲਦਾ। WhatsApp ਦੇ ਉੱਤੇ ਜ਼ਰੂਰ ਹੈ ਮੈਸੇजेस। ਮੈਂ ਆਪ ਵੀ ਗੱਲ ਸੁਣ ਰਿਹਾ ਸੀਗਾ ਤਿਵਾਰਾ ਸਾਹਿਬ, ਮੈਂ ਸਵਾਲ ਪੁੱਛਣਾ ਚਾਹਾਂਗਾ। ਰਾਘਵ ਚੱਡਾ ਦੀ ਸਿਕਿਉਰਿਟੀ ਦੇ ਤੁਸੀਂ ਗੱਲ ਕੀਤੀ ਕਿ ਇੱਕ ਪੁਲਿਸ ਵਾਲਾ ਸੀਗਾ ਜਿਹਦਾ ਕਿ ਰਿਵਾਲਵਰ ਚੋਰ ਚੁਰਾ ਕੇ ਲੈ ਗਏ। ਹੁਣ ਮੇਰਾ ਸਵਾਲ ਇਹ ਹੈਗਾ ਵੀ ਚੋਰ ਜ਼ਿਆਦਾ ਟ੍ਰੇਨਡ ਸੀਗੇ ਜਾਂ ਉਹ ਪੁਲਿਸ ਵਾਲਾ ਜਿਹੜਾ ਜਿਹਦੇ ਰਿਵਾਲਵਰ ਨਹੀਂ ਆਪਣਾ ਸੰਭਾਲ ਸਕਿਆ ਉਹ ਜ਼ਿਆਦਾ ਟ੍ਰੇਨਿੰਗ ਲਈ ਹੋਇਆ ਸੀ? ਇਹਨਾਂ ਦੋਨਾਂ ਚੋਂ ਟ੍ਰੇਨਡ ਬੰਦਾ ਕਿਹੜਾ ਸੀਗਾ? ਪਿੰਡ ਦੇ ਚੋਰ ਡਕੈਤ ਹੀ ਹੁੰਦੇ ਨੇ। ਹਾਂ ਤੁਸੀਂ ਵੇਖੋ ਕਿ ਮਤਲਬ ਉਹਦੇ ਚ ਦੇਖੋ ਇੱਕ ਇਕੱਠ ਹੈ, ਉਹਦੇ ਚ ਮੋਬਾਈਲ ਸਾਰਾ ਕੁਝ ਹੁੰਦਾ। ਟ੍ਰੇਨਿੰਗ ਜ਼ਿਆਦਾ ਸੀਗੀ ਚੋਰ ਦੀ ਜਾਂ ਉਹ ਪੁਲਿਸ ਵਾਲੇ ਦੀ ਜਿਹਦੀ ਰਿਵਾਲਵਰ ਚੁਰਾ ਕੇ ਲੈ ਗਏ? ਉਹ ਤਾਂ ਤੁਸੀਂ ਵੇਖਿਆ ਨੀ ਕਿਹੜਾ ਯੂਪੀ ਚ ਇਹਨਾਂ ਦਾ ਡਕੈਤਾਂ ਨਾਲ ਪੰਗਾ ਪੈ ਗਿਆ ਤੇ ਪੁਲਿਸ ਵਾਲਿਆਂ ਦੇ ਹਥਿਆਰ ਨਹੀਂ ਚੱਲੇ, ਉਹ ਮੂੰਹ ਨਾਲ ਹੀ ਠਾਠ ਕਰੀ ਜਾਵੇ ਨਾ ਚੋਰਾਂ ਨੂੰ ਡਰਾਉਣ ਵਾਸਤੇ। ਉਹ ਵੀਡੀਓ ਨਹੀਂ ਵਾਇਰਲ ਹੋਈ ਹੈ ਨਾ ਵੀ ਐ ਲੱਗੇ ਦੂਬੇ ਪਤਾ ਨਹੀਂ ਕਿਹੜਾ ਸੀਗਾ ਜਿਹੜਾ ਦੂਬੇ ਸੀ, ਉਹ ਪੂਰਾ ਮਤਲਬ ਇੰਟਰਨੈਸ਼ਨਲੀ ਬਦਨਾਮ ਹੋਇਆ ਬੰਦਾ। ਸੋ ਇਦਾਂ ਦੀ ਵੀ ਹੈ ਪੁਲਿਸ ਤਾਂ ਭਾਜੀ, ਕੀ ਕਰੋ। ਇਹ ਦੇਖੋ ਤੁਸੀਂ ਕਮਾਲ ਦੀ ਗੱਲ ਹੈ ਬਈ ਚੋਰ ਜ਼ਿਆਦਾ ਟ੍ਰੇਨ ਸੀਗਾ ਪੁਲਿਸ ਵਾਲੇ ਨਾਲੋਂ। ਹਾਂ, ਉੱਥੋਂ ਉਹਨਾਂ ਨੇ ਚੋਰੀ ਕੀਤਾ ਤੇ ਉੱਥੋਂ ਫਿਰ ਚੋਰੀ ਕਰਨ ਤੋਂ ਬਾਅਦ ਮਤਲਬ ਇੱਥੇ ਫਿਰ ਉਹ ਇਕੱਠ ਚ ਆ ਗਏ ਨੇ
है ना। ਸੋ ਹੈਰਾਨੀ ਤੇ ਇਸ ਗੱਲ ਦੀ ਹੈ। ਤੁਸੀਂ ਲਾ ਐਂਡ ਆਰਡਰ ਦੀ ਸਥਿਤੀ ਵੇਖੋ। ਜਸਵਿੰਦਰ ਭੱਲਾ ਹੁਣ ਜਿਹੜਾ ਹੈਗਾ ਉਹ ਲੁਧਿਆਣੇ ਗਿਆ ਬੱਚਿਆਂ ਨੂੰ ਲੈ ਕੇ ਆਪਣੇ ਪੁਰਾਣੇ ਪਿੰਡ ਮੋਹਾਲੀ, ਉਹਦਾ ਪਰਿਵਾਰ ਰਹਿੰਦਾ ਉੱਪਰਲੇ ਪੋਰਸ਼ਨ ਤੇ ਭੱਲਾ ਰਹਿੰਦਾ ਤੇ ਹੇਠਾਂ ਬਜ਼ੁਰਗ ਚਲੋ ਉੱਪਰ ਨਹੀਂ ਚੜ੍ਹ ਸਕਦੇ, ਉਹਨਾਂ ਦੇ ਮਦਰ ਰਹਿੰਦੇ ਆ। ਉਹ ਸਾਰਾ ਪਰਿਵਾਰ ਚਲੇ ਗਿਆ, ਘਰੇ ਨੌਕਰ ਸੀਗਾ, ਨਵਾਂ ਰੱਖਿਆ ਸੀ, ਨਵਾਂ ਵੀ ਨਹੀਂ ਸੀ, ਪੁਰਾਣੇ ਨੌਕਰ ਦੀ ਗਰੰਟੀ ਤੇ ਰੱਖਿਆ ਸੀ। ਉਹ ਹੁਣ ਪਤਾ ਨਹੀਂ ਲੱਗ ਰਿਹਾ, ਉਹ ਨੌਕਰ ਵੀ ਫਰਾਰ ਹੈ। ਉਸ ਬਜ਼ੁਰਗ ਮਾਂ ਨੂੰ ਜਸਵਿੰਦਰ ਭੱਲਾ ਦੀ ਨੂੰ ਬੰਨ ਕੇ ਲੱਤਾਂ ਬਾਹਾਂ ਨੂੜ ਕੇ ਬੈਡਰੂਮ 'ਚ ਬੰਦ ਕਰ ਗਏ। ਉਹਦਾ ਜਸਵਿੰਦਰ ਭੱਲੇ ਦਾ ਪਿਸਟਲ ਵੀ ਲੈ ਗਏ 32 ਬੋਰ ਦਾ। ਪਤਾ ਨਹੀਂ ਸਮਾਨ ਤੇ ਵਿਆਹੂ ਹੋਇਆ ਸੀ, ਕੈਸ਼ ਕੁਛ ਘਰਾਂ 'ਚ ਬਹੁਤ ਹੁੰਦਾ, ਸਭ ਦੇ ਖਾਂਦੇ ਪੀਂਦੇ ਲੋਕ ਨੇ, ਉਹ ਸਾਰਾ ਕੁਛ ਉਂਝ ਕੇ ਲੈ ਗਏ ਘਰ 'ਚੋਂ। ਤੁਸੀਂ ਵੇਖੋ ਕਿ ਐਡੇ ਪ੍ਰੋਮੀਨੈਂਟ ਬੰਦੇ ਵੀ ਸੇਫ ਨਹੀਂ ਬਾਈ ਜੀ, ਮਾਤੜਾਂ ਦਾ ਕੀ ਵੱਟੀ ਦਾ, ਹੈ ਨਾ। ਸੋ ਬਹੁਤ ਸਤਰਕ ਰਹਿਣ ਦੀ ਜ਼ਰੂਰਤ ਹੈ, ਖਾਸ ਕਰਕੇ ਇਹ ਚੀਜ਼ਾਂ ਲਾਅ ਐਂਡ ਆਰਡਰ ਦੀ ਸਥਿਤੀ ਦੇ ਮੁਤਲਕ ਨਾ ਆਮ ਆਦਮੀ ਪਾਰਟੀ ਨੂੰ ਬਹੁਤ ਸਖਤੀ ਕਰਨੀ ਹੋਏਗੀ, ਹੈ ਨਾ। ਮੈਂ ਹੁਣ ਤੁਸੀਂ ਗੱਲ ਕੀਤੀ ਆਮ ਆਦਮੀ ਪਾਰਟੀ ਦੀ, ਮੈਂ ਉਸੇ ਸੰਬੰਧ ਨਾਲ ਗੱਲ ਕਰਨਾ ਚਾਹਾਂਗਾ। ਪੰਜਾਬ ਨੂੰ ਬੜਾ ਬਦਨਾਮ ਕੀਤਾ ਗਿਆ ਕਿ ਜੀ ਪਰਾਲੀ ਜਿਹੜੀ ਹੈ ਸਾੜਦਾ ਹੈਗਾ ਤੇ ਦਿੱਲੀ ਦੇ ਅੰਦਰ ਪੋਲੂਸ਼ਨ ਹੁੰਦਾ ਜੀ। ਪੋਲੂਸ਼ਨ ਹੋਣ ਦੇ ਦਿੱਲੀ ਦੇ ਅੰਦਰ ਬਹੁਤ ਸਾਰੇ ਕਾਰਨ ਨੇ, ਲੇਕਿਨ ਇਹ ਗੱਲ ਕੀਤੀ ਗਈ ਕਿ ਉਸ ਦੌਰਾਨ ਜਦੋਂ ਪਰਾਲੀ ਸਾੜੀ ਜਾਂਦੀ ਹੈ ਤੇ ਦਿੱਲੀ ਦਾ ਪੋਲੂਸ਼ਨ ਵੱਧ ਜਾਂਦਾ ਹੈਗਾ, ਕਾਰਨ ਪੰਜਾਬ ਦੀ ਪਰਾਲੀ ਸਾੜਨਾ ਹੈਗਾ, ਇਹ ਕਿਹਾ ਜਾਂਦਾ ਹੈਗਾ। ਤੇ ਪੰਜਾਬ ਦੀ ਪਰਾਲੀ ਸਾੜਨਾ ਬਦਨਾਮ ਕੀਤਾ ਗਿਆ ਹੈਗਾ ਦਿੱਲੀ ਦੇ ਪੋਲੂਸ਼ਨ ਵਾਸਤੇ। ਹੁਣ ਦਿੱਲੀ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ, ਜਿਹੜਾ ਇਹਨਾਂ ਗੱਲਾਂ ਵਾਸਤੇ ਕਹਿੰਦੀ ਹੁੰਦੀ ਸੀਗੀ ਜੀ ਦੇਖੋ ਜੀ ਦਿੱਲੀ 'ਚ ਪੋਲੂਸ਼ਨ ਦਾ ਲੈਵਲ ਤਾਂ ਵੱਧ ਗਿਆ ਕਿਉਂਕਿ ਪੰਜਾਬ 'ਚ ਪਰਾਲੀ ਸਾੜੀ ਜਾਂਦੀ ਹੈਗੀ ਹੈ, ਤਾਂ ਕਰਕੇ ਤੇ ਧੂੰਆਂ ਉਧਰੋਂ ਇੱਧਰ ਨੂੰ ਆਉਂਦਾ ਹੈ। ਹੁਣ ਆਮ ਆਦਮੀ ਪਾਰਟੀ ਪੰਜਾਬ 'ਚ ਵੀ ਹੈਗੀ ਹੈ ਤੇ ਦਿੱਲੀ 'ਚ ਵੀ ਹੈਗੀ ਹੈ। ਘੱਟੋ ਘੱਟ ਹੁਣ ਤੇ ਨਹੀਂ ਨਾ ਪੰਜਾਬ ਨੂੰ ਬਦਨਾਮ ਕਰਨਗੇ, ਨਹੀਂ ਹੁਣ ਤੇ ਉਲਟਾ ਪੰਗਾ ਪਾਣੀ ਦਾ ਪਾ ਲਿਆ। ਕੋਈ ਸੋਲੂਸ਼ਨ ਲੱਭਣਗੇ ਕਿ ਨਹੀਂ ਪਰਾਲੀ ਦਾ ਕੋਈ ਸੋਲੂਸ਼ਨ ਲੱਭਣਗੇ, ਕਰਨਾ ਪਏਗਾ। ਬਹੁਤ ਜ਼ਿੰਮੇਵਾਰੀਆਂ ਫਿਕਸ ਹੋ ਗਈਆਂ, ਰਾਜਨੀਤੀ ਨਹੀਂ ਚੱਲੇਗੀ। ਹੁਣ ਦੇਖੋ SYL ਦਾ ਮੁੱਦਾ ਹਰਿਆਣਾ ਨੇ ਖੜਾ ਕਰ ਦਿੱਤਾ ਕਿ ਦਿੱਲੀ ਨੂੰ ਅਸੀਂ ਪਾਣੀ ਤਾਂ ਦੇਵਾਂਗੇ, ਪਹਿਲਾਂ ਪੰਜਾਬ ਸਾਨੂੰ ਪਾਣੀ ਦੇਵੇ ਤਾਂ ਅਸੀਂ ਅੱਗੇ ਦੇਵਾਂਗੇ। ਤੇ ਇਹ ਜਿਹੜੀ ਦੋਹਰੇ ਪਾਸਿਓਂ ਸਰਕਾਰ ਜਿਹੜੀ ਹੈ ਨਾ ਬਨਵਾਸ ਸਾਹਿਬ, ਬਹੁਤ ਪਾਸਿਓਂ ਇਹਨਾਂ ਨੂੰ ਸਮੱਸਿਆਵਾਂ ਆਉਣਗੀਆਂ ਜੀ। ਗੱਲ ਹੈਗੀ ਹੈ ਇਹਦੇ ਅੰਦਰ, ਚਾਹੇ ਹਰਿਆਣਾ ਪਾਣੀ ਮੰਗੇ ਚਾਹੇ ਦਿੱਲੀ ਜੋ ਮਰਜ਼ੀ ਕਵੇ, ਅੰਤ ਨੂੰ ਨਿਸ਼ਾਨਾ ਪੰਜਾਬ ਦੇ ਉੱਤੇ ਹੈਗਾ। ਨਿਸ਼ਾਨਾ ਪੰਜਾਬ ਦੇ ਉੱਤੇ ਹੈਗਾ ਕਿ ਪੰਜਾਬ ਤੋਂ ਕਿਵੇਂ ਵੱਧ ਤੋਂ ਵੱਧ ਇਹਨੂੰ ਨਿਚੋੜਿਆ ਜਾਏ। ਜਿਵੇਂ ਨਿੰਬੂ ਨੂੰ ਨਿਚੋੜਦੇ ਆ ਨਾ ਜੀ, ਉਵੇਂ ਪੰਜਾਬ ਨੂੰ ਕਿਵੇਂ ਨਿਚੋੜਿਆ ਜਾਵੇ ਤਾਂ ਜੋ ਕਿ ਇਹ ਬਿਲਕੁਲ ਖਾਲੀ ਹੋ ਜਾਵੇ, ਖਤਮ ਹੋ ਜਾਵੇ ਜੀ। ਥੈਂਕ ਯੂ ਬਨਵਾਸ ਸਾਹਿਬ, ਥੈਂਕ ਯੂ, ਮਿਹਰਬਾਨੀ। ਤੇ ਸਾਨੂੰ ਸਪੋਰਟ ਕੀਤਾ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦੇ ਤਜਰਬੇ ਯਾਫਤਾ ਤਰਸੇਮ ਸਿੰਘ ਗਿੱਲ CPA, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਕੋਈ ਵੀ ਰਿਟਰਨ ਭਰਵਾ ਸਕਦੇ ਹੋ। ਕਿਸੇ ਸਾਖ ਸੰਬੰਧੀ ਨੂੰ ਅਮਰੀਕਾ ਸੱਦਣਾ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਪੇਪਰ ਫਾਈਲਿੰਗ ਕਰਾਉਣੀ ਆ ਤੇ ਇਹ ਸੇਵਾਵਾਂ ਤੁਸੀਂ ਲੈ ਸਕਦੇ ਹੋ CPA ਤਰਸੇਮ ਸਿੰਘ ਗਿੱਲ ਕੋਲੋਂ, ਜੋ ਨਿਊ ਜਰਸੀ ਦੇ ਲਾਗੇ ਈਸਟਰਨ ਸਿਟੀ ਪੈਨਸਿਲਵੇਨੀਆ ਦੇ ਵਿੱਚ ਵਸਦੇ ਨੇ। ਸਾਡਾ ਜ਼ਿਕਰ ਕਰਨ ਤੇ ਹੋਰ ਰਾਹਤ ਮਿਲੇਗੀ। ਆਪਣੇ ਪੁਰਾਣੇ ਸਰੋਤੇ ਨੇ ਬਾਈ ਹਰਬੰਸ ਸਿੰਘ ਗਿੱਲ, ਉਹਨਾਂ ਦੇ ਬੇਟੇ ਨੇ CPA ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਕੋਈ ਵੀ ਰਿਟਰਨ ਭਰਵਾ ਸਕਦੇ ਹੋ। ਨੰਬਰ ਨੋਟ ਕਰ ਲਓ, CPA ਤਰਸੇਮ ਸਿੰਘ ਗਿੱਲ ਹੋਰਾਂ ਦਾ ਨੰਬਰ ਹੈ 484 764 9861 484 764 9861। ਮੁਕੱਦਰ ਭਾਈ ਜੀ ਸਵਾਗਤ ਹੈ, ਵੈਲਕਮ। ਸਤਿ ਸ਼੍ਰੀ ਅਕਾਲ ਟਵਾਣਾ ਜੀ। ਸਤਿ ਸ਼੍ਰੀ ਅਕਾਲ ਹਜ਼ੂਰ। ਹਾਂਜੀ ਟਵਾਣਾ ਜੀ, 2 ਪੁਆਇੰਟ ਸਨ ਮੇਰੇ ਛੋਟੇ ਛੋਟੇ। ਇੱਕ ਤਾਂ ਜੇ ਤੁਸੀਂ ਗਰੁੱਪ 23 ਵਾਲਿਆਂ ਦੀ ਗੱਲ ਕਰਦੇ ਹੋ ਨਾ ਟਵਾਣਾ ਸਾਹਿਬ, 25 ਸਾਲਾਂ ਤੋਂ ਕੋਈ ਇਲੈਕਸ਼ਨ ਨਹੀਂ ਲੜਿਆ ਹੈਗਾ ਜੀ, ਕਦੇ ਰਾਜ ਸਭਾ ਤੇ ਕਦੇ ਕਿਤੇ ਸਿਰਫ ਦਿੱਲੀ ਬੈਠੇ ਨੇ। ਜਦੋਂ 20-25 ਸਾਲਾਂ ਵਾਲਾ ਲਾਣਾ ਪਿੱਛੇ ਬੰਦਾ ਹੈ ਨਹੀਂ ਇਹਨਾਂ ਦੇ, ਕੋਈ ਵੋਟਰ ਹੈ ਨਹੀਂ। ਹਾਂਜੀ, ਇਸ ਕਰਕੇ ਇਹਨਾਂ ਦੀ ਗਰਾਊਂਡ ਤੇ ਕੋਈ ਦਿੱਕਤ ਨਹੀਂ ਹੈਗੀ ਟਵਾਣਾ ਸਾਹਿਬ। ਇਹ ਸਿਰਫ ਰੌਲਾ ਇਸ ਕਰਕੇ ਪਾਉਂਦੇ ਨੇ ਵੀ ਸਾਡੀ ਪੁੱਛ-ਗਿੱਛ ਹੁੰਦੀ ਰਹੇ ਕਾਂਗਰਸ ਦੇ ਵਿੱਚ, ਹੋਰ ਇਹਨਾਂ ਦਾ ਕੋਈ ਮੁੱਦਾ ਨਹੀਂ ਹੈਗਾ ਜੀ। ਤੇ ਦੂਜੀ ਗੱਲ ਟਵਾਣਾ ਸਾਹਿਬ, ਇੱਕ ਮੈਂ ਨਾ ਤੁਹਾਡੇ ਤੋਂ ਅੱਗੇ ਦੀ ਗੱਲ ਕਰਨੀ ਸੀ, ਜਿਹੜਾ ਹੈ ਨਾ ਆਪਣਾ, ਮੈਂ ਵੀ ਉਹ ਪ੍ਰੋਗਰਾਮ ਸੁਣਿਆ ਜੀ ਜਿਹੜਾ ਇਹਨਾਂ ਦਾ ਮੇਕੀ ਦੇ ਰੇਡੀਓ ਤੇ ਗੱਲ ਕਰਦੇ ਪਏ ਨੇ, ਬਾਜ਼ ਵਾਲੀ ਜਾਂ ਕੋਈ ਵੀ ਉਦਾਹਰਨਾਂ ਦਿੰਦੇ ਪਏ ਨੇ। ਤੁਸੀਂ ਮੇਰੀ ਗੱਲ ਸੁਣ ਕੇ ਪੂਰੀ ਟਿੱਪਣੀ ਕਰ ਦਿਓ ਬਾਅਦ ਚ ਟਵਾਣਾ ਸਾਹਿਬ, ਵੀ ਜਿਵੇਂ ਉਹ ਕਹਿ ਰਹੇ ਨੇ ਵੀ ਇਹ ਐ ਜ਼ਰੂਰੀ ਨਹੀਂ ਹੁੰਦਾ ਵੀ ਇਹ ਐਵੇਂ ਹੋਵੇ, ਪਰ ਵੀ ਉਹ ਉਦਾਹਰਣ ਹੁੰਦੀ ਹੈ ਵੀ ਇੱਕ ਬੰਦੇ ਨੂੰ ਸਟਰੋਂਗ ਕਰਨ ਵਾਸਤੇ ਜਾਂ ਕੁਛ ਵੀ ਹੈ। ਤੇ ਦੂਜੀ ਗੱਲ ਟਵਾਣਾ ਸਾਹਿਬ, ਜਿਵੇਂ ਉਹ ਗੱਲ ਕਰਕੇ ਹੱਸਦੇ ਨੇ ਨਾ ਜੀ, ਜਾਂ ਜਿਵੇਂ ਦੀ ਭਾਸ਼ਾ ਵਰਤਦੇ ਨੇ ਉੱਥੇ, ਉਹ ਅਗਲੇ ਨੂੰ ਚੜਾਉਂਦੀ ਹੈ ਜੀ ਉਹ ਭਾਸ਼ਾ। ਗੱਲ ਹੋਰ ਤਰੀਕੇ ਨਾਲ ਵੀ ਕੀਤੀ ਜਾ ਸਕਦੀ ਹੈ, ਪਰ ਟਵਾਣਾ ਸਾਹਿਬ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਵੇਂ ਜਿਹੜੀਆਂ ਕਮੀਆਂ ਨੇ ਆਪਣੇ ਮੰਨ ਲਓ ਜਨਤਾ ਦੇ ਵਿੱਚ ਜਾਂ ਕਿਤੇ ਵੀ, ਸਿਰਫ ਉਹ ਕੰਟੈਂਟ ਹੈ। ਮਗਰ ਜੇ ਇਹ ਚੀਜ਼ਾਂ ਨਾ ਹੋਣ, ਮੈਨੂੰ ਲੱਗਦਾ ਵੀ ਉਹਨਾਂ ਦੇ ਰੇਡੀਓ ਕੋਲ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਬੋਲਣ ਵਾਸਤੇ। ਪਰ ਕਿਉਂ ਨਹੀਂ ਇਹ 'ਚ ਸੁਧਾਰ ਕੀਤਾ ਜਾਂਦਾ ਟਵਾਣਾ ਸਾਹਿਬ ਵੀ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਜਦੋਂ ਜਥੇਦਾਰ ਸਾਹਿਬ ਇਹ ਗੱਲ ਕਹਿੰਦੇ ਨੇ ਵੀ ਅਸੀਂ ਸਕਿਪ ਕਰ ਦਿੰਦੇ ਹਾਂ, ਜਦੋਂ ਇਹਨਾਂ ਨੂੰ ਸਕਿਪ ਕਰਨ ਦੀ ਲੋੜ ਪੈਂਦੀ ਹੈ ਫਿਰ ਉੱਥੇ
ਮੰਨ ਲਓ ਸਾਰਾ ਆਪਣਾ ਜਿੰਨੇ ਵੀ ਜਥੇਬੰਦੀਆਂ ਹੈਗੀਆਂ ਨੇ ਜੋ ਵੀ ਹੈਗਾ ਸਿੱਖ ਧਰਮ ਦੇ ਜਿੰਨੇ ਵੀ ਆਗੂ ਨੇ ਉਹਨੂੰ ਸੱਦ ਕੇ ਨਾ ਆਪਾਂ ਨੂੰ ਸਪਸ਼ਟ ਹੈ ਜੀ ਇਹ ਗਲਤੀਆਂ ਨੇ, ਇਸੇ ਕਰਕੇ ਆਪਾਂ ਸਕਿੱਪ ਕਰਨੇ ਆ ਵੀ ਉਹ ਕਿਉਂ ਨਹੀਂ ਛੱਡੀਆਂ ਜਾਂਦੀਆਂ। ਧੰਨਵਾਦ ਟਵਾਣਾ ਸਾਹਿਬ, ਸਾਰੀ ਤੇ ਕਰਦੇ ਟਿੱਪਣੀ, ਮਿਹਰਬਾਨੀ ਜੀ। ਮਿਹਰਬਾਨੀ। ਦੇਖੋ ਕਈ ਚੀਜ਼ਾਂ ਨੇ ਵੀਰੇ, ਇਹਦੇ ਚ ਵੱਖ-ਵੱਖ ਪੱਖ ਨੇ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਾਈ ਬਲਵੀਰ ਸਿੰਘ ਸਮਾਨਪੁਰ ਪਰਿਵਾਰ ਨੇ, ਧੰਨਵਾਦ ਇਹਨਾਂ ਦਾ ਵੀ। ਤੇ ਸਾਨੂੰ ਸਪੋਰਟ ਕੀਤਾ ਹੈ ਵਾਸ਼ਿੰਗਟਨ ਫੀਲਡ ਸਰਵਿਸ ਨੇ। ਸਿਆਟਲ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਲੰਮੇ ਰੂਟਾਂ ਤੇ ਆਇਓ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ। ਸਵਾਗਤ ਤੁਹਾਡਾ, ਵੈਲਕਮ ਜੀ। 3 ਨੰਬਰ ਟਵਾਣਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਵੀਰਗੋਰ ਬੋਲਣਾ ਖਰਾਬ ਨਹੀਂ ਲੱਗ ਜੀ। ਹਾਂਜੀ ਲੀਲਾ ਸਿੰਘ ਜੀ, ਕੀ ਹਾਲ ਚਾਲ ਬਾਈ ਜੀ? ਸ਼ੁਕਰ ਹੈ ਸ਼ੁਕਰ ਹੈ। ਅਸੀਂ ਤਾਂ ਤੁਹਾਡੇ ਪੜ੍ਹੇ ਵੀ ਨਹੀਂ, ਸਾਨੂੰ ਤਾਂ ਤੁਸੀਂ ਬਹੁਤ ਮਸ਼ਹੂਰ ਕਰਤਾ। ਨਹੀਂ ਕੋਈ ਨਹੀਂ, ਮੇਰੇ ਕੋਲ 2 ਨੰਬਰ ਹੈਗੇ ਟਵਾਣਾ ਸਾਹਿਬ। ਸ਼ੁਕਰ ਹੈ ਜੋ ਸਾਨੂੰ ਸਿੱਖਣ ਨੂੰ ਮਿਲਿਆ ਨਾ ਤੁਹਾਡੇ ਕੋਲ ਸਿੱਖਣ ਨੂੰ ਮਿਲਿਆ। ਮਿਹਰਬਾਨੀ ਮਿਹਰਬਾਨੀ। ਅੰਜੀਰਾਂ ਖਾਂਦੇ ਅੱਜ ਮੈਂ ਵੀ ਤੋੜ ਕੇ ਲਿਆਇਆ 5-7, ਸਾਡੇ ਵੀ ਪੱਕਣ ਲੱਗ ਗਈਆਂ। ਗੱਲ ਹੀ ਕੋਈ ਨਹੀਂ, ਮੈਂ ਆਉਂਗਾ, ਮੈਂ ਤੇ ਰਾਮ ਸਿੰਘ ਮਾਨ ਕਰੇ ਆਉਂਗੇ ਜ਼ਰੂਰ ਆਵਾਂਗੇ ਅਸੀਂ। ਬਹੁਤ ਵਧੀਆ ਪੌਦੇ ਦੇ ਕੇ ਚੁੱਕਰਾ ਨਹੀਂ ਸਾਡੇ ਕੋਲ ਤਾਂ ਹੈਗੇ ਆ, ਮੇਰੇ ਕੋਲ ਤਾਂ ਵਾਧੂ ਨੇ, ਇੱਥੇ ਵੰਡ ਵੁੰਡ ਦਿਓ ਫਰੀਦਕੋਟ ਹਲਕੇ ਚ। ਨਹੀਂ ਬੰਦੇ ਕੋਈ ਗੱਲ ਨਹੀਂ, ਵਧੇਗੀਆਂ ਆਪਣੇ ਕੋਲੇ। ਪਰਮਾਤਮਾ ਨੇ ਜੇ ਆਪਾਂ ਨੂੰ ਸੋਚੀ ਦਿੱਤੀ, ਆਪਾਂ ਆਪਣੀ ਅਕਲ ਗਾਂ ਬਖਸ਼ਣੀ ਹੈ। ਬਿਲਕੁਲ 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 ਜੀ। ਹਾਂ, ਜੇ ਸਾਨੂੰ ਪਰਮਾਤਮਾ ਨੇ, ਮੈਂ ਬੜਾ ਬੰਦਾ ਸੀਗਾ, ਮਾਂ ਪਿਓ ਮਰਿਆ ਸੀ ਬਚਪਨ ਦੇ ਵਿੱਚ, ਹਨਾ। ਜੇ ਪਰਮਾਤਮਾ ਨੇ, ਮੈਂ ਤਾਂ 8-9 ਸਾਲ ਲੱਗੇ ਕੋਈ ਮਾਂ ਪਿਓ ਮਰ ਗਿਆ, ਜੇ ਪਰਮਾਤਮਾ ਨੇ ਸਾਨੂੰ ਸੂਚੀ ਕਰਾ ਲੈਣੀ ਹੈ ਬੱਚਿਆਂ ਨੂੰ ਜੀ। ਥੈਂਕ ਯੂ ਬਾਈ ਜੀ। ਹਾਂ, ਮੈਂ ਨਾ ਤੁਹਾਨੂੰ ਕਿਸੇ ਨੂੰ ਮਿਲਣਾ ਨਾ, ਥੈਂਕ ਯੂ, ਸ਼ੁਕਰ, ਧੰਨਵਾਦ ਤੁਹਾਡਾ। ਮਿਹਰਬਾਨੀ, ਜ਼ਰੂਰ ਆ ਜ਼ਰੂਰ ਆ। ਜਿਹੜਾ ਦੇਖੋ ਪੁਲਿਸ ਵਧੀਆ ਕੋਸ਼ਿਸ਼ਾਂ ਕਰ ਰਹੀ ਹੈ, ਜਿਹੜੇ ਗਾਵਾਂ ਦੇ ਸਿਰ ਕੱਟੇ ਗਏ ਸੀ ਜਾਂ ਮਰੀਆਂ ਗਾਵਾਂ ਮਿਲੀਆਂ ਸੀ, ਉਸ ਮਾਮਲੇ 'ਚ 2 ਮੁੱਖ ਦੋਸ਼ੀਆਂ ਨੂੰ ਯੂਪੀ 'ਚ ਗ੍ਰਿਫਤਾਰ ਕੀਤਾ ਗਿਆ। ਟਾਂਡਾ ਦੇ ਵਿੱਚ ਇਹ ਕਤਲकांड ਵਾਪਰਿਆ ਸੀਗਾ। ਸੋ ਜਿਸ ਦੇ 2 ਮੁੱਖ ਦੋਸ਼ੀ ਯੂਪੀ 'ਚੋਂ ਪੁਲਿਸ ਨੇ ਅਰੈਸਟ ਕੀਤੇ ਨੇ, ਟਾਂਡਾ ਪੁਲਿਸ ਨੇ। ਇਸ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਧਰੁਮਨ ਐਸ ਨਿਬਲੇ ਨੇ ਦੱਸਿਆ ਕਿ ਇਸ ਕਤਲकांड ਤੋਂ ਬਾਅਦ ਜਿਹੜੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ, ਉਹਨਾਂ 'ਚ ਮੁੱਖ ਦੋਸ਼ੀ ਸੀ ਇਸ ਕਾਂਡ ਦਾ ਇਰਸ਼ਾਦ ਖਾਨ ਪੁੱਤਰ ਨਵਾਬ ਖਾਨ ਵਾਸੀ ਮਾਣੂਕੇ ਨਿਹਾਲ ਸਿੰਘ ਵਾਲਾ, ਤੇ ਦੂਸਰਾ ਫਰਿਆਦ ਪੁੱਤਰ ਬਰਕਤ ਅਲੀ ਵਾਸੀ ਖੱਖ ਟਾਂਡਾ ਨੂੰ ਗ੍ਰਿਫਤਾਰ ਕੀਤਾ। ਤੇ ਹਾਲਾਂਕਿ ਇਹਨਾਂ ਦੇ ਕੁਝ ਸਾਥੀ ਜਿਹੜੇ ਪਹਿਲਾਂ ਵੀ ਗ੍ਰਿਫਤਾਰ ਕੀਤੇ ਗਏ ਨੇ। ਤੇ ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਖੰਨਾ ਇਲਾਕੇ 'ਚ ਰੇਡ ਕੀਤੀ ਗਈ ਤਾਂ ਉਹ ਯੂਪੀ ਭੱਜ ਗਿਆ ਸੀ, ਜਿਸ ਨੂੰ ਹੁਣ ਜਿਹੜਾ ਗ੍ਰਿਫਤਾਰ ਕੀਤਾ ਗਿਆ। ਤੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਆਪਣੇ ਸਰਕਾਰ ਦੇ ਵਿੱਚ ਵੀ ਥੋੜਾ ਸੁਧਾਰ ਕਰਨ ਲੱਗੀ ਹੈ। ਜਿਸ ਤਰ੍ਹਾਂ ਪਿਛਲੇ 3-4 ਦਿਨਾਂ 'ਚ ਬਦਨਾਮੀ ਹੋਈ ਹੈ ਇਹਨਾਂ ਦੇ ਐਮਐਲਏ ਵੱਲੋਂ ਚੈਕਿੰਗ ਦੀ, ਉਸ ਸੰਬੰਧੀ ਹੁਣ ਆਮ ਆਦਮੀ ਪਾਰਟੀ ਨੇ ਇਹ ਫੈਸਲਾ ਕੀਤਾ ਕਿ ਉਹ ਆਪਣਾ ਜਿਹੜਾ ਨਵਾਂ ਕੇਡਰ ਹੈ, ਉਹਨਾਂ ਜਿਹੜੇ 92 ਵਿਧਾਇਕ ਜਿੱਤੇ ਨੇ, ਉਹਨਾਂ ਦੇ ਵਿੱਚੋਂ ਕੁਝ ਨਵੇਂ ਨੇ ਜਿਹੜੇ ਕਈ ਵਾਰੀ ਥੋੜਾ ਜਿਹਾ ਆਪੇ ਤੋਂ ਬਾਹਰ ਹੋ ਜਾਂਦੇ ਨੇ। ਸੋ ਇਸ ਕਰਕੇ ਉਹਨਾਂ ਦੀ ਵੀ ਜਿਹੜੇ ਪੁਰਾਣੇ ਵਿਧਾਇਕ ਨੇ ਉਹ ਉਹਨਾਂ ਦੀ ਟਿਊਸ਼ਨ ਲੈਣਗੇ ਤੇ ਹਾਈ ਕਮਾਂਡ ਵੀ ਹੈ ਜਿਹੜੀ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਪੂਰੀਆਂ ਗਾਈਡਲਾਈਨ ਜਿਹੜੀਆਂ ਨੇ ਉਹ ਤੈਅ ਕਰੇਗੀ। ਸੋ ਇਸ ਕਰਕੇ ਇਹ ਚੀਜ਼ਾਂ ਵਾਪਰਨੀਆਂ ਚਾਹੀਦੀਆਂ ਨੇ। ਜੋ ਗਲਤ ਵਾਪਰਿਆ ਉਸ ਤੇ ਇਹਨਾਂ ਨੇ ਜੋ ਕੀਤਾ ਉਹ ਬਿਹਤਰ ਹੈ ਅਗਰ ਇਹ ਕਦਮ ਚੁੱਕਦੇ ਨੇ। ਲਓ ਦੋਸਤੋ, ਥੋੜਾ ਹੁਣ ਸਮਾਪਤੀ ਵੱਲ ਨੂੰ ਜਾਵਾਂਗੇ ਤੇ ਸਵੇਰੇ ਫੇਰ ਭਾਰਤੀ ਸਮਾਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤੇ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਵਾਣਾ ਨੂੰ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ। ਇਹ ਵਿਰਾਸਤੀ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਿਆ ਜ਼ਰੂਰ ਦੱਸੋ, ਤੇ ਆਉਣ ਵਾਲੇ ਦਿਨਾਂ 'ਚ ਆਪਾਂ ਵਿਰਾਸਤ ਨਾਲ ਜੁੜੇ ਪ੍ਰੋਗਰਾਮਾਂ ਨੂੰ ਹੋਰ ਥੋੜਾ ਜਿਹਾ ਸਮਾਂ ਵਧਾਵਾਂਗੇ। ਤੇ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ। ਸ਼ਬਾ ਖੈਰ, ਸਤਿ ਸ਼੍ਰੀ ਅਕਾਲ, ਜੁੜੇ ਰਹੋ ਟਵਾਣਾ ਰੇਡੀਓ ਦੇ ਨਾਲ।